ਮੈਂਡੀ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤੁਹਾਡੇ ਪਿਤਾ ਜੀ ਕਰਤਾਰ ਰਮਲਾ ਦਾ ਕਤਲ ਹੋਇਆ, ਕੋਈ ਸਬੂਤ ਹੈ? ਜਿਹੜੇ ਮੈਂ ਐਵੀਡੈਂਸਸ ਇਕੱਠੇ ਕੀਤੇ ਉਹ ਇਹ ਪ੍ਰੂਵ ਕਰ ਦੇਣਗੇ ਕਿ ਨਵਜੋਤ ਰਾਣੀ ਜੀ ਹੀ ਕਾਤਲ। ਰਮਲਾ ਸਾਹਿਬ ਜਿਉਂਦੇ ਜੀ ਤੁਹਾਡੇ ਨਾਲ ਨਹੀਂ ਰਹੇ, 8-9 ਸਾਲਾਂ ਤੋਂ ਉਹ ਰਹਿੰਦੇ ਸੀ ਨਵਜੋਤ ਰਾਣੀ ਦੇ ਨਾਲ। ਹੁਣ ਤੁਹਾਨੂੰ ਚਾਹੀਦਾ ਇਨਸਾਫ, ਪਰ ਤੁਸੀਂ ਜਿਉਂਦੇ ਜੀ ਉਹਨਾਂ ਦੀ ਕਦਰ ਕਿਉਂ ਨਹੀਂ ਕੀਤੀ, ਉਦੋਂ ਸੇਵਾ ਕਿਉਂ ਨਹੀਂ ਕੀਤੀ? ਕੰਧਾਂ ਲੱਗ ਹੋ ਸਕਦੀਆਂ, ਦਿਲੋਂ ਧੀ ਤੋਂ ਕਦੇ ਕੋਈ ਪਿਓ ਲੱਗ ਨਹੀਂ ਹੁੰਦਾ। ਲੋਕ ਇਹ ਗੱਲ ਕਹਿੰਦੇ ਆ ਵੀ ਹੁਣ ਤੁਹਾਨੂੰ ਪੈਸਿਆਂ ਦੀ ਲੋੜ ਆ, ਤੁਸੀਂ ਪੈਸਿਆਂ ਦੀ ਖਾਤਰ, ਜ਼ਮੀਨ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਆ। ਪਹਿਲਾਂ ਤੁਹਾਨੂੰ ਕਦਰ ਨਹੀਂ ਸੀ, ਜਦੋਂ ਉਹ ਤੁਰ ਗਏ ਜਹਾਨੋਂ ਫਿਰ ਤੁਸੀਂ ਕਹਿੰਦੇ ਹੋ ਬਹੁਤ ਕਦਰ ਸੀ, ਇਨਸਾਫ ਮਿਲਣਾ ਚਾਹੀਦਾ। ਚਾਹੁੰਦੇ ਕੀ ਹੋ? ਜਿੰਨੇ ਲੋਕ ਇਹ ਗੱਲ ਕਹਿ ਰਹੇ ਹੋ ਮੇਰੇ ਤੋਂ ਪੈਸੇ ਲੈ ਜਾਣ, ਮੈਨੂੰ ਮੇਰਾ ਪਾਪਾ ਲਿਆ ਦੇ। ਰਮਲਾ ਸਾਹਿਬ ਦੇ ਜਿਉਂਦੇ ਜੀ ਕੀ ਕਦੇ ਤੁਸੀਂ ਹੱਕ ਲੈਣ ਦੀ ਗੱਲ ਉਹਨਾਂ ਦੇ ਕੋਲ ਕੀਤੀ ਸੀ? ਅੱਜ ਕਦੇ ਅਸੀਂ ਮਾੜਾ ਮੋਟਾ ਮੰਗ ਲਿਆ 10-20 ਹਜ਼ਾਰ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪ੍ਰਾਪਰਟੀ ਮੰਗਦੇ। ਤੁਸੀਂ ਕਹਿੰਦੇ ਹੋ ਸਾਨੂੰ ਤੂੰਬੀ ਚਾਹੀਦੀ ਹੈ, ਤੁਸੀਂ ਕਹਿੰਦੇ ਸਾਨੂੰ ਕੁਝ ਹੋਰ ਜ਼ਿਆਦਾ ਚਾਹੀਦੀਆਂ। ਉਹਨਾਂ ਤੂੰਬੀਆਂ ਦਾ ਤੁਸੀਂ ਕੀ ਕਰੋਗੇ ਜਦੋਂ ਹੁਣ ਬੰਦਾ ਹੀ ਇਸ ਧਰਤੀ ਦੇ ਉੱਤੇ ਨਹੀਂ? ਨਵਜੋਤ ਰਾਣੀ ਜੀ ਦੇ ਤੋਂ ਲੱਕੜ ਦੀ ਉਹਨਾਂ ਨੇ ਸਿਰ 'ਚ ਮਾਰਨੀ, ਉਹਨਾਂ ਨੇ ਆਪਣੇ ਮੂੰਹ ਕਬੂਲ ਕੀਤੀ, ਪਰ ਤੂੰਬੀ ਕਿਹਦੇ ਕੋਲ? ਅਦਾਲਤ ਦਾ ਦਰਵਾਜ਼ਾ ਨਵਜੋਤ ਰਾਣੀ ਕਹਿੰਦੇ ਵੀ ਅਸੀਂ ਖੜਕਾਤਾ, ਤੁਹਾਨੂੰ ਸਮਝ ਮਿਲੇ ਕਿ ਨਹੀਂ? ਹਾਲੇ ਖੜਕਾਤਾ ਤੇ ਮੈਂ ਧੰਨਵਾਦ ਕਰਦੀ ਹਾਂ। ਲੋਕ ਇਹ ਕਹਿੰਦੇ ਨੇ ਕਿ ਆਪਣੇ ਪਿਤਾ ਜੀ ਦੇ ਜਿਉਂਦੇ ਜੀ ਕਿਤੇ ਵੀ ਤੁਸੀਂ ਉਹਨਾਂ ਦਾ ਕਦੇ ਜ਼ਿਕਰ ਨਹੀਂ ਕੀਤਾ, ਪਰ ਉਹਨਾਂ ਦੇ ਮਰਨ ਤੋਂ ਬਾਅਦ ਇੱਕਦਮ ਇਹ ਪਿਤਾ ਪ੍ਰੇਮ ਜਾਗਿਆ। ਕੀ ਇਹ ਗੱਲ ਸੱਚੀ ਹੈ? ਪਿਤਾ ਪ੍ਰੇਮ ਇਸ ਲਈ ਹੁਣ ਜਾਗਿਆ ਕਿਉਂਕਿ ਮੈਂ ਉਹਨਾਂ ਨੂੰ ਇਨਸਾਫ ਦਿਵਾਉਣਾ, ਉਦੋਂ ਜਿਉਂਦੇ ਸੀ। ਇੱਕ ਰਿਕਾਰਡਿੰਗ ਵੀ ਨਸ਼ਰ ਹੋ ਰਹੀ ਹੈ, ਅੱਗੇ ਤੋਂ ਅੱਗੇ ਵਾਇਰਲ ਹੋਈ ਹੈ, ਜਿਹਦੇ ਵਿੱਚ ਰਮਲਾ ਸਾਹਿਬ ਕਿਸੇ ਸੱਜਣ ਦੇ ਨਾਲ ਫੋਨ ਤੇ ਗੱਲ ਕਰਦੇ ਕਹਿੰਦੇ ਵੀ ਮੈਂ ਤਾਂ ਆਪਣੀਆਂ ਧੀਆਂ ਨੂੰ ਨਫ਼ਰਤ ਬਹੁਤ ਕਰਦਾ। ਇਹ ਉਹਨਾਂ ਦਾ ਓਪੀਨੀਅਨ ਹੈ, ਕਿਸ ਸਿਚੁਏਸ਼ਨ 'ਚ ਕਿਸ ਹਾਲਾਤ 'ਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਤੁਹਾਨੂੰ ਲੱਗਦਾ ਵੀ ਇਹ ਜਿਹੜੇ ਤੁਸੀਂ ਦੋਸ਼ ਲਾ ਰਹੇ ਹੋ ਕਿ ਉਹਨੇ ਕਤਲ ਕੀਤਾ, ਉਹਨੇ ਕਤਲ ਕਰਤਾ, ਉਹਨੇ ਕਤਲ ਕਰਤਾ, ਮਾਨਹਾਨੀ ਦਾ ਕੇਸ ਵੀ ਹੋ ਸਕਦਾ ਜੇ ਸਬੂਤ ਨਾ ਹੋਏ ਤਾਂ? ਮੈਂ ਲਾਈਵ ਕਹਿ ਰਹੀ ਹਾਂ ਕਿ ਇਹਨਾਂ ਨੇ ਮਰਡਰ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਨਾਲ ਨਹੀਂ ਜਾਂ ਨਵਜੋਤ ਰਾਣੀ ਜੀ ਜਿਹਦੇ ਨਾਲ ਮਰਜ਼ੀ ਹੋਣ। ਮੈਂ ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਅੱਜ ਫਿਰ ਤੋਂ ਇੱਕ ਹੋਰ ਮਸਲੇ ਨੂੰ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਤੇ ਸਾਡੇ ਵਿਹੜੇ ਦੇ ਵਿੱਚ ਮਹਿਮਾਨ ਆਏ ਨੇ। ਬਿਲਕੁਲ ਹਰਮਨ ਜੀ, ਅਸੀਂ ਪਿਛਲੇ ਦਿਨੀ ਕਰਤਾਰ ਰਮਲਾ ਹੋਰਾਂ ਦੇ ਨਾਲ, ਜਿਹੜੇ ਕਿ ਇਸ ਦੁਨੀਆ ਦੇ ਉੱਤੇ ਨਹੀਂ ਜੀ, ਉਹਨਾਂ ਦੇ ਨਾਲ ਗਾਉਣ ਵਾਲੀ ਕੁੜੀ ਹੈ ਜਿਹੜੀ ਨਵਜੋਤ ਰਾਣੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ। ਨਵਜੋਤ ਰਾਣੀ ਹੋਰਾਂ ਨੇ ਫੋਨ ਕਰਕੇ ਗੱਲ ਕਹੀ ਸੀ ਕਿ ਅਸੀਂ ਆਪਣਾ ਪੱਖ ਰੱਖਣਾ ਜੀ। ਉਸ ਮੁਲਾਕਾਤ ਨੂੰ ਦੇਖ ਕੇ, ਉਸ ਇੰਟਰਵਿਊ ਨੂੰ ਦੇਖ ਕੇ ਕਰਤਾਰ ਰਮਲਾ ਹੋਰਾਂ ਦੀ ਜਿਹੜੀ ਧੀ ਆ, ਉਹਨਾਂ ਦਾ ਨਾਮ ਹੈਗਾ ਮੈਂਡੀ ਸੰਧੂ, ਉਹ ਸਾਡੇ ਸਟੂਡੀਓ ਦੇ ਵਿੱਚ ਆਏ ਆ। ਉਹ ਕਹਿੰਦੇ ਵੀ ਅਸੀਂ ਵੀ ਆਪਣਾ ਪੱਖ ਰੱਖਣਾ ਜੀ। ਵੈਸੇ ਤਾਂ ਇਹ ਗੱਲ ਸਾਨੂੰ ਬਹੁਤ ਚੰਗੀ ਲੱਗਦੀ ਜੇਕਰ ਅੱਜ ਵੀ ਕਰਤਾਰ ਰਮਲਾ ਸਾਹਿਬ ਜਿਉਂਦੇ ਹੁੰਦੇ, ਬਿਲਕੁਲ, ਕਿਉਂਕਿ ਉਹਨਾਂ ਨੂੰ ਅਸੀਂ ਨਿੱਜੀ ਤੌਰ ਦੇ ਉੱਤੇ ਜਾਣਦੇ ਸੀ, ਨੇੜਿਓਂ ਜਾਣਦੇ ਸੀ। ਉਹ ਵੀ ਫਰੀਦਕੋਟ ਦੇ ਆ, ਮੈਂ ਵੀ ਫਰੀਦਕੋਟ ਦਾ, ਇਸ ਕਰਕੇ ਸਾਡੀ ਸਾਂਝ ਸੀ। ਪਰ ਜਿਸ ਤਰੀਕੇ ਦੇ ਨਾਲ ਜੋ ਕੁਝ ਵਾਪਰਿਆ ਇਸ ਤਾਲਾਬੰਦੀ ਦੇ ਵਿੱਚ, ਜਦੋਂ ਆਪਾਂ ਨਿਊਜ਼ੀਲੈਂਡ ਗਏ ਸੀ, ਉਹ ਬਹੁਤ ਮਾੜਾ ਹੋਇਆ। ਕੋਈ ਵੀ ਬੰਦਾ ਜਹਾਨ ਤੋਂ ਨਾ ਜਾਵੇ, ਮੈਂ ਹਮੇਸ਼ਾ ਇਸ ਗੱਲ ਦੀ ਕਾਮਨਾ ਕਰਦਾ। ਆਪਾਂ ਹਮੇਸ਼ਾ ਇੱਥੇ ਬੈਠ ਕੇ ਗੱਲ ਕਰਦੇ ਆ, ਸਾਡੀ ਕੋਈ ਇੱਛਾ ਨਹੀਂ ਕਿ ਕਿਸੇ ਦੀ ਪਰਿਵਾਰਕ ਜ਼ਿੰਦਗੀ ਨੂੰ ਫਰੋਲੀਏ। ਅਸੀਂ ਇੱਥੇ ਬੈਠ ਕੇ ਬਿਲਕੁਲ ਇਸ ਗੱਲ ਦਾ ਸਵਾਦ ਨਹੀਂ ਲੈਣਾ ਚਾਹੁੰਦੇ ਵੀ ਭਾਈ ਕੋਈ ਨਿੱਜੀ ਜ਼ਿੰਦਗੀ ਦੇ ਵਿੱਚ ਕਿਵੇਂ ਸੀ, ਕਿਹਦੇ ਨਾਲ ਰਹਿੰਦਾ ਸੀ, ਕੀ ਕਰਦਾ ਸੀ, ਕਿਉਂ ਨਹੀਂ ਸੀ ਕਰਦਾ। ਅਸੀਂ ਸਿਰਫ ਗਾਇਕੀ ਦੇ ਨਾਲ ਜੁੜੀ ਜਾਂ ਸੰਬੰਧਿਤ ਕਲਾ ਦੇ ਨਾਲ ਜੁੜੀ ਹੋਈ ਗੱਲ ਹਮੇਸ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਕੋਈ ਮਾਮਲਾ ਪੇਚੀਦਾ ਹੋ ਜਾਂਦਾ, ਗੁੰਝਲਦਾਰ ਹੋ ਜਾਂਦਾ, ਉਸ ਤੋਂ ਬਾਅਦ ਸੰਬੰਧਿਤ ਪਰਿਵਾਰ ਜਾਂ ਸੰਬੰਧਿਤ ਵਿਅਕਤੀ ਸਾਹਮਣੇ ਆ ਕੇ ਜਿਹੜੇ ਵਿਚਾਰ ਪ੍ਰਗਟ ਕਰਨ, ਉਹਨਾਂ ਨੂੰ ਹੂਬਹੂ ਦਰਸ਼ਕਾਂ ਦੀ ਕਚਹਿਰੀ 'ਚ ਪੇਸ਼ ਕਰਨਾ ਸਾਡਾ ਫਰਜ਼ ਬਣ ਜਾਂਦਾ। ਬਿਲਕੁਲ ਸਹੀ। ਸੋ ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਅਸੀਂ ਫਿਰ ਤੋਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਮੈਂਡੀ ਸੰਧੂ ਜੀ ਸਾਡੇ ਨਾਲ ਨੇ ਤੇ ਉਹ ਆਪਣੇ ਵਿਚਾਰ ਜਿਹੜੇ ਨੇ ਉਹ ਪੇਸ਼ ਕਰਨਾ ਚਾਹੁੰਦੇ ਨੇ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੈਂਡੀ ਜੀ, ਤੁਹਾਡਾ ਅਸੀਂ ਸਵਾਗਤ ਕਰਦੇ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਸਵਰਨ ਟਾਣਾ ਜੀ ਔਰ ਹਰਮਨ ਥਿੰਦ ਜੀ। ਚੱਜ ਦਾ ਵਿਚਾਰ ਦੇਖ ਰਹੇ ਸਾਰੇ ਸਰੋਤਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ। ਤੇ ਮੈਂ ਚਾਹੁੰਦੀ ਹਾਂ ਪ੍ਰਾਈਮ ਏਸ਼ੀਆ ਚੈਨਲ ਦੇ ਥਰੂ ਸਭ ਨੂੰ ਸੱਚਾਈ ਦਾ ਪਤਾ ਲੱਗੇ। ਮੈਂ ਇਸ ਕਰਕੇ ਸਟੂਡੀਓ ਵਿੱਚ ਮੌਜੂਦ ਹਾਂ। ਮੈਂ ਧੰਨਵਾਦ ਕਰਦੀ ਹਾਂ, ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ, ਮੈਨੂੰ ਮੇਰੀ ਸੱਚਾਈ ਪੇਸ਼ ਕਰਨ ਦਾ ਮੌਕਾ ਦਿੱਤਾ। ਮੈਂਡੀ ਜੀ, ਗੱਲ ਬੜੀ ਸਾਫ਼ ਤੇ ਸਪਸ਼ਟ ਹੈ। ਸਵਾਲ ਸਾਡੀ ਮਰਜ਼ੀ ਦੇ, ਉੱਤਰ ਤੁਹਾਡੀ ਮਰਜ਼ੀ ਦੇ, ਤੇ ਕੋਈ ਵੀ ਇਹਦੇ ਵਿੱਚ ਲੁਕੋ ਨਹੀਂ ਹੋਣਾ ਚਾਹੀਦਾ ਤੇ ਗੱਲ ਬੜੀ ਸਪਸ਼ਟ ਹੋਊਗੀ। ਤੇ ਜੇ ਕੋਈ ਤਿੱਖਾ ਸਵਾਲ ਲੱਗੇ ਉਹਦੇ ਲਈ ਮਾਫੀ, ਕਿਉਂਕਿ ਸਾਡਾ ਇਹ ਕੰਮ ਆ। ਪਹਿਲੀ ਗੱਲ ਇਹ ਹੈ ਵੀ ਹੁਣ ਜਦੋਂ ਤੁਹਾਡੇ ਪਿਤਾ ਜੀ ਇਸ ਦੁਨੀਆ ਦੇ ਉੱਤੇ ਨਹੀਂ, ਪਿਤਾ ਜੀ ਤੁਹਾਡੇ ਨਾਲ ਨਹੀਂ ਸੀ ਰਹਿੰਦੇ, ਉਹਦੇ ਵੱਖੋ ਵੱਖਰੇ ਕਾਰਨ ਹੋਣਗੇ, ਇਹ ਤੁਸੀਂ ਜਾਣਦੇ ਹੋ, ਸਾਡੀ ਕੋਈ ਇੱਛਾ ਵੀ ਨਹੀਂ। ਪਰ ਜਦੋਂ ਉਹ ਪਿਛਲੇ 8-9 ਸਾਲ ਤੋਂ ਤੁਹਾਡੇ ਪਰਿਵਾਰ ਦੇ ਨਾਲ ਨਹੀਂ ਰਹਿੰਦੇ, ਉਹਨਾਂ 8-9 ਸਾਲਾਂ ਦੇ ਵਿੱਚ ਕੀ ਤੁਸੀਂ ਜਾਂ ਤੁਹਾਡੇ ਮਾਤਾ ਜੀ ਨੇ ਰਮਲਾ ਸਾਹਿਬ ਦੇ ਨਾਲ ਸੰਪਰਕ ਕੀਤਾ? ਕੀ ਕਦੇ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਆਓ ਆਪਾਂ ਇਕੱਠੇ ਹੁੰਨੇ ਆ? ਸਭ ਤੋਂ ਪਹਿਲਾਂ ਸਰ ਮੈਂ ਸਭ ਨੂੰ ਤੇ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਮਾਤਾ ਪਿਤਾ ਦਾ ਲੀਗਲੀ ਡਿਵੋਰਸ ਨਹੀਂ ਹੋਇਆ। ਕੰਧਾਂ ਲੱਗ ਹੋ ਸਕਦੀਆਂ ਨੇ, ਛੱਤਾਂ ਲੱਗ ਹੋ ਸਕਦੀਆਂ ਨੇ, ਲੇਕਿਨ ਦਿਲ ਦੀ ਦੂਰੀ ਨਹੀਂ ਹੁੰਦੀ। ਮੈਂ ਇਹ ਤੁਸੀਂ ਸਵਾਲ ਪੁੱਛਣ ਲਈ ਮੈਂ ਤੁਹਾਡਾ ਧੰਨਵਾਦ ਤਾਂ ਕਰਦੀ ਹਾਂ। ਲੋਕਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ, ਲੋਕਾਂ ਦੀ ਜ਼ਹਿਨੀਅਤ ਬੜੀ ਕਮਜ਼ੋਰ ਹੈ,
ਬੜੀ ਛੋਟੀ ਹੈ, ਉਹ ਇਹ ਸੋਚਦੇ ਨੇ ਕਿ 6-7 ਸਾਲ ਜੇ ਤੁਸੀਂ ਨਾਲ ਨਹੀਂ ਰਹੇ ਤਾਂ ਤੁਹਾਡੇ ਕੋਲ ਪਿਓ ਦਾ ਨਾਮ ਵੀ ਖੋਲਿਆ ਜਾਊਗਾ ਤੇ ਪਿਓ ਦੇ ਸਾਰੇ ਹੱਕ ਵੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਕਿਹੜੇ ਗ੍ਰੰਥ, ਕਿਹੜੇ ਲੀਗਲ ਲਾਅ 'ਚ ਲਿਖਿਆ ਹੈ ਵੀ ਜੇ ਬੱਚਾ ਆਪਣੇ ਮਾਪਿਓ ਨਾਲ ਨਹੀਂ ਰਹਿ ਰਿਹਾ ਤਾਂ ਕੱਲ ਨੂੰ ਅਗਰ ਪਿਓ ਮਰ ਜਾਂਦਾ, ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹਦਾ ਕਤਲ ਹੋ ਜਾਂਦਾ ਜਾਂ ਉਹ ਕਿਤੇ ਮਾਰਿਆ ਜਾਂਦਾ ਤੇ ਕੁੜੀ ਕੋਲੇ ਹੱਕ ਮੁੱਕ ਜਾਂਦੇ ਨੇ? ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਨਹੀਂ, ਇਹ ਗੱਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਵੀ ਇਹਦਾ ਹੱਕ ਨਹੀਂ ਮੁੱਕਦੇ, ਪਰ ਬਤੌਰ ਇਨਸਾਨ ਇੱਕ ਹੋਰ ਵੀ ਸਵਾਲ ਤੇ ਇੱਕ ਹੋਰ ਫਰਜ਼ ਬਣਦਾ ਕਿ ਆਪਾਂ ਜਿਉਂਦੇ ਜੀ ਮਾਪਿਆਂ ਦੀ ਸੇਵਾ ਕਰੀਏ, ਹਾਂਜੀ, ਆਪਾਂ ਆਪਦੇ ਪਿਓ ਦੀ ਸੰਭਾਲ ਕਰੀਏ। ਜੇਕਰ ਸਾਡਾ ਪਿਓ ਕਿਸੇ ਵੀ ਕਾਰਨ ਦੇ ਕਰਕੇ ਕੋਈ ਗਲਤੀ ਵੀ ਕਰਦਾ, ਅਸੀਂ ਔਲਾਦ ਆ, ਉਹਦਾ ਖੂਨ ਆ, ਉਹਨਾਂ ਦੇ ਅੰਸ਼ ਦੇ ਵੰਸ਼ ਦੇ ਵਿੱਚੋਂ ਆ, ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਈਏ। ਮੇਰਾ ਸਵਾਲ ਇਹ ਆ ਵੀ ਕੀ ਤੁਸੀਂ ਉਹਨਾਂ ਦੇ ਔਖੇ ਵੇਲੇ ਦੇ ਵਿੱਚ ਕਦੇ ਕੰਮ ਆਏ? ਸਰ ਕਿਹੜੀ ਘੜੀ ਹੈ ਜਦੋਂ ਮੈਂ ਆਪਣੇ ਪਿਓ ਦੇ ਨਾਲ ਨਹੀਂ ਰਹੀ ਜਾਂ ਇਨ ਟੱਚ ਨਹੀਂ ਸੀ? ਇਹ ਤਾਂ ਇੱਕ ਭਰਮ ਹੈ ਤੇ ਇੱਕ ਫਲਾਈ ਹੋਈ, ਇੱਕ ਕਹਿੰਦੇ ਨਾ ਸਟੇਟਮੈਂਟ ਹੈ ਕਿ ਲੋਕਾਂ ਦੇ ਮਨ 'ਚ ਇਹ ਗੱਲ ਬਿਠਾ ਦਿਓ ਕਿ ਪੁੱਛਦੇ ਨਹੀਂ ਸੀ। ਮੈਂ ਵਾਰ-ਵਾਰ ਇਹੀ ਗੱਲ ਕਹਿੰਦੀ ਹਾਂ ਕਿ ਮੇਰੇ ਪਾਪਾ ਦੀ ਕਾਲ ਡਿਟੇਲ ਜਦੋਂ ਚੈੱਕ ਹੋਊਗੀ ਤੁਹਾਨੂੰ ਪਤਾ ਲੱਗ ਜਾਊਗਾ ਅਸੀਂ ਕਿੰਨੇ ਕਰੀਬੀ ਸੀ। ਸਰ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਮੇਰੇ ਪਾਪਾ ਕਿੱਥੇ ਕਿੱਥੇ ਰਹਿ ਕੇ ਆਏ ਨੇ। ਮਾਨਕ ਸਾਹਿਬ ਦੇ ਘਰ ਦੇ ਸਾਹਮਣੇ ਮੇਰੇ ਫਾਦਰ ਸਾਹਿਬ ਕਿਰਾਏ ਤੇ ਰਹਿ ਕੇ ਆਏ ਨੇ, ਉਦੋਂ ਮਨਜੀਤ ਮਾਨ ਜੀ ਨਾਲ ਗਾਉਂਦੇ ਸੀ। ਮਨਜੀਤ ਮਾਨ ਜੀ ਦੇ ਇੱਕ ਤਰ੍ਹਾਂ ਮੈਂ ਹੱਥਾਂ 'ਚੋਂ ਪਲੀ ਹਾਂ। ਤੇਜਵੀਰ ਰਾਜੂ ਜੀ ਨਾਲ ਮੇਰੇ ਫਾਦਰ ਗਾ ਰਹੇ ਸੀ, ਉੱਥੇ ਮੇਰੇ ਫਾਦਰ ਸਾਹਿਬ ਦਾ ਇੱਕ ਐਸਾ ਐਕਸੀਡੈਂਟ ਹੋਇਆ ਕਿ ਨਾਲ ਦੇ ਬੈਂਜੋ ਮਾਸਟਰ ਦੀ ਡੈਥ ਹੋ ਗਈ। ਮੈਂ ਉਦੋਂ ਵੀ ਆਪਣੇ ਪਾਪਾ ਕੋਲ ਸੀ, ਮੈਂ ਗਈ ਹਾਂ, ਮੈਂ ਪੁੱਛਿਆ। ਮੇਰੇ ਫਾਦਰ ਜਦੋਂ ਕਿਸੇ ਔਕੜ ਮੁਸੀਬਤ 'ਚ ਆਏ ਆ, ਮੈਂ ਹਰਦਮ ਉਹਨਾਂ ਦੇ ਨਾਲ ਰਹੀ ਹਾਂ। ਮੈਂ ਆਪਣੇ ਪਾਪਾ ਨੂੰ ਲੀਗਲ ਐਡਵਾਈਸ ਕਰਦੀ ਰਹੀ ਹਾਂ। ਹਾਲੇ ਮੈਂ ਇੰਨੀ ਵਧੀਆ ਲਾਅ ਸਟੂਡੈਂਟ ਨਹੀਂ ਹਾਂ, ਜਿੰਨੇ ਵੀ ਲਾਅ ਮੈਂ ਪੜ੍ਹਿਆ, ਜਿੰਨਾ ਕਿ ਲੀਗਲ ਨੌਲੇਜ ਮੈਂ ਰੱਖਦੀ ਹਾਂ, ਮੈਂ ਆਪਣੇ ਫਾਦਰ ਨੂੰ ਚੱਪੇ ਪੈਰ ਤੇ ਲਾਅ ਦੀ ਨੌਲੇਜ ਦੇ ਰਹੀ ਸੀ, ਲੀਗਲ ਐਡਵਾਈਸ ਕਰਦੀ ਸੀ। ਮੇਰੇ ਪਾਪਾ ਦੇਵ ਥਰੀਕਿਆ ਜਿਹਨੂੰ ਇੱਕ ਨੈਕਸੀ ਵੇਚ ਕੇ ਆਏ ਨੇ ਜੀ, ਮੈਂ ਉੱਥੇ ਵੀ ਆਪਣੇ ਪਾਪਾ ਕੋਲ ਰਹਿ ਕੇ ਆਈ ਹਾਂ। ਮੇਰੇ ਫਾਦਰ ਸਾਹਿਬ ਬਠਿੰਡਾ ਸ਼ਿਫਟ ਹੋਏ ਗੁਰੂ ਗੋਬਿੰਦ ਸਿੰਘ ਨਗਰ, ਮੈਂ ਉੱਥੇ ਵੀ ਰਹਿ ਕੇ ਆਈ ਹਾਂ। ਮੈਨੂੰ ਹੁਣ ਲੋਕੀ ਦੱਸ ਸਕਦੇ ਨੇ ਇਹ ਕਿੱਥੋਂ ਇਹ ਸਵਾਲ ਉੱਠਦਾ ਕਿ ਤੁਸੀਂ ਆਪਣੇ ਪਾਪਾ ਨੂੰ ਕਦੇ ਪੁੱਛਿਆ ਨਹੀਂ? ਮੈਂ ਆਪਣੇ ਪਾਪਾ ਤੋਂ ਕਦੇ ਦੂਰ ਨਹੀਂ ਹੋਈ ਸਰ, ਨੌ ਨਾਲੋਂ ਮਾਸ ਨਹੀਂ ਵੱਖ ਹੁੰਦਾ। ਮੈਂ ਇਹ ਪੁੱਛਣਾ ਚਾਹੁੰਦੀ, ਧੀ ਦੇ ਦੂਰ ਰਹਿਣ ਨਾਲ ਨਾ ਤਾਂ ਉਹਦੇ ਹੱਕ ਖਤਮ ਹੁੰਦੇ ਨੇ। ਜੇ ਮੈਂ ਅੱਜ ਵਿਆਹੀ ਹੁੰਦੀ ਕੈਨੇਡਾ, ਅਮਰੀਕਾ, PR ਹੁੰਦੀ, ਤੇ ਜੇ ਮੈਂ ਦੂਰ ਰਹਿ ਕੇ ਆਪਣੇ ਪਾਪਾ ਦੇ ਹੱਕ ਲਈ ਲੜਨ ਨਹੀਂ ਹੁੰਦੀ ਕਿ ਮੈਨੂੰ ਲੋਕੀ ਇਹ ਕਹਿ ਦਿੰਦੇ ਤੂੰ 6 ਸਾਲ ਦੀ ਵਿਆਹੀ ਆ, ਤੇਰੇ ਕੋਲੇ ਹੱਕ ਮੁੱਕ ਗਏ। ਮੈਂ ਆਪਣੇ ਪਾਪਾ ਤੋਂ ਕਦੇ ਦੂਰ ਨਹੀਂ ਹੋਈ। ਨਹੀਂ, ਪਰ ਸਵਾਲ ਇੱਕ ਇਹਦੇ ਵਿੱਚੋਂ ਹੋਰ ਵੀ ਪੈਦਾ ਹੁੰਦਾ ਬਈ ਚਲੋ ਵੱਖੋ ਵੱਖਰੇ ਕਾਰਨ ਹੋਣਗੇ ਜਿਹਦੇ ਕਰਕੇ ਬੰਦਾ ਕਿਸੇ ਹੋਰ ਦੇ ਨਾਲ ਰਹਿਣ ਲੱਗ ਪੈਂਦਾ। ਉਹ ਭਾਵੇਂ ਕਾਰੋਬਾਰੀ ਸਾਂਝ ਹੋਵੇ ਤੇ ਭਾਵੇਂ ਮੁਹੱਬਤੀ ਸਾਂਝ ਹੋਵੇ, ਇਹ ਬੰਦੇ ਦਾ ਨਿੱਜੀ ਮਾਮਲਾ ਹੈ। ਪਰ ਦੂਜੀ ਗੱਲ ਇਹ ਹੈਗੀ ਆ ਵੀ ਜੋ ਪਿਛਲੇ 2, 3, 4 ਸਾਲਾਂ ਤੋਂ ਤੁਸੀਂ ਕਦੇ ਇਹ ਗੱਲ ਕਹੀ ਸੀ ਆਪਣੇ ਪਿਤਾ ਜੀ ਨੂੰ ਕਿ ਰਮਲਾ ਡੈਡੀ ਵੀ ਆਓ ਤੁਸੀਂ ਹੁਣ ਸਾਡੇ ਨਾਲ ਰਹੋ, ਜਾਂ ਅਸੀਂ ਤੁਹਾਡੇ ਕੋਲੇ ਰਹਿੰਦੇ ਆ, ਜੋ ਅਤੀਤ ਦੇ ਵਿੱਚ ਹੋ ਗਿਆ ਉਹਦੇ ਉੱਤੇ ਕਾਂਟਾ ਫੇਰਦੇ ਆ, ਮੰਮੀ ਗਲਤ ਆ ਜਾਂ ਤੁਸੀਂ ਗਲਤ ਹੋ, ਮੈਂ ਗਲਤ ਆ ਜਾਂ ਤੁਸੀਂ ਗਲਤ ਹੋ, ਆਓ ਸਾਰੀਆਂ ਗੱਲਾਂ ਮੁਕਾ ਕੇ ਆਪਾਂ ਇਕੱਠੇ ਹੋ ਗਏ ਇੱਕ ਛੱਤ ਦੇ ਥੱਲੇ? ਇਸੇ ਕਾਰਨ ਕਰਕੇ ਤਾਂ ਮੇਰੇ ਪਿਤਾ ਦਾ ਕਤਲ ਹੋ ਗਿਆ, ਕਿਉਂਕਿ ਮੇਰੇ ਪਿਤਾ ਦੀਆਂ ਰਿਕਾਰਡਿੰਗਸ ਰਾਣੀ ਆਂਟੀ ਨੂੰ ਬਹੁਤ ਜ਼ਿਆਦਾ ਆਦਤ ਹੈ ਉਹਨਾਂ ਦੇ ਫੋਨ ਨੂੰ ਟੈਪ ਕਰਨਾ। ਟੱਚ ਫੋਨ ਚਲਾਉਣਾ ਮੇਰੇ ਪਾਪਾ ਨੂੰ ਨਹੀਂ ਸੀ ਆਉਂਦਾ, ਕਿਉਂਕਿ ਉਹ ਖੁਦ ਮੰਨਦੇ ਨੇ ਵਿਚਾਰੇ ਅਨਪੜ੍ਹ ਸੀ। ਪਰ ਮੇਰੇ ਫਾਦਰ ਦੀ ਜਿਹੜੀ ਐਕਚੁਅਲੀ ਐਜੂਕੇਸ਼ਨ ਹੈ ਬਹੁਤ ਜ਼ਿਆਦਾ। ਕਿਉਂ? ਕਿਉਂਕਿ ਉਹ ਇੱਕ ਏਡੇ ਵੱਡੇ ਫਨਕਾਰ ਨੇ ਲੋਹਾ ਮਨਾਇਆ, ਕਿਆ ਵਧੀਆ ਕਲਮ ਦੇ ਉਹ ਮਾਲਿਕ ਸੀ, ਉਹ ਲਿਖਦੇ ਸੀ। ਮੇਰੇ ਫਾਦਰ ਦੀਆਂ ਨਜ਼ਦੀਕੀਆਂ ਮੇਰੀ ਮਦਰ ਨਾਲ ਬਹੁਤ ਜ਼ਿਆਦਾ ਸੀ। they were just like a friend। ਮੈਂ ਤੁਹਾਨੂੰ ਕਿਹਾ ਉਹਨਾਂ ਦਾ ਕਦੇ ਵੀ ਸੈਪਰੇਸ਼ਨ ਹੋ ਸਕਦੀ ਹੈ, ਡਿਵੋਰਸ ਨਹੀਂ ਹੋਇਆ। ਉਹਨਾਂ ਨੂੰ ਜਦੋਂ ਲੱਗਿਆ, ਮੈਂ ਇਹਦਾ ਪ੍ਰੂਫ ਵੀ ਤੁਹਾਨੂੰ ਦਿਖਾ ਸਕਦੀ ਹਾਂ, ਮੇਰੀ ਸਗੀ ਭਾਬੀ ਉਹ ਖੁਦ ਕਹਿੰਦੇ ਨੇ, ਕਹਿੰਦੇ ਰਾਣੀ ਨੇ ਆ ਕੇ ਕਿਹਾ ਕਿ ਪਰਮ ਦੇ ਨੇੜੇ ਜਾ ਰਿਹਾ, ਜੋ ਮੇਰੀ ਬਰਦਾਸ਼ਤ ਤੋਂ ਬਾਹਰ ਹੈ। ਉਹਨਾਂ ਨੇ ਸਾਡੇ ਕੋਲ ਆਉਣਾ ਸੀ, ਸਾਨੂੰ ਕਈ ਵਾਰ ਕਹਿ ਚੁੱਕੇ ਆ, ਅਸੀਂ ਕਈ ਵਾਰ ਖੁੱਲੀਆਂ ਬਾਵਾਂ ਨਾਲ ਉਹਨਾਂ ਦਾ ਸਵਾਗਤ ਕਰ ਚੁੱਕੇ ਆ। ਆਉਣ ਤੋਂ ਪਹਿਲਾਂ ਹੀ ਰਿਕਾਰਡਿੰਗ ਸੁਣ ਕੇ ਜਾਂ ਕਿਸੇ ਕਾਰਨਵਸ਼ ਰਾਣੀ ਜੀ ਉਹਨਾਂ ਨੂੰ ਸਾਡੇ ਤੋਂ ਦੂਰ ਹੀ ਕਰਦੇ ਰਹੇ ਆ। ਇਹ ਮੈਂ ਕੁਐਸਚਨ ਉਹਨਾਂ ਲਈ ਵੀ ਪੁੱਛਣਾ ਚਾਹੁੰਦੀ ਹਾਂ। ਪਰ ਇੱਥੇ ਮੈਂ ਇੱਕ ਧੀ ਹੋਣ ਦੇ ਨਾਤੇ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਮੈਂ ਵੀ ਕਿਸੇ ਦੀ ਧੀ ਆ ਤੇ ਤੁਸੀਂ ਵੀ ਆਪਣੇ ਫਾਦਰ ਦੀ ਬੇਟੀ ਹੋ। ਪਰ ਤੁਸੀਂ ਅੱਜ ਕਹਿੰਦੇ ਹੋ ਵੀ ਤੁਸੀਂ ਹੱਕ ਦੇ ਲਈ ਲੜਨਾ ਚਾਹੁੰਦੇ ਸੀ, ਜੇ ਤੁਸੀਂ ਵਿਦੇਸ਼ ਵਿਆਹੇ ਹੁੰਦੇ ਤੁਸੀਂ ਜ਼ਰੂਰ ਆ ਕੇ ਹੱਕ ਦੇ ਲਈ ਲੜਦੇ। ਪਰ ਉਦੋਂ ਤੁਸੀਂ ਆਪਣੇ ਪਾਪਾ ਦੇ ਨਾਲ ਕਿਉਂ ਨਹੀਂ, ਮਤਲਬ ਉਸ ਵੇਲੇ ਕਿਉਂ ਨਹੀਂ ਹੱਕ ਦੇ ਲਈ ਲੜੇ ਰਾਣੀ ਹੋਰਾਂ ਦੇ ਨਾਲ ਕਿ ਨਹੀਂ ਤੁਹਾਡੀ ਜਿਹੜੀ ਹੈ ਇਹਨਾਂ ਦੇ ਉੱਪਰ ਕੋਈ ਹੱਕ ਨਹੀਂ ਬਣਦਾ, ਅਸੀਂ ਆਪਣੇ ਬਾਪ ਨੂੰ ਆਪਣੇ ਕੋਲ ਰੱਖਾਂਗੇ, ਸਾਡੇ ਪਰਿਵਾਰ ਦੇ ਵਿੱਚ ਰਹਿਣਗੇ, ਤੁਸੀਂ ਚਾਹੇ ਫੋਨ ਟੈਪ ਕਰੋ ਚਾਹੇ ਜੋ ਮਰਜ਼ੀ ਕਰੋ, ਇਹ ਸਾਡੇ ਨੇ? ਮੈਮ ਅਸੀਂ ਉਹਨਾਂ ਨੂੰ ਕਈ ਵਾਰ ਆਪਣੇ ਕੋਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਉਹ ਟੈਪਿੰਗ ਕਰਦੇ ਸੀ। ਨਵਜੋਤ ਰਾਣੀ ਜੀ ਖੁਦ ਮੇਰੇ ਪਾਪਾ ਨਾਲ ਆ ਕੇ ਸਾਨੂੰ ਮਿਲ ਕੇ ਗਏ ਆ। ਉਹਨਾਂ ਨੂੰ ਕੁਝ ਸਾਡੇ ਘਰ ਦੀਆਂ ਨਜ਼ਦੀਕੀਆਂ ਤੋਂ ਪ੍ਰੋਬਲਮ ਹੋਣ ਲੱਗ ਗਈ ਸੀ। ਅਕਸਰ ਅਸੀਂ ਉਹਨਾਂ ਦੀ ਬਲੌਕ ਲਿਸਟ 'ਚ ਹੀ ਰਹੇ ਆ। ਜਦੋਂ ਅਸੀਂ ਆਪਣੇ ਪਾਪਾ ਨੂੰ ਫੋਨ ਕਰਦੇ ਸੀ ਸਾਡਾ ਨੰਬਰ ਨਹੀਂ ਸੀ ਲੱਗਦਾ, ਮੇਰੇ ਪਾਪਾ ਨੂੰ ਲੋਕਾਂ ਦੇ ਫੋਨ ਤੋਂ ਸਾਨੂੰ ਕਾਲ ਕਰਨਾ ਪੈ ਰਿਹਾ ਸੀ। ਇਹ ਉਹ ਚਾਹੁੰਦੇ ਹੀ ਨਹੀਂ ਸੀ, ਰਾਣੀ ਨਹੀਂ ਸੀ ਚਾਹੁੰਦੇ, ਅਸੀਂ ਚਾਹੁੰਦੇ ਸੀ ਪਾਪਾ ਸਾਡੇ ਕੋਲ ਆਉਣ। ਅਸੀਂ ਕਈ ਵਾਰ ਉਹਨਾਂ ਨਾਲ ਲੜੇ ਵੀ ਇਸ ਗੱਲ ਤੋਂ। ਮੇਰੇ ਬ੍ਰਦਰਸ ਦੀ ਕਈ ਵਾਰ ਫਾਈਟ ਹੋਈ, ਉਹਨਾਂ ਦੇ ਤਾਂ 3 ਘਰ ਨੇ, ਉਹ ਕਿਤੇ ਵੀ ਆ ਕੇ ਰਹਿ ਸਕਦੇ ਨੇ। ਜਦ ਕਿ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂਡੀ ਮੈਨੂੰ ਕਿਤੇ ਸੈਪਰੇਟ ਲੱਭ ਕੇ ਦਿਓ, ਮੈਂ ਹਲੇ ਤੁਹਾਡੇ ਵਿੱਚ ਕਿਸੇ 'ਚ ਕੰਫਰਟੇਬਲ ਨਹੀਂ, ਮੈਂ ਇੱਕ ਡਿਪਰੈਸ਼ਨ 'ਚੋਂ ਜਾ ਰਿਹਾ। ਮੇਰੇ ਕੋਲੇ ਐਸੇ ਮੈਸੇजेस ਪਏ ਨੇ ਜਿਹੜੇ ਲੋਕ ਕਹਿ ਰਹੇ ਕਿ ਤੁਹਾਡੇ ਪਾਪਾ ਡਿਪਰੈਸ਼ਨ 'ਚ ਰਹਿੰਦੇ ਸੀ, ਰਾਣੀ ਦੇ ਹੁੰਦੇ ਵੀ ਉਹ ਡਿਪਰੈਸ਼ਨ 'ਚ ਜਾ ਰਹੇ ਸੀ। ਮੈਂ ਉਹਨਾਂ ਨਾਲ ਇੱਕ ਵਾਅਦਾ ਕਰ ਚੁੱਕੀ ਸੀ ਕਿ ਪਾਪਾ ਤੁਹਾਡੀ ਸੇਵਾ ਮੈਂ ਕਰਨੀ, ਮੈਂ ਤੁਹਾਡੀ ਧੀ ਨਹੀਂ, ਮੈਂ ਮੁੰਡਾ।
ਮੇਰੇ ਫਾਦਰ ਨਾਲ ਇੰਨੀ ਨਜ਼ਦੀਕੀ ਸੀ ਜੋ ਕਿ ਉਹਨਾਂ ਦੇ ਬਰਦਾਸ਼ਤ ਤੋਂ ਬਾਹਰ ਸੀ ਮੈਮ। ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਦੱਸਦਾ, ਸਾਡੇ ਦਰਸ਼ਕਾਂ ਨੂੰ ਵੀ ਨਹੀਂ ਪਤਾ, ਕਿਉਂਕਿ ਕਈ ਗੱਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ, ਤੇ ਜੇਕਰ ਅੱਜ ਆਪਾਂ ਗੱਲਬਾਤ ਨਾ ਕਰਦੇ ਤੇ ਇਹ ਮੇਰੇ ਤੱਕ ਹੀ ਗੱਲ ਰਹਿ ਜਾਣੀ ਸੀ, ਤੇ ਜਦੋਂ ਮੈਂ ਮਰ ਜਾਂਦਾ ਤੇ ਇਹ ਗੱਲ ਉਦੋਂ ਮੁੱਕਣੀ ਸੀ। 1.5 ਸਾਲ ਪਹਿਲਾਂ ਲਗਭਗ 1.5 ਸਾਲ ਹੋਇਆ ਹੋਣਾ, ਜਦੋਂ ਅਸੀਂ ਰਮਲਾ ਸਾਹਿਬ ਦੀ ਮੁਲਾਕਾਤ ਕੀਤੀ ਸੀ, ਇੱਥੇ ਬਿਠਾ ਕੇ ਨਾਲ ਨਵਜੋਤ ਰਾਣੀ ਹੋਰੀ ਵੀ ਸੀ। ਮੁਲਾਕਾਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਮਲਾ ਸਾਹਿਬ ਨੇ ਮੇਰੇ ਕੰਨ ਦੇ ਵਿੱਚ ਇੱਕ ਗੱਲ ਕਹੀ ਸੀ, ਜਿਹੜੀ ਮੈਂ ਪਹਿਲੀ ਵਾਰ ਮਾਫੀ ਚਾਹੁੰਦਾ ਨਸ਼ਰ ਕਰਨ ਲੱਗਾ। ਉਹ ਕਹਿੰਦੇ ਵੀ ਮੇਰੇ ਪਰਿਵਾਰ ਬਾਰੇ ਕੋਈ ਗੱਲ ਨਹੀਂ ਕਰਨੀ ਜੀ। ਮੈਂ ਕਿਹਾ ਜੀ ਤੁਸੀਂ ਬੇਫਿਕਰ ਰਹੋ, ਅਸੀਂ ਕਿਸੇ ਦੀ ਵੀ ਨਿੱਜੀ ਜ਼ਿੰਦਗੀ ਨੂੰ, ਉਹਦੇ ਪਰਿਵਾਰ ਦੀ ਜ਼ਿੰਦਗੀ ਨੂੰ ਫਰੋਲਣਾ ਨਹੀਂ ਚਾਹੁੰਦੇ। ਅਸੀਂ ਤੁਹਾਡੀ ਗਾਇਕੀ ਤੱਕ ਗੱਲ ਕਰਾਂਗੇ ਵੀ ਚੰਗਾ ਗਾਇਆ ਜਾਂ ਮਾੜਾ ਗਾਇਆ। ਫਿਰ ਉਹ ਤਾਂ ਇਹ ਚਾਹੁੰਦੇ ਸੀ ਵੀ ਤੁਹਾਡਾ ਜ਼ਿਕਰ ਹੀ ਨਾ ਹੋਵੇ, ਹੁਣ ਤੁਸੀਂ ਜ਼ਿਕਰ ਕਰਦੇ ਹੋ। ਸਰ ਉਹ ਕਹਿੰਦੇ ਨਾ ਬੁੱਲੇ ਸ਼ਾਹ ਜੀ ਦੀ ਇੱਕ ਬਹੁਤ ਵਧੀਆ ਕਾਫੀ ਹੈ, ਮੈਂ ਤੁਹਾਨੂੰ ਇਹ ਪੂਰਾ ਜਸਟੀਫਾਈ ਕਰਨਾ ਚਾਹੂੰਗੀ ਇਸ ਗੱਲ ਨੂੰ। ਕਹਿੰਦੇ ਨਾ ਕਿਸੇ ਨਾਲ ਯਾਰੀ ਨਾ ਲਾਈਓ ਚਾਹੇ ਲੱਖ ਚਿਹਰੇ ਤੇ ਨੂਰ ਹੋਵੇ, ਮਾਂ-ਬਾਪ ਨੂੰ ਮਾੜਾ ਨਾ ਕਹੀਓ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ। ਉਹਨਾਂ ਦੀ ਪਰਸਨਲ ਪ੍ਰੋਬਲਮ ਹੈ ਕਿ ਉਹ ਨਹੀਂ ਲੈਣਾ ਚਾਹੁੰਦੇ, ਆਪਣੇ ਪਾਰਿਵਾਰਿਕ ਮੁੱਦੇ ਨੂੰ ਪਬਲਿਕਲੀ ਨਹੀਂ ਸ਼ੇਅਰ ਕਰਨਾ ਚਾਹੁੰਦੇ। ਬਟ ਉਹਨਾਂ ਨੇ ਹਾਲ ਹੀ ਇੱਕ ਇੰਟਰਵਿਊ 'ਚ ਕਬੂਲ ਵੀ ਤਾਂ ਕੀਤਾ ਨਾ, ਮੇਰੀਆਂ ਜੈਂਟਲੀ ਡਾਟਰਸ ਨੇ। ਉਹਨਾਂ ਨੇ ਕਿਹਾ ਮੇਰੀਆਂ 2 ਬਹੁਤ ਅੱਛੀਆਂ, ਸੈਂਡੀ ਸੰਧੂ ਕਹਿ ਕੇ ਮੈਨੂੰ ਖੁਦ ਬੁਲਾਉਂਦੇ ਆ ਵੀ ਮੇਰੀਆਂ ਜੈਂਟਲ ਡਾਟਰਸ ਨੇ। ਉਹ ਉਹਨਾਂ ਦੀ ਮਰਜ਼ੀ ਤੇ ਮੌਲਾ। ਮੈਂ ਉਹਨਾਂ ਨੂੰ ਇੱਕ ਫੱਕਰ ਦਾ ਦਰਜਾ ਦਿੰਨੀ ਆ ਕਿ ਉਹਨਾਂ ਨੂੰ ਨਹੀਂ ਪਤਾ ਕਿੱਥੇ ਮੈਂ ਕੀ ਬੋਲਣਾ। ਕਈ ਵਾਰ ਉਹ ਕੀ ਕਹਿੰਦੇ ਨੇ, ਤੁਹਾਨੂੰ ਕਹਿੰਦਾ ਪਾਰਿਵਾਰਿਕ ਮਸਲਾ ਨਹੀਂ ਛੇੜਨਾ। ਇੱਕ ਜਗ੍ਹਾ ਆਪਣੀ ਲਾਈਫ ਨੂੰ ਲੰਡਾ ਚੀੜਾ ਵੀ ਦੱਸਤਾ, ਉੱਥੇ ਮੁੰਡੇ ਬੇਦਖਲ ਨੇ ਉਹ ਵੀ ਦੱਸਤਾ, ਉੱਥੇ ਮੈਂ ਮੁੰਡਿਆਂ ਨਾਲ ਮੇਰੇ ਕੇਸ ਕਰਤੇ ਉਹ ਵੀ ਦੱਸਤਾ, ਮੇਰੀਆਂ ਜੈਂਟਲ ਧੀਆਂ ਮੈਨੂੰ ਕਦੇ ਤੰਗ ਨਹੀਂ ਕੀਤਾ ਉਹ ਵੀ ਦੱਸਦਾ। ਇਹ ਤਾਂ ਉਹਨਾਂ ਦੇ ਮੂਡ ਤੇ ਡਿਪੈਂਡ, ਸਿਚੁਏਸ਼ਨ ਕੀ ਹੈ। ਕਈ ਵਾਰ ਬੰਦਾ ਅੰਦਰੋਂ ਹੀ ਘਰੋਂ ਹੀ ਲੜ ਕੇ ਆ ਰਿਹਾ, ਉਹਨੇ ਕਹਿਣਾ ਵੀ ਮੇਰੇ ਤੋਂ ਆਹ ਗੱਲ ਨਹੀਂ ਪੁੱਛਣੀ। ਕਈ ਵਾਰ ਬੰਦਾ ਘਰੋਂ ਚੀਅਰਫੁਲ ਮਾਈਂਡ 'ਚ ਯਾਰ ਮੈਂ ਅੱਜ ਸਾਰਾ ਕੁਝ ਬਿਆਨ ਕਰੂੰਗਾ। ਇਹ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਹੁਣ ਕਈ ਲੋਕ ਟਿੱਪਣੀਆਂ ਇਹ ਕਰ ਰਹੇ ਆ, ਜਦੋਂ ਅਸੀਂ ਨਵਜੋਤ ਰਾਣੀ ਹੋਰਾਂ ਦੀ ਮੁਲਾਕਾਤ ਵੀ ਕੀਤੀ ਹੈ, ਉਹ ਕਹਿੰਦੇ ਵੀ ਹੁਣ ਤਾਂ ਜ਼ਮੀਨ ਹੜਪਣ ਦੀ ਗੱਲ ਆ ਜੀ, ਹੁਣ ਤਾਂ ਜਾਇਦਾਦ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ, ਹੁਣ ਤਾਂ ਪੈਸਿਆਂ ਦਾ ਰੌਲਾ। ਜਿਨ੍ਹਾਂ ਦੀ ਪਹਿਲਾਂ ਸੰਭਾਲ ਨਹੀਂ ਕੀਤੀ, ਕਦਰ ਨਹੀਂ ਕੀਤੀ, ਅੱਜ ਉਹ ਪਾਪਾ ਬਣ ਗਏ। ਲੋਕਾਂ ਦਾ ਕਹਿਣਾ, ਲੋਕਾਂ ਦੇ ਇੱਕ ਹਿੱਸੇ ਨੇ ਕਿਹਾ ਵੀ ਹੁਣ ਸਿਰਫ ਤੇ ਸਿਰਫ ਨਾ ਕੁਝ ਆ ਜੇ, ਉਹ ਸਾਡਾ ਅਧਿਕਾਰ ਆ। ਇਹ ਖੋਣ ਦੀ ਖਾਤਰ ਸਾਰਾ ਕੁਝ ਮੁੱਦਾ ਬਣਾਇਆ ਜਾ ਰਿਹਾ। ਕਹਿੰਦੇ ਨੇ ਜਿਵੇਂ ਬਹੁਤ ਵਧੀਆ ਕਾਫੀ ਹੈ ਕਹਿ ਲੋ, ਇੱਕ ਬਹੁਤ ਵਧੀਆ ਕਵਿਤਾ ਕਹਿ ਲੋ, ਐਸਾ ਕੋਈ ਨਾ ਡਿੱਠਾ ਮੈਂ ਢੂੰਡ ਥੱਕੀ ਜੋ ਗਿਆ ਨੂੰ ਮੋੜ ਲਿਆਉਂਦਾ ਏ। ਮੇਰੀ ਪ੍ਰਾਪਰਟੀ ਮੇਰੇ ਪੈਸੇ ਮੇਰੇ ਤੋਂ ਲੈ ਲਓ, ਮੈਨੂੰ ਮੇਰੇ ਪਾਪਾ ਮੋੜ ਦਿਓ ਜਾਂ ਕਿਤੋਂ ਲਿਆ ਦਿਓ। ਜੇ ਪ੍ਰਾਪਰਟੀ ਦਾ ਮਸਲਾ ਹੁੰਦਾ ਤਾਂ ਮੈਂ ਹੁਣ ਤੱਕ ਟੇਬਲ ਤੇ ਬਹਿ ਕੇ ਨਿਪਟਾ ਲਿਆ ਹੁੰਦਾ। ਇਹ ਮਸਲਾ ਉਹਨਾਂ ਦੀ ਮੌਤ ਦਾ, ਮੈਂ ਸੌਦਾ ਕਰਨ ਲਈ ਕੋਈ ਲੜਾਈ ਨਹੀਂ ਪਾਈ। ਮੈਨੂੰ ਮੇਰੇ ਪਿਤਾ ਦੀ ਕੋਈ ਪ੍ਰਾਪਰਟੀ ਦੀ ਲੋੜ ਨਹੀਂ, ਮੈਂ ਮੂੰਹ ਤੇ ਕਹਿ ਰਹੀ ਹਾਂ। ਮੈਨੂੰ ਕੀ ਦੇਣਾ ਤੁਸੀਂ? ਮੇਰੇ ਪਿਓ ਦੀ ਕਮਾਈ ਤੁਸੀਂ ਮੈਨੂੰ ਭੀਖ ਨਹੀਂ ਦੇ ਸਕਦੇ। ਮੈਨੂੰ ਜਿਉਂਦੇ ਜੇ ਦੇਣਾ ਹੁੰਦਾ ਤਾਂ ਉਹ ਦਿੰਦੇ, ਜੇ ਮੈਂ ਲੈਣਾ ਹੁੰਦਾ ਤਾਂ ਮੈਂ ਉਹਨਾਂ ਤੋਂ ਲੈਂਦੀ। ਮੈਂ ਰਾਣੀ ਤੋਂ ਕਿਉਂ ਲਵਾਂ? ਰਾਣੀ ਤਾਂ ਖੁਦ ਮੇਰੇ ਪਾਪਾ ਦੇ ਟੁਕੜਿਆਂ ਤੇ ਪਲ ਰਹੇ ਨੇ, ਉਹਨਾਂ ਨੇ ਤਾਂ ਖੁਦ ਮੇਰੇ ਪਾਪਾ ਦੀ ਰੋਟੀ ਖਾਧੀ ਹੈ। ਮੇਰੇ ਪਾਪਾ ਨੇ ਉਹਨਾਂ ਦੇ ਰੈਂਟ ਭਰੇ, ਮੇਰੇ ਪਾਪਾ ਨੇ ਉਹਨਾਂ ਦੇ ਬੱਚੇ ਸੈੱਟ ਕੀਤੇ, ਉਹਨਾਂ ਨੇ ਕਿਹਾ ਮੈਂ ਫੀਸਾਂ ਵੀ ਦਿੱਤੀਆਂ, ਮੈਂ ਉਹਨਾਂ ਨੂੰ ਕਾਰਾਂ ਵੀ ਲੈਤੀਆਂ। ਇੱਕ ਇੰਟਰਵਿਊ 'ਚ ਕਬੂਲ ਕਰਕੇ ਗਏ ਨੇ ਕਿ ਇਹਨਾਂ ਦੇ ਬੇਟਾ ਐਕਟਿਵਾ ਤੇ ਜਾਂਦਾ ਸੀ ਤੇ ਮੈਨੂੰ ਭੈੜਾ ਲੱਗਦਾ ਸੀ, ਮੈਂ i20 ਲੈਤੀ। ਸਮਝ ਲਓ ਮੇਰੀ ਗੱਲ। ਖਰਚਾ ਮੇਰੇ ਪਾਪਾ ਉਹਨਾਂ ਦਾ ਕਰ ਰਹੇ ਸੀ, ਜੇ ਲੈਣਾ ਹੁੰਦਾ ਤਾਂ ਮੇਰੇ ਤੇ ਵੀ ਕਰ ਦਿੰਦੇ, ਮੈਨੂੰ ਭੇਜਦੇ ਵੀ ਨੇ ਪਾਕਟ ਮਨੀ। ਮੈਂ ਇਹਨਾਂ ਤੋਂ ਕਿਉਂ ਲੈਣਾ? ਜੇ ਦੇਣਾ ਚਾਹੁੰਦੇ ਨੇ ਇਮਾਨਦਾਰੀ ਨਾਲ ਕਿਸੇ ਗਰੀਬ ਸੰਸਥਾ ਨੂੰ ਦਾਨ ਕਰਨ, ਵਿਰਧ ਆਸ਼ਰਮ ਨੂੰ ਦੇ ਦੇਣ। ਮੈਨੂੰ ਨਹੀਂ ਚਾਹੀਦਾ, ਮੈਨੂੰ ਹਿਸਾਬ ਚਾਹੀਦਾ ਮੇਰੇ ਫਾਦਰ ਨੂੰ ਮਾਰਿਆ ਕਿਉਂ? ਤੁਹਾਡਾ ਮਾੜਾ ਕੀ ਕਰ ਗਏ ਜਿਹੜਾ ਤੁਹਾਨੂੰ ਮਾਰਨ ਦੀ ਨੌਬਤ ਆ ਗਈ? ਤੁਹਾਡੀ ਕੋਈ ਇੱਛਾ ਹੈ ਕਿ ਕੋਈ ਪਲਾਟ, ਕੋਈ ਜਾਇਦਾਦ ਦਾ ਹਿੱਸਾ, ਕੋਈ ਘਰ ਜਾਂ ਕੋਈ ਪੈਸਾ ਟਕਾ ਤੁਹਾਨੂੰ ਮਿਲੇ? ਤੁਹਾਨੂੰ ਹਿੱਸਾ ਚਾਹੀਦਾ ਹੁਣ ਕਿ ਨਹੀਂ? ਬਿਲਕੁਲ ਨਹੀਂ ਚਾਹੀਦਾ। ਮੈਂ ਬਾਰ-ਬਾਰ ਚੀਕ ਕੇ ਮੀਡੀਆ ਤੇ ਕਹਿ ਰਹੀ ਹਾਂ, ਮੈਨੂੰ ਪ੍ਰਾਪਰਟੀ ਲਈ ਲੜਾਈ ਨਹੀਂ ਹੈ ਸਰ। ਪ੍ਰਾਪਰਟੀ ਲਈ ਲੜਾਈ ਹੁੰਦੀ ਤਾਂ ਕਦੋਂ ਦਾ ਕੋਰਟ 'ਚ ਕੇਸ ਲਾ ਕੇ ਮੈਂ ਹਿੱਸਾ ਲੈ ਲੈਂਦੀ। ਬਟ ਕੋਰਟ 'ਚ ਤਾਂ ਸਾਨੂੰ ਤਾਂ ਵੀ ਜਾਣਾ ਪੈਣਾ ਕਿ ਮਰਡਰ ਕਿਉਂ ਹੋਇਆ ਜੀ। that I have to go, that is my right। ਵਾਰ-ਵਾਰ ਇਹ ਗੱਲ ਕਹਿ ਰਹੇ ਹੋ ਮਰਡਰ ਹੋਇਆ, ਜਦ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਇੱਕ ਹਾਰਟ ਅਟੈਕ ਸੀ ਜਿਸ ਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ। ਤੁਸੀਂ ਕਿਹੜੇ ਬਿਹਾਫ ਦੇ ਉੱਪਰ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਦਾ ਕਤਲ ਹੋਇਆ? ਮੈਮ ਗੱਲ ਹੈ ਜੀ 18 ਤਰੀਕ ਨੂੰ ਮੇਰੇ ਫਾਦਰ ਦੀ ਮੌਤ ਹੁੰਦੀ ਹੈ। ਮੈਂ ਗੱਲ ਹਾਂਜੀ 18 ਮਾਰਚ 2020। 17 ਤੋਂ ਢਿੱਲੇ ਨੇ ਤਾਂ ਹੀ 18 ਨੂੰ ਮੌਤ ਹੋਏਗੀ ਨਾ। ਜੇ 17 ਨੂੰ ਫਿੱਟ ਨੇ, ਮੈਨੂੰ ਨਹੀਂ ਲੱਗਦਾ ਕੋਈ ਇੱਕਦਮ ਇੰਨਾ ਜ਼ਿਆਦਾ ਮੁਰਝਾ ਕੇ ਬਿਮਾਰ ਹੋ ਜਾਂਦਾ ਵੀ 18 ਨੂੰ ਅਟੈਕ ਹੀ ਆ ਗਿਆ। ਸਭ ਤੋਂ ਵੱਡੀ ਗਲਤੀ ਇਹਨਾਂ ਦੀ ਸਾਨੂੰ ਫੋਨ ਨਾ ਕਰਨਾ। ਤੁਸੀਂ ਇੰਨੇ ਪੜਦੇ ਕਿਸੇ ਦੀ ਮੌਤ ਤੇ ਨਹੀਂ ਪਾ ਸਕਦੇ। ਤੁਸੀਂ ਕੰਪਲੇਂਟ ਮੇਰੇ ਖਿਲਾਫ ਕਰਕੇ ਮੈਨੂੰ ਫਰੀਦਕੋਟ ਥਾਣੇ ਵੂਮਨ ਸੈੱਲ ਬੁਲਾ ਸਕਦੇ ਹੋ। ਮੇਰੇ ਪਾਪਾ ਦੀ ਬਿਮਾਰੀ ਬਾਰੇ ਨਹੀਂ ਦੱਸ ਕੇ ਬੁਲਾ ਸਕਦੇ ਸੀ। 2 ਘੰਟੇ ਦਾ ਰਾਹ ਮੈਂ ਥਾਣੇ ਜਾ ਸਕਦੀ ਹਾਂ। ਵੂਮਨ ਸੈੱਲ 5 ਵਾਰ ਗਈ ਹਾਂ, ਮੇਰੇ ਕੋਲ ਪ੍ਰੂਫ ਪਏ ਨੇ। ਮੈਂ DC ਆਫਿਸ ਗਈ ਹਾਂ। ਕੀ ਇਹ ਮੈਨੂੰ ਮੇਰੇ ਫਾਦਰ ਦੀ ਡੈਥ ਵੇਲੇ ਇਨਫੋਰਮ ਕਰਨਾ ਵੀ ਇਹਨਾਂ ਨੇ ਸਹੀ ਨਹੀਂ ਸਮਝੇ? ਇਹ ਮੈਨੂੰ ਬੁਲਾ ਸਕਦੇ ਸੀ, ਮੈਨੂੰ ਕਾਲ ਕਰ ਸਕਦੇ ਸੀ। 2 ਘੰਟੇ ਦਾ ਰਾਹ ਸੀ, ਮੈਂ ਆਪਣੇ ਪਾਪਾ ਨੂੰ ਪਿਕ ਕਰਕੇ ਕਿਤੇ ਵੀ ਅਪਰੋਚੇਬਲ ਹਸਪੀਟਲ 'ਚ ਵਧੀਆ ਇਲਾਜ ਆਪਣੇ ਹੱਥੀਂ ਕਰਾਉਂਦੀ। ਪਰ ਤੁਸੀਂ ਸੰਸਕਾਰ ਦੇ ਉੱਤੇ ਗਏ ਹੋ ਸਰ? ਉਹ ਤਾਂ ਅਸੀਂ ਅਗਲੇ ਦਿਨ ਗਏ ਆ, ਪਤਾ ਕਰਕੇ ਗਏ ਆ, ਪੁੱਛ ਕੇ ਗਏ ਆ। ਪਹਿਲੀ ਗੱਲ ਤਾਂ ਸਾਡੇ ਦੀ ਨਿਊਜ਼ ਹੀ ਬੜੀ ਫੇਕ ਸੀ, ਸਾਨੂੰ ਯਕੀਨ ਹੀ ਨਹੀਂ ਹੋਇਆ। ਕਿਉਂਕਿ ਮੈਂ ਆਪਣੇ ਪਾਪਾ ਨੂੰ ਕਿਵੇਂ ਐਕਸੈਪਟ ਕਰ ਲਾਂ ਕਿ ਮੇਰੇ ਫਾਦਰ ਹਲੇ ਕੱਲ ਗਾ ਰਹੇ ਨੇ, ਕੱਲ ਘਲ ਹੋ ਕੇ ਗਏ ਨੇ। ਮੇਰੇ ਨਾਲ ਕਿਸੇ ਦੇ ਫੋਨ ਤੋਂ ਗੱਲ ਕੀਤੀ ਹੈ, ਟਾਈਮ ਮਿਲਿਆ ਤਾਂ ਮੈਂ ਲੁਧਿਆਣੇ ਆਉਣਾ, ਨਹੀਂ ਤਾਂ
ਮੈਂ ਤੈਨੂੰ ਮਿਲ ਕੇ ਜਾਣਾ। ਮੇਰੇ ਨਾਲ ਖੁਦ ਗੱਲ ਹੋ ਰਹੀ ਹੈ, ਮੈਨੂੰ ਤਾਂ ਯਕੀਨ ਹੀ ਨਹੀਂ ਆਇਆ ਕਿ ਮੇਰੇ ਪਾਪਾ ਦੀ ਮੌਤ ਹੋ ਗਈ। ਇਹਨਾਂ ਨੇ ਫੋਨ ਵੀ ਨਹੀਂ ਕੀਤਾ, ਇਨਫੋਰਮ ਵੀ ਨਹੀਂ ਕੀਤਾ, ਸਾਡੇ ਟੱਬਰ ਦੇ ਕਿਸੇ ਬੰਦੇ ਨੂੰ ਨਹੀਂ ਇਹਨਾਂ ਨੇ ਫੋਨ ਕੀਤਾ। ਟੱਬਰ ਵਾਲਿਆਂ ਨੇ ਪਤਾ ਨਹੀਂ ਕਿੱਦਾਂ ਫੋਨ ਕੀਤਾ, ਕਿਵੇਂ ਕੀਤਾ, ਉਹਨਾਂ ਨੂੰ ਕੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈ। ਹਰ ਚੀਜ਼ ਛੁਪਾਉਣਾ ਸਭ ਤੋਂ ਵੱਡਾ ਕਤਲ ਕਹਿੰਦੇ ਨੇ ਨਾ ਕਾਨੂੰਨੀ ਅਧਿਕਾਰਾਂ ਦਾ, ਮੇਰੇ ਹਿਊਮਨ ਰਾਈਟਸ ਦਾ ਕਤਲ ਹੋਇਆ, ਨਾ ਦੱਸਣਾ। ਫਿਰ ਜੇ ਬਿਮਾਰ ਸੀ ਬੰਦਾ, 10 ਵਜੇ ਤੋਂ ਘਬਰਾਹਟ ਪੈ ਰਹੀ ਹੈ, ਬੀਇੰਗ ਅ ਨਰਸ, ਤੁਹਾਨੂੰ ਪਤਾ ਬੰਦਿਆਂ ਨੂੰ ਅਟੈਕ ਇੱਕ ਬਹੁਤ ਵੱਡਾ ਨਾਮ ਹੈ ਸਰ। ਬੱਚਾ ਵੀ ਡਰ ਜਾਂਦਾ, ਬੱਚਾ ਵੀ ਕਹੂਗਾ ਐਂਬੂਲੈਂਸ ਬੁਲਾ ਕੇ ਵੱਡੇ ਹਸਪੀਟਲ ਅਪਰੋਚ ਕਰੋ। ਨਰਸ ਹੋਣ ਦੇ ਨਾਤੇ ਇਹਨੂੰ ਲਾਈਟਲੀ ਲੈਂਦੇ ਗਏ ਵੀ ਅਟੈਕ ਹੋਇਆ। ਤੁਸੀਂ ਇਸ ਅਟੈਕ ਨੂੰ ਵੱਡੇ ਹਸਪੀਟਲ 'ਚ ਜਾਂ ਸਾਨੂੰ ਕਾਲ ਕਿਉਂ ਨਹੀਂ ਕੀਤਾ? ਤੁਸੀਂ ਕਹਿੰਦੇ ਹੋ ਮੈਂ ਲੁਧਿਆਣੇ ਲੈ ਕੇ ਜਾਣਾ ਸੀ, ਤੁਸੀਂ ਸਾਨੂੰ ਪੁੱਛਿਆ? ਤੁਸੀਂ ਬੱਚਿਆਂ ਨੂੰ ਕੋਈ ਹੱਕ ਹੀ ਨਹੀਂ ਦੇ ਰਹੇ। ਇਹਦਾ ਟ੍ਰੀਟਮੈਂਟ ਕਰਾਉਂਦੇ ਅਸੀਂ, ਸਾਡੇ ਹੱਥੀਂ ਮਰਦੇ, ਅਸੀਂ ਮਰਡਰ ਨਾ ਕਹਿੰਦੇ। ਕਿਹੜੀਆਂ ਗੁੰਝਲਾਂ 'ਚ ਉਹ ਨਿਕਲ ਕੇ ਮਰੇ ਨੇ, ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤਾ। ਲੇਕਿਨ ਮੈਨੂੰ ਜਿੱਥੇ ਤੱਕ ਡਾਊਟ ਨੇ ਕਿ ਮਰਡਰ ਰਾਣੀ ਨਵਜੋਤ ਰਾਣੀ ਜੀ ਨੇ ਇੱਕ ਟੀਮ ਮਰਡਰ ਕੀਤਾ, ਸੋਚੀ ਸਮਝੀ ਸਾਜ਼ਿਸ਼ ਨਾਲ ਉਹਨਾਂ ਨੂੰ ਮਾਰਿਆ। ਘੱਟੋ ਘੱਟ ਜ਼ਿਆਦਾ ਨਹੀਂ ਤਾਂ 5 ਤੋਂ 6 ਬੰਦੇ ਇਨਵੋਲਡ, ਉਹਨਾਂ ਦਾ ਬੇਟਾ, ਉਹਨਾਂ ਦੀ ਬੇਟੀ, ਜੋ ਕਿ ਡੈਥ ਤੋਂ ਸੇਮ ਡੈਥ ਵਾਲੇ ਦਿਨ ਰਾਤ ਨੂੰ ਫੋਰਨ ਤੋਂ ਲੈਂਡ ਕੀਤੀ ਹੈ। ਤੇ ਸਗੀਆਂ ਧੀਆਂ ਲੁਧਿਆਣੇ ਤੋਂ ਨਹੀਂ ਸੀ ਬੁਲਾਈਆਂ। ਉਹਨਾਂ ਦੀ ਮਦਰ ਦੇ ਬਿਆਨ ਨੇ, ਕਹਿੰਦੇ ਸੀ ਤਾਂ 1 ਮਿੰਟ 'ਚ 100 ਲੋਕਾਂ ਨੂੰ ਫੋਨ ਕਰਤਾ ਧੀਆਂ ਨੂੰ ਛੱਡ ਕੇ। ਕਿਹੜੀ ਐਸੀ ਮਿਸਅੰਡਰਸਟੈਂਡਿੰਗ ਹੋਗੀ? ਕਿਹੜੀ ਲਾਅ ਬੁੱਕ ਕਹਿੰਦੀ ਹੈ ਵੀ ਧੀਆਂ ਨਾਲ ਨਹੀਂ ਰਹਿੰਦੀਆਂ ਤੇ ਧੀਆਂ ਨੂੰ ਮਰਗ ਤੇ ਆਉਣ ਦਾ ਹੱਕ ਨਹੀਂ, ਜਾਂ ਧੀਆਂ ਨੂੰ ਮਰਗ ਹੋਈ ਕਿਦਾਂ ਇਹ ਪੁੱਛਣ ਦਾ ਹੱਕ ਨਹੀਂ? ਮੈਂ ਜੀ ਤੁਸੀਂ ਕਹਿੰਦੇ ਹੋ ਘੱਲ ਕਲਾਂ ਦੇ ਵਿੱਚ ਉਹਨਾਂ ਨੇ ਕਿਸੇ ਦੇ ਫੋਨ ਤੋਂ ਤੁਹਾਡੇ ਨਾਲ ਗੱਲ ਕੀਤੀ ਸੀ, ਤੁਹਾਡੇ ਪਿਤਾ ਜੀ ਨੇ। ਦੇਖੋ ਮੈਂਡੀ ਜੀ, ਬਾਰ-ਬਾਰ ਮੇਰੇ ਜ਼ਿਹਨ ਦੇ ਵਿੱਚ ਜਿਹੜਾ ਖਿਆਲ ਆ ਰਿਹਾ ਤੇ ਜੋ ਲੋਕ ਵੀ ਕਹਿ ਰਹੇ ਨੇ ਉਹ ਇਹ ਹੈ ਕਿ ਤੁਸੀਂ ਆਪ ਕਹਿੰਦੇ ਹੋ ਕਿ ਤੁਸੀਂ ਤੁਸੀਂ ਪੁੱਤਾਂ ਦੀ ਤਰ੍ਹਾਂ ਲੜਾਈ ਵੀ ਲੜ ਰਹੇ ਹੋ ਆਪਣੇ ਪਿਤਾ ਦੇ ਲਈ, ਠੀਕ? ਤੁਸੀਂ ਘੱਲ ਕਲਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਸੇ ਹੋਰ ਦੇ ਫੋਨ ਤੋਂ ਤੁਹਾਨੂੰ ਫੋਨ ਕੀਤਾ, ਪਰ ਤੁਸੀਂ ਉਦੋਂ ਪੁੱਤਾਂ ਵਾਂਗੂ ਅੱਗੇ ਕਿਉਂ ਨਹੀਂ ਆਏ ਵੀ ਸਾਡੇ ਬਾਪ ਨੂੰ ਤੁਸੀਂ ਬਹੁਤ ਤੰਗ ਕਰ ਰਹੇ ਹੋ, ਇਹ ਕਿਸੇ ਹੋਰ ਦੇ ਫੋਨ ਤੋਂ ਸਾਨੂੰ ਫੋਨ ਕਰ ਰਿਹਾ, ਇਹ ਬਹੁਤ ਪਰੇਸ਼ਾਨੀ ਦੇ ਵਿੱਚ ਹੈ ਤੇ ਅਸੀਂ ਤੁਹਾਨੂੰ ਆਪਣੇ ਬਾਪ ਦੇ ਨਾਲ ਨਹੀਂ ਰਹਿਣ ਦੇਣਾ, ਅਸੀਂ ਇਹਨਾਂ ਦਾ ਪੂਰਾ ਖਿਆਲ ਰੱਖਾਂਗੇ, ਅਸੀਂ ਇਹਨਾਂ ਨੂੰ ਲੈ ਕੇ ਚੱਲਨੇ ਆ, ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ। ਪਹਿਲੀ ਗੱਲ ਮੈਮ, ਉਸ ਦਿਨ ਤਾਂ ਪਾਪਾ ਬਿਮਾਰ ਹੀ ਨਹੀਂ ਸੀ ਜੀ, ਜੇ ਮੈਂ ਇਹ ਪ੍ਰੈਡਿਕਟ ਕਰ ਲੈਂਦੀ, ਕਿਉਂਕਿ ਕੋਈ ਤੇ ਇਹ ਨਹੀਂ ਮੈਂ ਉਸ ਤੋਂ ਪਹਿਲਾਂ ਦੀ ਵੀ ਗੱਲ ਕਰ ਰਹੀ, ਕਿਉਂਕਿ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਕਿਹਾ ਕਿ ਉਹ ਹਮੇਸ਼ਾ ਕਿਸੇ ਹੋਰ ਦੇ ਫੋਨ ਤੋਂ ਫੋਨ ਕਰਦੇ ਸੀ, ਤੁਹਾਡੇ ਨੰਬਰ ਬਲੌਕ ਲਿਸਟ ਦੇ ਵਿੱਚ ਪਾਏ ਹੋਏ ਸੀ, ਹਨਾ? ਤੇ ਫਿਰ ਉਦੋਂ ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ, ਉਦੋਂ ਮੀਡੀਆ ਦੇ ਅੱਗੇ ਆ ਕੇ ਇਹ ਗੱਲ ਕਿਉਂ ਨਹੀਂ ਰੱਖੀ ਗਈ ਕਿ ਸਾਡੇ ਪਿਤਾ ਜੀ ਤੰਗ ਪਰੇਸ਼ਾਨ ਨੇ, ਅਸੀਂ ਇਹਨਾਂ ਦੀ ਸਾਰੀ ਜਿਹੜੀ ਕਸਟਡੀ ਉਹ ਲੈਣਾ ਚਾਹੁੰਦੇ ਆ, ਅਸੀਂ ਆਪੇ ਖਿਆਲ ਰੱਖਾਂਗੇ, ਆਪੇ ਦੇਖ ਰੇਖ ਕਰਾਂਗੇ, ਨਵਜੋਤ ਰਾਣੀ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ। ਮੈਮ 365 ਚਰਿੱਤਰ ਨਾਰਾਂ ਦੇ ਮੇਰੇ ਫਾਦਰ ਦੀ ਇਹ ਨੌਬਤ ਤੋਂ ਪਹਿਲਾਂ ਹੀ ਸੁਲ੍ਹਾ ਕਰਦੇ ਸੀ। ਮੈਂ ਤੁਹਾਨੂੰ ਦੱਸੀ ਜਾ ਰਹੀ ਹਾਂ, ਮੈਂ ਪਹਿਲਾਂ ਵੀ ਇਨੀਸ਼ੀਏਟ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੇਰੇ ਪਾਪਾ ਤਿਆਰੀ ਕਰਦੇ ਸੀ ਨਾ, ਜਾਂ ਤਾਂ ਉਹਨਾਂ ਦੀ ਕਾਰ ਦੀ ਹਵਾ ਕੱਢ ਦਿੱਤੀ ਜਾਂਦੀ ਸੀ, ਜਦੋਂ ਉਹ ਸਾਨੂੰ ਅਪਰੋਚ ਕਰਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਗੱਲ ਮੈਂਡੀ ਤੱਕ ਪਹੁੰਚਣੀ ਹੈ, ਤੇ ਉਹਨਾਂ ਨੇ ਬਲਾ ਫੁਸਲਾ ਕੇ ਹਮੇਸ਼ਾ ਸੁਲ੍ਹਾ ਹੀ ਕੀਤੀ ਹੈ। ਅੱਛਾ ਜੀ। ਜਦੋਂ ਜਿੰਨੀ ਕਮਾਈ ਅਮਾਉਂਟ ਖਤਮ ਹੁੰਦੀ ਸੀ ਨਾ, ਉਦੋਂ ਇਹਨਾਂ ਨੂੰ ਕਰਤਾਰ ਅਮਲਾ ਜੀ ਹੀ ਯਾਦ ਆਉਂਦੇ ਸੀ। ਮੇਰੇ ਫਾਦਰ ਦੀ ਇਹਨਾਂ ਨਾਲ ਰਹਿ ਕੇ ਨੌਬਤ ਇਹ ਆਈ ਹੈ, ਜੇ ਇਹ ਇੰਨਾ ਹੀ ਮੇਰੇ ਫਾਦਰ ਨੂੰ ਬਹੁਤ ਲਾਡਾਂ ਚਾਵਾਂ ਨਾਲ ਰੱਖਦੇ ਸੀ, ਇਹਨਾਂ ਦੇ ਹੁੰਦੇ ਮੇਰੇ ਪਾਪਾ ਨੇ 3 ਡਿਊਟਰਾਂ ਕਿਉਂ ਬਦਲੀਆਂ? ਉਹਨਾਂ ਨੂੰ ਕੀ ਐਸੀ ਨੌਬਤ ਆ ਗਈ ਕਿ ਇਹਨਾਂ ਦੇ ਹੁੰਦੇ ਮਹਿਕਮੋਂਗਾ ਨਾ ਘੱਟੋ ਘੱਟ 20 ਸਟੇਜਾਂ ਲਾ ਗਏ? ਉਹ ਕੀ ਪ੍ਰੋਬਲਮ ਸੀ? ਪਰ ਜਿਉਂਦੇ ਜਾਗਦੇ ਕਰਤਾਰ ਰਮਲਾ ਸਾਹਿਬ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਨਵਜੋਤ ਰਾਣੀ ਤੋਂ ਮੈਂ ਔਖਾ। ਦੇਖੋ, ਜਿਹਦੇ ਨਾਲ ਬੈਠੇ ਨੇ ਬੰਦਾ ਉਹਦੀ ਤਾਰੀਫ ਕਰੂਗਾ। ਹੁਣ ਰੋਟੀ ਤਾਂ ਪੱਕ ਕੇ ਨਵਜੋਤ ਰਾਣੀ ਨੇ ਦੇਣੀ ਹੈ ਨਾ ਸਰ, ਰਾਸ਼ਨ ਮੇਰੇ ਬਾਪੂ ਦਾ, ਸਿੱਧੀ ਗੱਲ ਪਕਾ ਕੇ ਉਹਨਾਂ ਨੇ ਦੇਣੀ। ਹੁਣ ਜਿੱਥੇ ਬੰਦਾ ਖਾ ਰਿਹਾ, ਬੰਦਾ ਕਹਿੰਦਾ ਚਲੋ ਉੱਥੇ ਬਣਾ ਕੇ ਹੀ ਚੱਲੀਏ ਤਾਂ ਵਧੀਆ। ਜਿੰਨੇ ਦੁਖੀ ਉਹ ਅੰਦਰੋਂ ਨਵਜੋਤ ਰਾਣੀ ਜੀ ਤੋਂ ਸੀ, ਉਹ ਅੱਜ ਤੱਕ ਕਿਸੇ ਤੋਂ ਵੀ ਨਹੀਂ ਹੋਏ। ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਹਾਂ, ਕਿਉਂਕਿ ਨਵਜੋਤ ਰਾਣੀ ਜੀ, ਮੈਂ ਇੱਕ ਇਹ ਵੀ ਗੱਲ ਪੁੱਛਣਾ ਚਾਹੁੰਦੀ ਹਾਂ, ਮੀਡੀਆ ਨੂੰ ਮੈਂ ਦੱਸਣਾ ਚਾਹੁੰਦੀ ਹਾਂ, ਕਰਤਾਰ ਅਮਲਾ ਜੀ ਨੂੰ 2013 ਚ ਤੁਸੀਂ ਲੈ ਗਏ, ਉਹਨਾਂ ਦੀਆਂ 2 ਤੋਂ 3 ਵੈਡਿੰਗਸ ਹੋਈਆਂ ਨੇ, ਠੀਕ ਹੈ? ਮੈਂ ਸਾਰੇ ਨਾਮ ਅੱਜ ਤੱਕ ਰਿਵੀਲ ਕੀਤੇ ਨੇ। ਉਹਨਾਂ ਦੀ ਸੇਵਾ ਉਹਨਾਂ ਨੇ ਕਿਉਂ ਨਹੀਂ ਕੀਤੀ? ਆਪਣੇ ਪਤੀ ਚ ਉਹਨਾਂ ਨੂੰ ਕੀ ਖੋਟ ਆਏ? ਕਰਤਾਰ ਅਮਲਾ ਜੀ ਨਾਲ ਤੁਸੀਂ ਸ਼ਰਮ ਆਪਦੇ 2 ਬੱਚੇ ਲੈ ਕੇ ਰਹਿ ਰਹੇ ਹੋ, ਤੁਹਾਡਾ ਪਤੀ ਕਿੱਥੇ ਹੈ? ਮੇਰੇ ਤੇ ਤਾਂ ਸਵਾਲ ਉੱਠ ਗਿਆ, ਤੂੰ 6 ਸਾਲ ਕਿੱਥੇ ਸੀ? ਤੁਹਾਡਾ ਪਤੀ ਕਿੱਥੇ ਹੈ? ਕਿੱਥੇ ਨਾਲ ਨਹੀਂ ਹੈ? ਕਿੱਥੇ ਹੈ? ਉਹਨੇ ਤੁਹਾਨੂੰ ਕਿਵੇਂ ਅਲਾਉ ਕਰਤਾ? ਇੰਨੀ ਓਪਨ ਫੈਮਿਲੀ ਹੈ ਕਿ ਤੁਹਾਡਾ ਹਸਬੈਂਡ ਕਹਿ ਰਿਹਾ ਜਾ ਕੇ ਰਹਿ ਲਓ। ਮੈਂ ਤੀਵੀਂ ਦਾ ਜਿਗਰਾ ਦੇਖ ਸਕਦੀ ਹਾਂ। ਮੇਰੀ ਮਮ ਨੇ ਤਾਂ ਕਹਿਤਾ ਰਮਲੇ ਜਿਹਦੇ ਨਾਲ ਤੁਸੀਂ ਗਾਣਾ ਗਾ ਸਕਦੇ ਹੋ, ਮੈਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਕਦੇ ਵੀ ਤੁਹਾਡੇ ਕਿਸੇ ਫਿਊਚਰ ਰੜਿੱਕਾ ਨਹੀਂ ਬਣਾਂਗੇ, ਤੁਹਾਨੂੰ ਗਾਉਣ ਦੀ ਛੂਟ ਹੈ। ਮੇਰੇ ਮੰਮਾ ਤੇ ਪਾਪਾ ਐਜ਼ ਅ ਫਰੈਂਡਲੀ ਗੱਲ ਕਰਦੇ ਸੀ 2-2 ਘੰਟੇ, ਜਿਸ ਕਰਕੇ ਉਹ ਇਨਸਿਕਿਉਰ ਹੋਣਾ ਸ਼ੁਰੂ ਹੋ ਗਏ ਵੀ ਇਹ ਉਧਰਲਾ ਝੁਕਾ ਕਰ ਰਿਹਾ। ਮੇਰੀ ਭਾਬੀ ਕੋਲੇ ਉਹਨਾਂ ਦੇ ਘਰੇ ਰਹਿ ਕੇ ਆਏ ਪਾਪਾ, ਉੱਥੇ ਇਹਨਾਂ ਦੀ ਵਰਡਿੰਗ ਸੀ, ਕਹਿੰਦੀ ਪਰਮ ਬਹੁਤ ਕਰਦਾ। ਹਾਂਜੀ, ਕਿਉਂਕਿ ਮੇਰੇ ਮੰਮੀ ਨੇ ਇੱਕੋ ਹੀ ਗੱਲ ਪਾਪਾ ਨੂੰ ਕਹੀ ਸੀ, ਤੇਰੇ ਸੁੱਖ ਚ ਨਹੀਂ ਤੇਰੇ ਦੁੱਖ ਚ ਪਰਮ ਖੜੀ ਹੈ, ਤੇਰੀ ਕੁੜੀ ਖੜੀ ਹੈ। ਇੱਕ ਵਾਰੀ ਮੇਰੇ ਪਾਪਾ ਨਾਲ ਐਸੀ ਟ੍ਰੈਜਡੀ ਹੋਈ, ਕਾਰ ਚੋਂ ਪੈਟਰੋਲ ਮੁੱਕ ਗਿਆ। ਇੱਕ 6-7 ਸਾਲ ਪੁਰਾਣੀ ਗੱਲ ਹੈ, ਉਦੋਂ ਤਾਂ ਨਵਜੋਤ ਰਾਣੀ ਜੀ ਮੇਰੇ ਪਾਪਾ ਦੀ ਲਾਈਫ ਚ ਵੀ ਨਹੀਂ ਸੀ। ਮੈਂ ਤੇ ਮੇਰੇ ਮੰਮਾ, ਮੈਂ ਖੁਦ ਕਾਰ ਡਰਾਈਵ ਕਰਕੇ ਪਾਪਾ ਕੋਲੇ ਗਈ ਹਾਂ ਮੋਗੇ। ਉਹਨਾਂ ਨੇ ਪੈਟਰੋਲ ਪਵਾ ਕੇ, ਉਹਨਾਂ ਨੇ ਖਾਣਿਆ ਖਵਾ ਕੇ, ਫਿਰ ਅਸੀਂ ਕਿਹਾ ਚਲੋ ਘਰ ਚਲੋ। ਕਹਿੰਦੇ ਨਹੀਂ, 2 ਦਿਨ ਬਾਅਦ ਮੇਰਾ ਖਾੜਾ, ਮੈਂ ਉਹ ਵੀ ਲਾਉਣਾ। ਹੁਣ ਆਰਟਿਸਟ ਜਦੋਂ ਐਡਵਾਂਸ ਫੜ ਲੈਂਦਾ ਨਾ ਮੈਡਮ, ਉਹ ਇੱਕ ਬੰਦਿਸ਼ ਹੁੰਦਾ, ਪੈਸੇ ਮੋੜਨੇ ਕਿੰਨੇ ਆ?
ਕੌਣ ਮੋੜਦਾ, ਸਟੇਟਸ ਕਿਵੇਂ ਮੇਨਟੇਨ ਹੋਊਗਾ, ਕਿਰਾਏ ਖਰਚੇ ਕਿਵੇਂ ਹੋਣਗੇ। ਉਹਨਾਂ ਨੂੰ ਲੱਗਦਾ ਸੀ ਨਵੀਂ ਕੁੜੀ ਤਿਆਰ ਕਰਨ ਨਾਲੋਂ ਨਵਜੋਤ ਨੇ ਮਾਫੀ ਮੰਗ ਲਈ, ਇਟਸ ਅ ਬੈਟਰ ਆਪਸ਼ਨ, ਤਿਆਰੀ ਕਰਾਉਣ ਦੀ ਲੋੜ ਨਹੀਂ ਮੈਨੂੰ ਪਊਗੀ, ਉਹ ਤਾਂ ਪ੍ਰੀਪੇਅਰਡ ਹੈ, ਉਹਨੂੰ ਲਿਜਾਊਂਗਾ, ਸ਼ੋਅ ਲਾ ਲੂੰਗਾ, ਪੈਸੇ ਆ ਜਾਣਗੇ, ਖਰਚਾ ਇਹਨਾਂ ਨੂੰ ਵੀ ਹੈ, ਸਾਨੂੰ ਵੀ ਭੇਜ ਰਹੇ ਸੀ। ਸਾਡੀ ਨਾ ਇੱਕ ਬੇਨਤੀ ਆ ਬਈ ਕੋਈ ਕਿਹਦੇ ਨਾਲ ਕਿਵੇਂ ਰਹਿੰਦਾ, ਇੱਕ ਨਾਲ ਰਹਿੰਦਾ, ਦੋਵਾਂ ਨਾਲ ਰਹਿੰਦਾ, ਪੰਜਾਂ ਨਾਲ ਰਹਿੰਦਾ, ਜਾਂ ਔਰਤ ਕਿਹਦੇ ਨਾਲ ਰਹਿੰਦੀ ਆ, ਅਸੀਂ ਇਸ ਗੱਲ ਦੀ ਪੜਚੋਲ ਦੇ ਵਿੱਚ ਨਹੀਂ ਪੈਣਾ। ਪਰ ਇੱਕ ਜੋ ਨਵਜੋਤ ਰਾਣੀ ਹੋਰੀ ਇੱਥੇ ਬੈਠ ਕੇ ਗੱਲ ਕਹਿ ਕੇ ਗਏ ਸੀ ਵੀ ਤੁਸੀਂ ਥੱਲੇ ਕਮੈਂਟ ਬਹੁਤ ਭੱਦੇ ਕਰਦੇ ਹੋ ਉਹਨਾਂ ਦੇ ਸਨਮਾਨ ਨੂੰ ਸੱਟ ਮਾਰਨ ਵਾਲੇ। ਇਹ ਨਵਜੋਤ ਰਾਣੀ ਆ ਜਿਹਨੇ ਕਿ ਇਸ ਤਰੀਕੇ ਨਾਲ ਕੀਤਾ, ਮੇਰਾ ਬਾਪ ਮਾਰ ਦਿੱਤਾ। ਉਹ ਕਹਿੰਦੇ ਜੀ ਉਸ ਤੋਂ ਬਾਅਦ ਮੈਂ ਜਾ ਕੇ ਥਾਣੇ ਦਾ ਦਰਵਾਜ਼ਾ ਖੜਕਾਇਆ, ਜਦੋਂ ਮੇਰੇ ਉੱਤੇ ਇਹੋ ਜਿਹੇ ਦੋਸ਼ ਲੱਗਣਗੇ ਵੀ ਇਹ ਕਾਤਲ ਆ, ਤੇ ਫਿਰ ਮੈਂ ਕਿਤੇ ਨਾ ਕਿਤੇ ਤਾਂ ਜਾਊਂਗੀ। ਫਿਰ ਸਰ ਅਗਰ ਇੰਨਾ ਉੱਥੇ ਜਾ ਸਕਦੇ ਨੇ, ਮੇਰੇ ਨਾਲ ਗੱਲ ਕਰ ਲੈਂਦੇ। ਮੇਰੇ ਨਾਲ ਪਰਸਨਲੀ ਕਿਹਾ ਇਹਨਾਂ ਨੇ ਕਿ ਮੈਂਡੀ ਮੈਂ ਤੇਰੇ ਪਾਪਾ ਨੂੰ ਮਾਰਿਆ ਨਹੀਂ, ਮੇਰੇ ਤੋਂ ਚੱਕ ਸਮਾਨ ਚੱਕ। ਇਹਨਾਂ ਨੇ ਆਪਣੇ ਉਸ ਐਲੀਗੇਸ਼ਨਸ ਕੰਪਲੇਂਟ ਦੇ ਵਿੱਚ ਸਪੈਸ਼ਲ ਲਿਖਿਆ ਕਿ ਮੈਂ ਕਰਤਾਰ ਅਮਲਾ ਜੀ ਦਾ ਪੋਸਟਮਾਰਟਮ ਨਹੀਂ ਕਰਾਇਆ। ਅਸੀਂ ਉੱਥੋਂ ਸ਼ੋਰ ਹੋਣਾ ਸ਼ੁਰੂ ਹੋਏ ਆ ਕਿ ਮਰਡਰ ਹੋ ਗਿਆ। ਤੁਸੀਂ ਕੌਣ ਹੁੰਦੇ ਹੋ ਪੋਸਟਮਾਰਟਮ ਨਾ ਕਰਾਉਣ ਵਾਲੇ? ਥਰਡ ਜਗ੍ਹਾ ਤੇ ਇਟਸ ਅ ਥਰਡ ਪਾਰਟੀ। ਆਈ ਐਮ ਅ my first mother is a first legal heir, second I am legal heir, you are a third party, not a hearer, not a legal hearer। ਤੁਹਾਡੇ ਕੋਲੇ ਬੰਦਾ ਮਰਦਾ, ਤੁਸੀਂ ਪੋਸਟਮਾਰਟਮ ਸਾਡੇ ਲਈ ਕਰਾਉਣਾ ਨਹੀਂ, ਆਪਣੇ ਲਈ ਕਰਾਉਣਾ ਸੀ। ਰੀਜ਼ਨ ਬੀਇੰਗ ਇਹਨਾਂ ਤੇ ਅੱਜ ਮੈਂ ਟਿੱਪਣੀ ਕੀਤੀ ਵੀ ਤੁਸੀਂ ਮੇਰਾ ਫਾਦਰ ਮਾਰਤਾ, ਇਹਨਾਂ ਨੂੰ ਇਸ ਜਵਾਬ ਲਈ ਮੇਰੇ ਮੂੰਹ ਤੇ ਮਾਰਨਾ ਚਾਹੀਦਾ ਸੀ ਵੀ ਦੇਖ ਤੇਰੇ ਪਾਪਾ ਦਾ ਪੋਸਟਮਾਰਟਮ ਮੈਂ ਕਰਾਇਆ। ਪੋਇਜ਼ਨ ਖਾ ਕੇ ਕੋਈ ਮਰ ਜਾਂਦਾ ਨਾ, ਉਹਦੀ ਵੀ ਲਾਸ਼ ਨਹੀਂ ਕੱਢਦੇ ਵੀ ਇਸ ਬੰਦੇ ਨੇ ਪੋਇਜ਼ਨ ਖਾਧੀ ਕਿਉਂ, ਉਹਦਾ ਪੂਰਾ ਬੋਇਰਾ ਕੱਢਦੇ ਨੇ ਜੀ। ਤੇ ਤੁਸੀਂ ਇੱਕ ਬੰਦਾ ਥਰਡ ਪਾਰਟੀ ਕੋਲੇ ਰਹਿ ਰਿਹਾ, ਤੁਸੀਂ ਪੋਸਟਮਾਰਟਮ ਨਾ ਕਰਾਉਂਦੇ, ਜਾਂ ਤਾਂ ਮੈਨੂੰ ਡਾਕਟਰ ਦੱਸੋ ਜਿਹਨੇ ਮਨਾ ਕੀਤਾ ਵੀ ਪੋਸਟਮਾਰਟਮ ਨਹੀਂ ਹੋਣਾ ਜੀ। ਕਿਹਨੇ ਕਿਹਾ? ਡਿਡ ਸਮਬਡੀ ਟੋਲਡ ਹਰ ਕਿ ਨਹੀਂ ਅਸੀਂ ਨਹੀਂ ਕਰਨਾ ਜੀ? ਅਸੀਂ ਕਿਵੇਂ ਕਰਦੀ ਕਰਤਾਰ ਅਮਲਾ ਜੀ ਦੀ ਬੋਡੀ ਦਾ ਪੋਸਟਮਾਰਟਮ? ਇਹਨਾਂ ਨੂੰ ਕਰਾਉਣਾ ਚਾਹੀਦਾ ਸੀ। ਇਹਨਾਂ ਨੇ ਖੁਦ ਹੀ ਗੁੰਝਲਾਂ ਛੱਡੀਆਂ ਨੇ। ਜਿਹੜੇ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਇਲਾਜ ਦੇ ਦੌਰਾਨ, ਜੋ ਕਿ ਨਵਜੋਤ ਰਾਣੀ ਹੋਰਾਂ ਵੱਲੋਂ ਕਿਹਾ ਜਾ ਰਿਹਾ ਹੈ, ਉਸ ਹਸਪਤਾਲ ਦੇ ਕਿਸੇ ਡਾਕਟਰ ਦੇ ਨਾਲ ਤੁਸੀਂ ਗੱਲਬਾਤ ਕੀਤੀ ਕਿ ਮੇਰੇ ਪਿਤਾ ਜੀ ਦੀ ਮੌਤ ਕਿਵੇਂ ਹੋਈ ਹੈ? ਪਹਿਲੀ ਗੱਲ ਮੈਮ, ਜਿੱਥੇ ਅਸੀਂ ਫੋਨ ਕਰਦੇ ਹੋ ਕਹਿੰਦੇ ਸਾਰਾ ਡਾਟਾ ਨਵਜੋਤ ਰਾਣੀ ਜੀ ਲੈ ਗਏ, ਅਸੀਂ ਤੁਹਾਨੂੰ ਨਹੀਂ ਦੇਣਾ, ਜਦ ਕਿ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਆਧਾਰ ਕਾਰਡ ਸੈਂਡ ਕਰਦੀ ਹਾਂ। ਮੈਮ ਦੇਖੋ, ਜਿੱਥੇ ਤੱਕ ਉਹਨਾਂ ਦੀ ਅਪਰੋਚ ਹੈ ਨਾ, ਨਵਜੋਤ ਰਾਣੀ ਜੀ ਜਿੰਨਾ ਖਰੀਦਣਾ, ਜਿਨ੍ਹਾਂ ਨੂੰ ਖਰੀਦਣਾ, ਮੈਂ ਮੀਡੀਆ ਤੇ ਮੁੱਦਾ ਚੱਕਿਆ ਕਿਉਂ, ਤੁਹਾਨੂੰ ਇਹ ਵੀ ਰੀਜ਼ਨ ਦੱਸਦੀ ਹਾਂ ਤਾਂ ਕਿ ਕਿਸੇ ਵੀ ਜਗ੍ਹਾ ਤੋਂ ਉਹ ਫੇਕ ਡਾਕੂਮੈਂਟ ਨਾ ਬਣਵਾ ਸਕਣ। ਕਿੰਨੇ ਲੋਕਾਂ ਨੂੰ ਹਲੇ ਤੱਕ ਖਰੀਦ ਚੁੱਕੇ, ਮੇਰੇ ਪਾਪਾ ਦਾ ਪੈਸਾ ਲੋਕਾਂ ਨੂੰ ਤੇ ਆਡੀਅנס ਨੂੰ ਖਰੀਦਣ ਦੇ ਹੀ ਕੰਮ ਆ ਰਿਹਾ, ਗਵਾਹਾਂ ਨੂੰ। ਜੇ ਇੰਨੇ ਸੱਚੇ ਸੀ, ਹਰ ਗੱਲ ਮੇਰੇ ਨਾਲ ਬਹਿ ਕੇ ਕਰਦੇ ਨਾ, ਧੀ ਆ ਨਾ ਮੈਂ, ਥਾਣੇ 'ਚ ਬੁਲਾ ਰਹੇ ਹੋ, ਮੇਰੇ ਪਾਪਾ ਦੇ ਦਿੱਤੀਆਂ ਚੀਜ਼ਾਂ ਤੇ ਤੁਸੀਂ ਕਾਰਾਂ 'ਚ ਇੰਜੋਏ ਕਰ ਰਹੇ ਹੋ, ਉਹਨਾਂ ਦੀ ਧੀ ਨੂੰ ਤੁਸੀਂ ਉਹਨਾਂ ਦੇ ਮਰਦੇ ਹੀ ਦਿਖਾਤਾ ਠਾਣਾ। ਕਿੰਨਾ ਕੁ ਤੁਸੀਂ ਕਮੈਂਟ ਕੀਤਾ ਮੈਮ, ਕਿਹਨੂੰ ਕਮੈਂਟ ਗੰਦੇ ਨਹੀਂ ਆਉਂਦੇ? ਮੈਨੂੰ ਦੇਖਿਓ ਤੁਸੀਂ ਮੇਰੀ ਰੇਲ ਬਣਾਉਂਦੇ ਲੋਕੀ ਕਦੋਂ ਦੀ ਬਣਾ ਰਹੇ ਆ, ਮੈਂ ਆਮ ਟੇਕਿੰਗ ਇਟ, ਹੇਟਰਸ ਆਰ ਮੋਟੀਵੇਟਰਸ। ਮੈਨੂੰ ਕੋਈ ਪ੍ਰੋਬਲਮ ਨਹੀਂ, ਇੱਕ ਕਮੈਂਟ ਨਹੀਂ 100 ਕਰਾਓ, ਮੈਂ ਏਦਾਂ ਹੀ ਇੰਟਰਵਿਊਜ਼ ਕਰਦੀ ਰਹੂੰਗੀ, ਸੱਚ ਨੂੰ ਮੈਂ ਅੱਗੇ ਲੈ ਕੇ ਆਉਂਗੀ। ਮੈਂ ਕਮੈਂਟਸ ਤੋਂ ਡਰ ਕੇ ਮੈਮ ਪਿੱਛੇ ਨਹੀਂ ਹਟਣਾ ਜੀ। ਇਹ ਕਮੈਂਟ ਖੁਦ ਬਹੁਤ ਗੰਦੇ ਕਰਾ ਰਹੇ ਨੇ, ਜੇ ਮੈਂ ਤੁਹਾਨੂੰ ਦੱਸਦਾ ਕਮੈਂਟ ਮੇਰੇ ਕੋਲੇ ਪਏ ਨੇ, ਤੁਸੀਂ ਪੜੋਗੇ ਕਹੋਗੇ ਕਿ ਇਹਨਾਂ ਨੇ, ਇੱਕ ਬੰਦੇ ਨੇ ਇਹ ਵੀ ਮੈਮ ਐਡਮਿਟ ਕਰ ਲਿਆ ਕਮੈਂਟ 'ਚ, ਰਾਣੀ ਜੀ ਅਸੀਂ ਤਾਂ 6-6 7-7 ਕਮੈਂਟ ਕਰ ਰਹੇ ਹਾਂ, ਤੁਸੀਂ ਫਿਕਰ ਨਾ ਕਰੋ, ਤੁਹਾਡਾ ਕੰਮ ਹੋ ਰਿਹਾ। ਕਮੈਂਟ, ਹੂ ਇਜ਼ ਮੇਕਿੰਗ ਕਮੈਂਟਸ? ਸ਼ੀ ਇਜ਼ ਮੇਕਿੰਗ ਕਮੈਂਟਸ। ਮੇਰੇ ਪਾਪਾ ਤੋਂ ਬਾਅਦ ਖਿੱਲੀ ਇਹ ਮੇਰੇ ਪਾਪਾ ਦੀ ਉਡਾ ਰਹੇ ਨੇ, ਉਹਨਾਂ ਦੀ ਧੀ ਨੂੰ ਥਾਣੇ ਬੁਲਾ ਲਿਆ, ਪਿਤਾ ਦੀ ਇੱਜ਼ਤ ਧੀ ਆ, ਥਾਣੇ ਫਿਰ ਰਹੀ ਆ, ਕੋਰਟਾਂ 'ਚ ਆ ਗਈ, ਇਹ ਮਿੱਟੀ ਪਲੀਤ ਕਰ ਚੁੱਕੇ ਮੇਰੇ ਪਾਪਾ ਦੀ ਪੂਰੀ ਤਰ੍ਹਾਂ। ਸੋ ਹੁਣ ਗੱਲਾਂ ਬਾਤਾਂ ਅੱਗੇ ਵਧਾਈਏ। ਮੈਂਡੀ ਜੀ, ਵੈਸੇ ਜਿਹੜੀ ਤੁਸੀਂ ਵਕਫੇ ਤੋਂ ਪਹਿਲਾਂ ਆਪੇ ਹੀ ਗੱਲ ਕਹਿਤੀ ਆ, ਮੇਰਾ ਸਵਾਲ ਹੀ ਇਹ ਸੀਗਾ ਵੀ ਕਰਤਾਰ ਰਮਲਾ ਜੀ ਹੁਣ ਇਸ ਦੁਨੀਆ ਦੇ ਉੱਤੇ ਨਹੀਂ, ਬੰਦੇ ਦੀ ਨਿੱਜੀ ਜ਼ਿੰਦਗੀ ਕਿਵੇਂ ਸੀ ਉਹ ਗੱਲ ਖਤਮ। ਇੱਕ ਪਾਸੇ ਜਦੋਂ ਬੰਦਾ ਦੁਨੀਆ ਦੇ ਉੱਤੇ ਹੀ ਨਹੀਂ ਤੇ ਬੰਦਾ ਚੰਗਾ ਸੀ, ਇਹ ਸਾਰੀ ਦੁਨੀਆਦਾਰੀ ਇਹ ਗੱਲ ਕਹਿੰਦੀ ਆ। ਪਰ ਤੁਹਾਨੂੰ ਨਹੀਂ ਲੱਗਦਾ ਵੀ ਹੁਣ ਜਿਸ ਤਰੀਕੇ ਨਾਲ ਤੁਸੀਂ ਮੁੱਦਾ ਚੁੱਕਿਆ, ਤੁਸੀਂ ਇੱਕ ਮੁਲਾਕਾਤ ਕਰਦੇ ਹੋ, ਉਧਰੋਂ ਉਹ ਉੱਤਰ ਦਿੰਦੇ ਆ, ਫਿਰ ਉਹ ਸਵਾਲ ਕਰਦੇ, ਫਿਰ ਤੁਸੀਂ ਉੱਤਰ ਦਿੰਦੇ ਹੋ, ਮਿੱਟੀ ਪਲੀਤ ਰਮਲਾ ਸਾਹਿਬ ਦੀ ਹੋ ਰਹੀ ਹੈ? ਹਾਂਜੀ ਹੋ ਰਹੀ ਹੈ, ਬਿਲਕੁਲ ਹੋ ਰਹੀ ਹੈ ਸਰ। ਮਿੱਟੀ ਪਲੀਤ ਕੀਤੀ ਹੈ ਨਵਜੋਤ ਰਾਣੀ ਜੀ ਨੇ। ਮੈਂ ਬਾਰ-ਬਾਰ, ਮੈਂ ਆਪਣੇ ਕਿਸੇ ਬਿਆਨ ਤੋਂ ਨਹੀਂ ਮੁੱਕਰਦੀ, ਮੈਨੂੰ ਕੋਈ ਫੰਬਲ ਨਹੀਂ, ਮੈਨੂੰ ਕੋਈ ਡਰ ਨਹੀਂ ਜੀ। ਮਿੱਟੀ ਪਲੀਤ ਕੀਤੀ, ਹੁਣ ਅਸੀਂ ਪਲੀਤੀ ਤਾਂ ਆਪਣੇ ਪਿਓ ਦੀ ਮਿੱਟੀ ਚੋਂ ਲੱਗ ਕਰਨੀ ਹੈ ਨਾ। ਉਹ ਪਲੀਤੀ ਸੀ ਕੀ ਦਿੱਤਾ, ਕਿਉਂ ਮਾਰਿਆ, ਇਹ ਪੁੱਛਣ ਦਾ ਹੱਕ ਮੈਨੂੰ ਹੈ। ਜਦੋਂ ਮੈਨੂੰ ਇਹ ਜਵਾਬ ਉਹਨਾਂ ਨੇ ਦੇਣੇ ਬੰਦ ਕਰਤੇ ਨਾ, ਉਹਨਾਂ ਨੂੰ ਮੈਂ ਕਿਹਾ ਡੈਥ ਸਰਟੀਫਿਕੇਟ, ਕਹਿੰਦੇ ਆਨਲਾਈਨ ਕਢਾ ਲਓ। ਮੈਂ ਕਿਹਾ ਆਧਾਰ ਕਾਰਡ, ਕਹਿੰਦੇ ਉਹ ਨਹੀਂ ਮਿਲਣਾ। ਪਾਸਪੋਰਟ, ਕਹਿੰਦੇ ਤਾਂ ਜਮਾ ਹੀ ਨਹੀਂ ਮਿਲਣਾ। ਮੈਂ ਕਿਹਾ ਤੂੰ ਵੀ, ਕਹਿੰਦੇ ਤੂੰ ਕੀ ਕਰਨੀ ਹੈ, ਤੂੰ ਵੀ, ਤੈਨੂੰ ਨਹੀਂ ਅਸੀਂ ਤੂੰ ਵੀ ਦੇਣੀ। ਜਦੋਂ ਉਹਨਾਂ ਨੇ ਇਹ ਵਰਡਿੰਗ ਯੂਜ਼ ਕੀਤੀ, ਉੱਥੇ ਹੱਥਾ ਪਾਈ ਹੋਈ ਇਹਨਾਂ ਦੇ ਬੇਟੇ ਮੈਨੂੰ ਆਕਾਸ਼ ਨੇ ਮਾਂ ਭੈਣ ਦੀ ਗਾਲ ਕੱਢੀ। ਉੱਥੇ ਪੂਰੇ ਥਾਣੇ ਦੇ ਲੋਕ ਮੌਜੂਦ ਨੇ, ਮੇਰੇ ਬ੍ਰਦਰ ਇਸ ਗੱਲ ਦੇ ਗਵਾਹ ਨੇ। ਸਾਡੇ ਨਾਲ ਜਿਹੜੇ ਮੇਰੇ ਪਾਪਾ ਦੇ ਤੁੰਬੀ ਬਣਾਉਂਦੇ ਸੀ ਉਹ ਵੀ ਨਾਲ ਸੀ, ਉਹਨਾਂ ਨਾਲ ਵੀ ਆਕਾਸ਼ ਬਾਰ ਭਿੜ ਰਿਹਾ ਸੀ, ਉਹਨਾਂ ਨਾਲ ਗਲਤ ਗੱਲਾਂ ਤਰੀਕੇ ਨਾਲ ਗੱਲ ਕਰ ਰਿਹਾ ਸੀ। ਉਹ ਇੱਕ ਐਗਰੈਸ਼ਨ ਕਰੋਸ਼ ਚ ਆਏ। 85 ਬੰਦੇ ਹੋ ਗਏ ਜਿਨ੍ਹਾਂ ਦੇ ਖਿਲਾਫ ਕੰਪਲੇਂਟ ਦਰਜ ਹੈ। ਇਹਨਾਂ ਨਾਲ 20 ਬੰਦੇ ਉਹ ਸੀ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ। ਇਹ ਗੁੰਡਾਗਰਦੀ ਕਰ ਰਹੇ ਸੀ, ਇਹ ਉੱਥੇ ਕਿਸੇ ਗੱਲ ਤੋਂ ਬਾਜ ਨਹੀਂ ਆਏ, ਸਮਝ ਰਹੇ ਹੋ? ਇਹਨਾਂ ਨੇ ਕੋਈ ਸਾਨੂੰ ਹੱਥ ਪੱਲਾ ਨਹੀਂ ਫੜਾਇਆ।
ਜੇ ਉਦੋਂ ਸਾਡੇ ਨਾਲ ਬਹਿ ਕੇ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਇੱਥੋਂ ਤੱਕ ਨੌਬਤ ਨਾ ਆਉਂਦੀ। ਮਿੱਟੀ ਪਲੀਤ ਸ਼ੁਰੂਆਤ ਹੀ ਉਹਨਾਂ ਨੇ ਕੀਤੀ ਹੈ ਜੀ। ਉਹਨਾਂ ਦੇ ਬਾਅਦ ਉਹ ਬੰਦੇ ਇਹਨਾਂ ਦੇ ਘਰ ਆ ਰਹੇ ਨੇ ਜਿਨ੍ਹਾਂ ਨਾਲ ਮੇਰੇ ਪਾਪਾ ਦੀ ਅੱਜ ਤੱਕ ਨਾ ਕੋਈ ਯਾਰੀ ਨਾ ਕੋਈ ਦੋਸਤੀ, ਨਾ ਜਿਨ੍ਹਾਂ ਨੂੰ ਮੇਰੇ ਪਾਪਾ ਨੇ ਪਸੰਦ ਕੀਤਾ, ਕਿਉਂਕਿ ਬਲੰਟ ਇਨਸਾਨ ਸੀ, ਮੂੰਹ ਫਟ ਬੰਦਾ ਸੀ ਮੇਰੇ ਫਾਦਰ ਸਾਹਿਬ। ਜਿਹੜਾ ਬੰਦਾ ਪਸੰਦ ਨਹੀਂ ਉਹਦੀ ਐਂਟਰੀ ਨਹੀਂ ਜੀ ਕਰੇ, ਉਹ ਚਾਹੇ ਬੱਚੇ ਨੇ ਤੇ ਚਾਹੇ ਗਵਾਂਢੀ ਹੈ। ਉਹ ਬੰਦੇ ਆ ਜਿਨ੍ਹਾਂ ਨਾਲ ਸਪੋਰਟ ਕਰ ਰਹੇ ਨੇ। ਸਪੋਰਟ ਕੀ ਕਰ ਰਹੇ ਨੇ? ਉਹਨਾਂ ਨੂੰ ਪੈਸੇ ਖਵਾਈ ਨੇ। ਪਰ ਨਵਜੋਤ ਰਾਣੀ ਹੋਰਾਂ ਦਾ ਕਹਿਣਾ ਹੈ ਕਿ ਤੁਹਾਡੇ ਬਹੁਤ ਸਾਰੇ ਪਰਿਵਾਰਕ ਰਿਸ਼ਤੇ ਇਹੋ ਜਿਹੇ ਨੇ ਜਿਹੜੇ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਰਹੇ ਨੇ ਤੇ ਰਮਲਾ ਸਾਹਿਬ ਦੇ ਹੁੰਦੇ ਉਹਨਾਂ ਦੇ ਘਰੇ ਵੀ ਆਉਂਦੇ ਜਾਂਦੇ ਰਹੇ ਨੇ, ਚਾਹੇ ਉਹਨਾਂ ਦੀ ਪੋਤੀ ਹੋਏ, ਚਾਹੇ ਉਹਨਾਂ ਦਾ ਭਤੀਜਾ ਹੋਏ, ਚਾਹੇ ਉਹਨਾਂ ਦੇ ਭੂਆ ਜੀ ਦਾ ਪੁੱਤ ਹੋਏ, ਤੇ ਹੁਣ ਵੀ ਆ ਰਹੇ ਨੇ। ਤੇ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਖੂਨ ਆ, ਮਤਲਬ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਕਿਵੇਂ ਆਪਣੇ ਰਿਸ਼ਤੇਦਾਰ ਕਹਿ ਸਕਦੀ ਜਿਹੜੇ ਖੂਨ ਨੂੰ ਅਵੋਇਡ ਕਰਕੇ ਥਰਡ ਪਾਰਟੀ ਕੋਲੇ ਜਾ ਰਹੇ ਨੇ। ਨਵਜੋਤ ਰਾਣੀ ਜੀ ਦਾ ਮੇਰੇ ਪਾਪਾ ਨਾਲ ਕੀ ਰਿਸ਼ਤਾ? ਇਸ਼ੀ ਵਾਈਫ, ਇਸ਼ੀ ਡਾਟਰ, ਇਸ਼ੀ ਬਹੂ, ਡਾਟਰ ਇਨ ਲੋ, ਇਹਨਾਂ ਦਿਨੋਂ ਚੋਂ ਰਿਸ਼ਤਾ ਨਹੀਂ। ਉਹ ਇਹਨਾਂ ਨਾਲ ਹੀ ਕਿਉਂ ਵਰਤਨੇ ਨੇ? ਉਹਨਾਂ ਨੂੰ ਪਤਾ ਨਹੀਂ ਧੀਆਂ ਨੇ, ਉਹਨਾਂ ਦੇ ਹੱਥੀ ਮੈਂ ਵੀ ਪਲੀ ਆ। ਮੈਨੂੰ ਅੱਜ ਵੀ ਯਾਦ ਆ ਮੇਰੇ ਦਾਦੀ ਜੀ ਦਾ ਵਿਆਹ। ਪਰ ਇਹ ਤਾਂ ਬੰਦੇ ਦੀ ਸ਼ਖਸੀ ਆਜ਼ਾਦੀ ਹੈ ਨਾ, ਉਹਨੇ ਕਿਹਦੇ ਨਾਲ ਰਹਿਣਾ, ਕਿਹਦੇ ਤੋਂ ਖੁਸ਼ੀ ਮਹਿਸੂਸ ਕਰਦਾ, ਇਹ ਤਾਂ ਚਲੋ ਕਾਨੂੰਨ ਦੇ ਦਾਇਰੇ ਦੇ ਵਿੱਚ ਗੱਲ ਨਹੀਂ ਆਉਂਦੀ ਜੀ। ਇਹ ਤਾਂ ਬੰਦੇ ਦੀ ਮਰਜ਼ੀ ਤੇ ਨਿਰਭਰ ਕਰਦੀ ਗੱਲ ਵੀ ਆ ਕਿ ਔਰਤ ਕਿਹਦੇ ਨਾਲ ਰਹਿੰਦੀ ਆ, ਮਰਦ ਕਿਹਦੇ ਨਾਲ ਰਹਿੰਦਾ। ਉਹ ਤਾਂ ਫਿਰ ਮੈਂ ਉਹੀ ਤਾਂ ਕਹਿੰਦੀ ਹੁਣ ਇਹ ਨਵਜੋਤ ਰਾਣੀ ਜੀ ਦੀ ਮਰਜ਼ੀ, ਉਹ ਕਿਸੇ ਨਾਲ ਵੀ ਜਾ ਕੇ ਮਿਲੀ ਵਰਤੀ ਜਾਣ। ਜੇ ਤੁਸੀਂ ਆਪ ਹੀ ਲੋਕਾਂ ਦੇ ਘਰਾਂ 'ਚ ਵੜ ਕੇ ਕਹੋਗੇ ਰਮਲਾ ਜੀ ਦੇ ਤੁਸੀਂ ਚਾਚਾ ਹੋ, ਤਾਇਆ ਹੋ, ਮੈਂ ਤੁਹਾਡੇ ਨਾਲ ਵਰਤਣਾ ਮਿਲਣਾ, ਵਰਤੀ ਜਾਓ। ਲੇਕਿਨ ਜੋ ਖੂਨ ਹੈ ਮੇਰੀ ਜਗ੍ਹਾ ਨਾ ਨਵਜੋਤ ਰਾਣੀ ਜੀ ਨੇ ਲੈਣੀ ਹੈ, ਨਾ ਉਹਨਾਂ ਦੇ ਚਾਚਿਆਂ ਤਾਇਆਂ ਨੇ ਲੈਣੀ ਹੈ, ਤੇ ਨਾ ਪੋਤੀ ਲੈ ਸਕਦੀ। ਮੈਂ ਮੂੰਹ ਤੇ ਕਹਿੰਦੀ ਆ, ਪੋਤੀ ਮੇਰੇ ਬ੍ਰਦਰ ਡਿਵੋਰਸਡ ਹੈ, ਠੀਕ ਹੈ, ਉਹਨਾਂ ਦੀ ਪੋਤੀ ਫਿਰ ਸਾਡੇ ਰਿਸ਼ਤੇ 'ਚ ਕਿਵੇਂ ਰਹਿ ਗਈ? ਚਲੋ ਡਿਵੋਰਸਡ ਹੈ, ਠੀਕ ਹੈ ਨਾ, ਉਹਨੂੰ ਤੁਸੀਂ ਲੱਖ ਰੱਖੀ ਚਲੋ। ਫਿਰ ਪੋਤੀ, ਇਹਦਾ ਮਤਲਬ ਤੁਸੀਂ ਇਹ ਕਹਿੰਦੇ ਹੋ ਬੇਟੀਆਂ ਨੂੰ ਇਗਨੋਰ ਕਰੋ, ਪੋਤੀਆਂ ਨਾ ਵਰਤੋ। ਬੇਟੀਆਂ ਨਹੀਂ ਹੋਣੀਆਂ ਚਾਹੀਦੀਆਂ ਡੈਥ ਤੇ, ਭਤੀਜਿਆਂ ਨਾ ਵਰਤੋ। ਬੇਟੀਆਂ ਨਹੀਂ ਹੋਣੇ ਚਾਹੀਦੇ, ਚਾਚੇ ਨੇੜੇ ਹੋ ਗਏ। ਸਰ ਦੱਸੋ ਇਹ ਕਿੱਥੇ ਠੀਕ ਹੈ? ਪਰ ਪਿਛਲੇ ਦਿਨ ਨਵਜੋਤ ਰਾਣੀ ਜੀ ਪਾਪਾ ਦੇ ਬਾਕੀ ਰਿਸ਼ਤੇਦਾਰਾਂ ਨਾਲ ਬਣਾ ਸਕਦੇ ਨੇ, ਧੀਆਂ ਉਹਨਾਂ 'ਚ ਰਿਸ਼ਤੇ 'ਚ ਨਹੀਂ, ਉਹਨਾਂ ਨਾਲ ਕੀ ਦੁਸ਼ਮਣੀ ਉਹਨਾਂ ਦੀ? ਨਵਜੋਤ ਰਾਣੀ ਹੋਰੀ ਇਹ ਵੀ ਗੱਲ ਕਹਿ ਕੇ ਗਏ ਆ ਕਿ ਮੇਰੇ ਕੋਲੇ ਪੋਸਟਮਾਰਟਮ ਦੀ ਰਿਪੋਰਟ ਹੈਗੀ ਆ। ਉਹ ਕਹਿੰਦੇ ਜੀ ਮੈਂ ਅਦਾਲਤ ਦੇ ਵਿੱਚ ਪੇਸ਼ ਕਰਨੀ ਆ, ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਉਹ ਕਹਿੰਦੇ ਵੀ ਉੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਸਰ ਪੋਸਟਮਾਰਟਮ ਦੀ ਰਿਪੋਰਟ ਹੈਗੀ ਹੈ, ਮੈਂ ਥੈਂਕਸ ਕਰਦੀ ਇਦਾਂ ਹੀ ਮੀਡੀਆ 'ਚ ਮਾਫੀ ਮੰਗਣ ਨੂੰ, ਮੇਰਾ ਕੁਝ ਨਹੀਂ ਜਾਣਾ। ਜੇ ਮੈਂ ਨਿਮਕੇ ਕਹਿੰਦੇ ਨਾ, ਨਿਮਕੇ ਜੇ ਮੱਥਾ ਟੇਕ ਕੇ ਮਾਫੀ ਮੰਗ ਲੂ, ਕੁਝ ਨਹੀਂ ਜਾਣਾ। ਤੁਸੀਂ ਇੱਕ ਰਿਪੋਰਟ ਯੂ ਆਰ ਸੈਲਫ ਮੈਂਸ਼ਨਿੰਗ ਆਈ ਡੋਂਟ ਹੈਵ ਪੋਸਟਮਾਰਟਮ, ਕਿ ਰਮਲਾ ਸਾਹਿਬ ਦਿਲ ਦੇ ਦੌਰੇ ਨਾਲ ਮਰੇ ਨੇ, ਮੇਰੇ ਕੋਲ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੈ। ਇਦੋਂ ਬਾਅਦ ਜੇ ਕਿਤੋਂ ਜਾਲੀ ਬਣਦੀ ਹੈ ਉਸ ਜਗ੍ਹਾ ਤੇ ਰਿਟ ਹੋਊਗੀ। ਉਹਨਾਂ ਨੇ ਕਿੱਦਾਂ ਬਣਾਤੀ? ਕਿਉਂਕਿ ਰੈਕਡ ਸਰ ਆਨਲਾਈਨ ਚੜਦਾ, ਜੇ ਉਹ ਮੈਡੀਕਲ ਨਹੀਂ ਹੈਗਾ ਰੈਕਡ, ਸੁਖਮਣੀ ਵਾਲੇ ਚੜਾਉਣਗੇ, ਸੁਖਮਣੀ ਵਾਲਿਆਂ ਤੇ ਰੇਡ ਪਊਗੀ, ਪੂਰਾ ਉਹਨਾਂ ਦਾ ਡਾਟਾ ਖੰਗਾਲਿਆ ਜਾਊਗਾ। ਤੁਸੀਂ ਮੈਨੂੰ ਤਾਂ ਮਨਾ ਕਰਤਾ ਪੋਸਟਮਾਰਟਮ ਦੇਣ ਤੋਂ, ਤੇ ਇਹਨਾਂ ਨੂੰ ਕਿਵੇਂ ਦੇਤਾ? ਇੰਨੀ ਕੀ ਨਜ਼ਦੀਕੀ ਹੈ? ਮੈਮ ਪੈਸਾ ਤਾਜ਼ਾ ਘੱਟੋ ਘੱਟ ਜ਼ਿਆਦਾ ਨਹੀਂ ਦਾ 30-40 ਲੱਖ ਕੈਸ਼ ਹੀ ਹੋਣਾ, ਜਿਹਦੇ ਗੁਲਛਰੇ ਉੱਡ ਰਹੇ ਨੇ। ਹੁਣ ਭਾਵੇਂ ਲੱਖ ਰਿਪੋਰਟਾਂ ਬਣਾ ਲੈਣ, ਮੀਡੀਆ ਤੇ ਮਸਲਾ ਚੁੱਕਣ ਦਾ ਕਾਰਨ ਹੀ ਇਹ ਸੀ ਕਿ ਕੋਈ ਜਾਲੀ ਦਸਤਾਵੇਜ਼ ਅਗਰ ਬਣੂਗਾ। ਮੈਮ ਸਰ ਕੋਰਟ ਦੇ ਵਿੱਚ ਦਿਖਾਉਣ ਨਾਲੋਂ ਮੈਨੂੰ ਦਿਖਾ ਦਿੰਦੇ, ਮੈਂ ਇੰਨਾ ਰੌਲਾ ਨਹੀਂ ਸੀ ਪਾਉਣਾ। ਤੁਹਾਨੂੰ ਦਿਖਾ ਦਿੰਦੇ। she should have shown it to the audience as well। ਜਿਹੜੀ ਆਡੀਅנס ਨੂੰ ਦਿਖਾ ਕੇ ਮੈਨੂੰ ਝੂਠਾ ਪਾਉਣਾ ਸੀ ਉਹਨਾਂ ਨੂੰ ਦਿਖਾਉਂਦੇ। she don't have any postmortem, she has committed herself। ਆਪਣੇ ਹੱਥ ਨਾਲ ਲਿਖ ਕੇ ਦੇ ਕੇ ਆਏ ਮੈਂ ਪੋਸਟਮਾਰਟਮ ਨਹੀਂ ਕਰਾਇਆ। ਹੁਣ ਤੁਹਾਨੂੰ ਤੂੰਬੀ ਚਾਹੀਦੀ ਆ, ਤੁਸੀਂ ਮੰਗ ਕੀਤੀ ਆ ਵੀ ਸਾਨੂੰ ਤੂੰਬੀ ਮਿਲੇ, ਜਿਹੜੀ ਤੂੰਬੀ ਨੂੰ ਮੇਰਾ ਪਿਓ ਟਣਕਾਉਂਦਾ ਰਿਹਾ ਜੀ। ਚਲੋ ਅਸੀਂ ਮੰਨ ਲਿਆ ਵੀ ਭਾਈ ਤੁਹਾਡਾ ਹੱਕ ਬਣਦਾ ਹੋਊਗਾ, ਪਰ ਸਾਡੇ ਜਿਹੜੇ ਕਈ ਦਰਸ਼ਕ ਉਹ ਗੱਲ ਕਹਿੰਦੇ ਵੀ ਜਿਉਂਦੇ ਜੀ ਤਾਂ ਕਦਰ ਨਹੀਂ ਕੀਤੀ, ਹੁਣ ਤੂੰਬੀ ਹੀ ਕਰਨੀ ਆ। ਜਿਉਂਦੇ ਜੀ ਕਦਰ ਮੈਂ ਤੁਹਾਨੂੰ ਦੱਸਿਆ ਤਾਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੈਂ ਆਪਣੇ ਪਾਪਾ ਕੋਲ ਨਹੀਂ ਗਈ। ਲੀਗਲ ਐਡਵਾਈਸ ਉਹਨਾਂ ਨੂੰ ਮੈਂ ਕੀਤਾ, ਚੱਪੇ ਤੇ ਮੇਰੇ ਫਾਦਰ ਨੇ ਅਗਰ ਕੋਈ ਪ੍ਰੋਬਲਮ ਚਾਹੇ ਸਿਰਫ ਕਰਤਾਰ ਅਮਲਾ ਨੇ ਪਰਮਜੀਤ ਸੰਧੂ ਤੇ ਮੈਂਡੀ ਸੰਧੂ ਨੂੰ ਫੋਨ ਕੀਤਾ। ਇਹਨਾਂ ਦੇ ਰਿਕਾਰਡ ਬੋਲਣਗੇ। ਕਿਉਂ ਉਹਨਾਂ ਦਾ ਫੋਨ ਆਪਣੇ ਨਾਮ ਕਰਾਇਆ? ਕਿਉਂਕਿ ਰਿਕਾਰਡਿੰਗ 'ਚ ਤੇ ਰਿਕਾਰਡ 'ਚ ਸਿਰਫ ਅਸੀਂ ਆ ਜੀ, ਜੋ ਉਹਨਾਂ ਲਈ ਇੱਕ ਇਨਸਿਕਿਉਰਿਟੀ ਬਣਦੀ ਜਾ ਰਹੀ ਸੀ। ਤੁਸੀਂ ਕੀ ਸਵਾਲ ਕੀਤਾ ਸੀ ਸਰ? ਬਈ ਲੋਕ ਇਹ ਗੱਲ ਕਹਿੰਦੇ ਆ। ਸਭ ਤੋਂ ਪਹਿਲਾਂ ਤੁੰਬੀ ਤੁਸੀਂ ਆਪ ਦੇਖ ਸਕਦੇ ਹੋ ਕਿੱਥੇ ਸੇਫ ਹੈ। ਜਿਹੜਾ ਕਹਿੰਦਾ ਲੱਕੜ ਦੀ ਹੈ ਮੈਂ ਸਿਰ 'ਚ ਮਾਰਨੀ ਹੈ, ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਤੁੰਬੀ ਬਣਦੀ ਕਾਹਦੀ ਆ, ਕਿੱਦਾਂ ਬਣਦੀ ਹੈ, ਉਹਦੇ ਲਈ ਲੱਕੜ ਹੀ ਹੈ। ਇਹ ਗੱਲ ਉਹਨਾਂ ਨੇ ਪ੍ਰਾਪਰਟੀ ਨਹੀਂ ਕਹੀ ਹੈ ਕਿ ਰਮਲੇ ਦੀ ਪ੍ਰਾਪਰਟੀ ਮੈਂ ਸਿਰ 'ਚ ਮਾਰਨੀ ਹੈ। ਇਹ ਗੱਲ ਉਹਨਾਂ ਨੇ ਕਾਰਾਂ ਲਈ ਕਹੀ ਹੈ ਕਿ ਮੈਂ ਸਿਰ 'ਚ ਮਾਰਨੀ ਹੈ। ਲਾਇਸੈਂਸ ਟਸਲਾ ਵੀ ਇਹਨਾਂ ਕੋਲੇ, ਇਹਨਾਂ ਨੇ ਕਿਹਾ ਕਿ ਮੈਂ ਰਮਲਾ ਜੀ ਦਾ ਅਸਲਾ ਸਿਰ 'ਚ ਮਾਰਨਾ, ਤੁੰਬੀ ਨੂੰ ਸਿਰ 'ਚ ਮਾਰਨਾ ਦੱਸਤਾ। ਜਿਸ ਸਾਜ਼ ਨਾਲ ਮੇਰੇ ਫਾਦਰ ਸਾਹਿਬ ਘਰੋਂ ਨਿਕਲਦੇ ਸੀ ਤੁੰਬੀ ਲੈ ਕੇ, ਉੱਥੇ ਮਹਿਲ ਬਣ ਜਾਂਦਾ ਸੀ। ਇਸ ਤੁੰਬੀ ਨਾਲ ਕਿੰਨਿਆਂ ਨੂੰ ਖਾਣਾ ਪਾ ਗਏ। ਉਸ ਤੁੰਬੀ ਨੂੰ ਲੱਕੜ ਦੀ ਦੱਸ ਕੇ ਕਹਿੰਦੀ ਮੈਂ ਸਿਰ 'ਚ ਮਾਰਨੀ ਹੈ। ਇਹ ਕਿੰਨੀ ਕੁ ਵਾਜਿਬ ਗੱਲ ਹੈ? ਸਾਨੂੰ ਤੁੰਬੀ ਨਾ ਦੇ ਫਿਰ ਇਹਦੇ ਕੋਲ ਕਿੰਨੀ ਕੁ ਸੇਫ ਹੈ? ਤੁਸੀਂ ਆਪ ਦੱਸੋ। ਮੇਰੇ ਪਿਤਾ ਦੀ ਮੌਤ ਤੋਂ 13 ਕੁ ਦਿਨ ਬਾਅਦ ਇੱਕ ਮੁਲਾਜ਼ਮ, ਪੁਲਿਸ ਮੁਲਾਜ਼ਮ ਤੁੰਬੀ ਵਜਾ ਰਿਹਾ, ਜਿਹਨੂੰ ਸੁਰ ਵੀ ਤੁੰਬੀ ਨਹੀਂ ਕਰਨੀ ਆ ਰਹੀ। ਰਮਲੇ ਦਾ ਕਬੂਤਰ ਨਚਾ ਰਿਹਾ, ਦੱਸੋ ਪਾਰਟੀ ਚੱਲਦੀ ਪਈ ਹੈ? ਕਰਤਾਰ ਅਮਲਾ ਜੀ ਤੁੰਬੀ ਹੁਣ ਉਹ ਬੰਦਾ ਵਜਾਊਗਾ ਜਿਹਨੂੰ ਸੁਰ ਦੀ ਤਾਲੀਮ ਨਹੀਂ। ਤੇ ਕੀ ਉਹ ਨਵਜੋਤ ਰਾਣੀ ਕੋਲੇ ਸੇਫ ਹੈ ਤੁੰਬੀ, ਜਿਹੜੇ ਕਹਿੰਦੇ ਮੈਂ ਸਿਰ 'ਚ ਮਾਰਨੀ ਹੈ? ਤੁੰਬੀ ਤਾਂ ਉਹਨਾਂ ਕੋਲੇ ਹੋਣੀ ਹੀ ਨਹੀਂ ਚਾਹੀਦੀ। ਤੁੰਬੀ ਦੀ ਸਾਜ਼ ਦੀ ਤੋਹੀਨ, ਮੇਰੇ ਫਾਦਰ ਦੀ ਆਤਮਾ ਨੂੰ ਠੇਸ ਪਹੁੰਚਾਉਣਾ
ਸਭ ਤੋਂ ਵੱਡਾ ਗੱਲ ਉਹਨਾਂ ਦੀ ਤੁੰਬੀ ਦਾ ਨਿਰਾਦਰ ਕਰਨਾ। ਤੁੰਬੀ ਲੈ ਕੇ ਤੁਸੀਂ ਕੋਈ ਯਾਦਗਾਰ ਦੇ ਵਿੱਚ ਰੱਖਣੀ ਚਾਹੁੰਦੇ ਆ ਜਾਂ ਉਹਦਾ ਅੰਗੀਠੀ ਤੇ ਸੰਭਾਲ ਕੇ? ਮੈਂ ਆਪਣੇ ਕੋਲੇ ਪਹਿਲੀ ਗੱਲ ਤਾਂ ਤੁੰਬੀ ਮੈਂ ਤਾਂ ਕਿਹਾ ਸੀ, ਸਾਨੂੰ ਵਜਾਉਣੀ ਨਹੀਂ ਆਉਂਦੀ, ਪਰ ਅਸੀਂ ਗਾਇਕ ਅਸੀਂ ਆਪਣਾ ਵਿਰਸਾ ਗਾ ਕੇ ਵੀ ਅੱਗੇ ਲਿਜਾ ਸਕਦੇ ਹਾਂ। ਮੇਰੇ ਦਾਦਾ ਜੀ ਉਸਤਾਦ ਲਾਲ ਚੰਦ ਯਮਲਾ ਜੀ, ਉਹਨਾਂ ਦੇ ਡੇਰੇ ਤੇ ਅਸੀਂ ਤੁੰਬੀ ਰੱਖਣੀ ਸੀ। ਉਹਨਾਂ ਦੀ ਤੁੰਬੀ ਵੀ ਅੱਜ ਉੱਥੇ ਸੰਭਾਲ ਕੇ ਪਈ ਹੈ। ਸਾਡੇ ਦਾਦਾ ਗੁਰੂ ਜੀ ਨੇ ਸਾਡੀਆਂ ਵਿਰਾਸਤਾਂ, ਸਾਡੇ ਦਾਦਾ ਗੁਰੂ ਜੀ ਦੇ ਅਗਰ ਮਿਊਜ਼ੀਅਮ 'ਚ ਜਾਂ ਉਹਨਾਂ ਦੇ ਘਰ ਜਾਂਦੀ ਹੈ, ਉੱਥੇ ਤੁੰਬੀ ਵੱਜੂਗੀ ਜੀ। ਉੱਥੇ ਤੁੰਬੀ ਨੂੰ ਜਗਾਇਆ ਜਾਊਗਾ, ਉਹਨੂੰ ਉਜਾਗਰ ਕੀਤਾ ਜਾਊਗਾ, ਉੱਥੇ ਤੁੰਬੀ ਅਮਰ ਰਹੂਗੀ, ਉੱਥੇ ਕਰਤਾਰ ਅਮਲਾ ਜੀ ਗੂੰਜਦੇ ਰਹਿਣਗੇ। ਇਹਨਾਂ ਕੋਲੇ ਕੀ ਕਰੀਏ? ਮੈਨੂੰ ਜਾ ਕੇ ਹੁਣ ਭਾਵੇਂ ਮੇਰੇ ਇਸ ਇੰਟਰਵਿਊ ਤੋਂ ਬਾਅਦ ਉਹਨੂੰ ਮਿਊਜ਼ੀਅਮ ਵਾਂਗੂ ਬਣਾ ਕੇ ਰੱਖ ਲੈਣ। ਉਹਨੇ ਰੱਖੀ ਕਿੱਥੇ ਪਹਿਲਾਂ ਦੇਖੋ ਜਾ ਕੇ, ਅਲਮਾਰੀ 'ਚ ਪਈ ਹੈ ਜੀ ਸਾਈਡ ਤੇ। ਕਿੰਨੀ ਕੁ ਕਦਰ ਹੈ ਜੀ। ਸਾਜ਼ ਤਾਂ ਵੱਜਦਾ ਰਵੇ ਤਾਂ ਅਮਰ ਹੈ ਜੀ। ਤੁਸੀਂ ਪਰ ਮੈਂਡੀ ਜੀ, ਲੋਕ ਇਹ ਵੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਫੇਸਬੁੱਕ ਦੀ ਗੱਲ ਕੀਤੀ ਜਾਏ ਜਾਂ ਤੁਹਾਡੇ ਵੱਲੋਂ ਕੀਤੇ ਗਏ ਸਵਾਲਾਂ ਦੀ ਗੱਲ ਕੀਤੀ ਜਾਏ ਕਿ ਜਦੋਂ ਤੱਕ ਰਮਲਾ ਜੀ ਇਸ ਦੁਨੀਆ ਤੋਂ ਨਹੀਂ ਸੀਗੇ, ਉਸ ਤੋਂ ਪਹਿਲਾਂ ਕਦੇ ਵੀ ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਸੀ ਕੀਤਾ, ਨਾ ਕਿਸੇ ਇੰਟਰਵਿਊ ਦੇ ਵਿੱਚ, ਨਾ ਕਿਸੇ ਗੱਲਬਾਤ ਦੇ ਵਿੱਚ, ਨਾ ਹੀ ਕਦੀ ਉਹਨਾਂ ਦੇ ਲਈ ਕੋਈ ਵੀਡੀਓ ਅਪਲੋਡ ਹੋਈ ਸੀ। ਪਰ ਜਦੋਂ ਦਾ ਇਹ ਭਾਣਾ ਵਾਪਰਿਆ, ਉਸ ਤੋਂ ਬਾਅਦ ਇੱਕਦਮ ਹੀ ਪਿਓ ਦੇ ਪ੍ਰਤੀ ਤੁਹਾਡਾ ਪਿਆਰ ਜਿਹੜਾ ਉਹ ਜਾਗਿਆ। ਇਹਦੇ ਬਾਰੇ ਕੀ ਕਹੋਗੇ? ਮੈਮ, ਮੇਰੇ ਆਧਾਰ ਕਾਰਡ ਤੇ ਮੇਰੇ ਜਿਹੜੇ ਬਚਪਨ ਦੇ ਸਰਟੀਫਿਕੇਟ ਨੇ, ਉਹ ਤਾਂ ਮੇਰੇ ਉਦੋਂ ਦੇ ਬਣੇ ਨਾ ਜਦੋਂ ਦਾ ਬਰਥ ਹੈ ਜੀ। ਉੱਥੇ ਤਾਂ ਫਾਦਰਸ ਨੇਮ ਹੋਏਗਾ ਹੀ ਹੋਏਗਾ ਜੀ। ਫਿਰ ਵਾਈ ਸ਼ੁਡ ਆਈ ਪ੍ਰੂਵ ਐਵਰੀਬਾਡੀ? ਮੇਰੇ ਪਾਪਾ ਇੱਕ ਖੁਦਗਰਜ਼ ਇਨਸਾਨ ਨੇ। ਇੱਕ ਆਡੀਓ ਦੀ ਵੀ ਤੁਸੀਂ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਕਿ ਰਿਲੀਜ਼ ਕੀਤੀ ਕਿ ਮੈਨੂੰ ਇਹਨਾਂ ਤੋਂ ਨਫ਼ਰਤ ਹੈ। ਮੇਰੇ ਪਾਪਾ, ਮੈਂ ਵੀ ਉਹ ਸੁਣੀ ਆ, ਕਿਸੇ ਸੱਜਣ ਦੇ ਨਾਲ ਉਹ ਗੱਲ ਕਰ ਰਹੇ, ਪਤਾ ਨਹੀਂ ਕੌਣ ਆ, ਜਿਹਦੇ ਵਿੱਚ ਰਮਲਾ ਸਾਹਿਬ ਕਹਿੰਦੇ ਜੀ ਕਿ ਮੈਂ ਤਾਂ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਨਾ ਚਾਹੁੰਦਾ, ਮੈਨੂੰ ਤਾਂ ਨਫ਼ਰਤ ਉਹਨਾਂ ਦੋਵਾਂ ਦੇ ਨਾਲ। ਇਹੀ ਗੱਲ ਨੂੰ ਮੈਂ ਜਸਟੀਫਾਈ ਕਰਨਾ ਚਾਹੁੰਦੀ ਹਾਂ ਨਾ। ਕਹਿੰਦੇ ਨਾ, ਉਸ ਨਾਲ ਯਾਰੀ ਲਾਈਓ ਜਿਸ ਨਾਲ ਯਾਰੀ ਨਿਭਾਉਣ ਦਾ ਦਸਤੂਰ ਹੋਵੇ। ਬੁੱਲਿਆ ਮਾਂ-ਬਾਪ ਨੂੰ ਬੁਰਾ ਨਾ ਆਖਿਓ, ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ। ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਗੱਲ ਜੀ। ਮੇਰੇ ਫਾਦਰ ਮੈਨੂੰ ਨਫ਼ਰਤ ਕਰਦੇ ਨੇ, ਇਹ 'ਚ ਬਹੁਤ ਵੱਡਾ ਪਿਆਰ ਛੁਪਿਆ। ਰੀਜ਼ਨ ਬੀਇੰਗ, ਉਹਨਾਂ ਨੇ ਕਿਹਾ ਮੈਂ ਇਹਨਾਂ ਨੂੰ ਵਿਆਹ ਕਰਾ ਕੇ ਸੈੱਟ ਕਰਨਾ ਸੀ। ਉਹ ਸੈੱਟ ਹੀ ਕਰਨਾ ਚਾਹੁੰਦੀ ਸੀ। ਇਸ ਨਫ਼ਰਤ ਨੂੰ ਮੈਂ ਸੈੱਟ ਨਾਲ ਜੋੜਾਂ ਤੇ ਨਫ਼ਰਤ ਨਹੀਂ ਹੈ, ਇੱਕ ਬਹੁਤ ਮੋਹ ਹੈ। ਮੇਰੇ ਫਾਦਰ ਸਾਡੀ ਗਾਇਕੀ ਦੇ ਖਿਲਾਫ ਸੀ। ਕਿਉਂ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕੀਤਾ? ਦੋਵਾਂ ਭੈਣਾਂ ਦੇ ਖਿਲਾਫ ਸੀ ਜੀ। ਧਿਆਨ ਨਾਲ ਸੁਣਿਓ, ਮੈਂ ਉਹਦਾ ਤੇ ਇਹਦਾ ਆਨਸਰ ਇਕੱਠਿਆਂ ਦਊਂਗੀ। ਪਾਪਾ ਨੂੰ ਪਤਾ ਹੈ ਕਿ ਗਾਇਕੀ ਤੇ ਪ੍ਰੋਫੈਸ਼ਨ 'ਚ ਜਿੰਨਾ ਧੱਕਾ ਤੇ ਸਟਰਗਲ ਹੈ, ਉਹ ਕਿਸੇ ਪ੍ਰੋਫੈਸ਼ਨ 'ਚ ਨਹੀਂ, ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੈ। ਜੀ ਬਿਲਕੁਲ। ਮੇਰੇ ਫਾਦਰ ਦੀ ਇੱਛਾ ਮੈਂ ਫੁੱਟਬਾਲ ਪਲੇਅਰ ਬਣਾ, ਮੈਂ ਉਹਨਾਂ ਦੇ ਖਿਲਾਫ ਗਈ। ਮੈਂ 뮤직 ਚੁਣਿਆ, ਘਾਵਾਂ ਦੇ ਪੁੱਤਾਂ ਨੇ ਘਾਹ ਹੀ ਖੁੱਦਣੇ ਆ। ਸਾਨੂੰ ਵਿਰਾਸਤ ਦੋਨਾਂ ਤੋਂ ਮਿਲ ਗਿਆ ਨਾ। ਮੇਰੇ ਮਦਰ ਵੀ ਐਮਏ 뮤직 ਆ, ਸੈਂਡੀ ਆਵਾਜ਼ ਪੰਜਾਬ ਦੀ ਹੀ ਬਣ ਕੇ ਆਈ। ਮੇਰੇ ਫਾਦਰ ਕਹਿੰਦੇ ਸੀ ਜੇ ਤੁਸੀਂ ਗਾਇਕੀ 'ਚ ਜਾਣਾ, ਪਹਿਲੀ ਗੱਲ ਮੇਰਾ ਨਾਮ ਨਹੀਂ ਕਿਤੇ ਲੈਣਾ, ਮੇਰੀ ਅਪਰੋਚ ਨਹੀਂ ਲਵਾਉਣੀ। ਮੈਂ ਰਮਲਾ ਖੁਦ ਬਣਿਆ। ਤੁਸੀਂ ਮੈਂਡੀ ਰਮਲਾ ਨਹੀਂ ਬਣਨਾ, ਮੈਂਡੀ ਸੰਧੂ ਬਣੋ, ਉਹਨਾਂ ਨੇ ਕਿਹਾ। ਸਰ, ਸੰਧੂ ਤੇ ਰਮਲਾ ਲਗਾਉਣ ਨਾਲ ਇਹ ਨਹੀਂ ਕਿ ਮੇਰੇ ਕਾਨੂੰਨੀ ਤੇ ਖੂਨੀ ਹੱਕ ਮੁੱਕ ਜਾਣਗੇ। ਸੰਧੂ, ਮੇਰੇ ਫਾਦਰ ਨੇ ਮੇਰੀ ਮਾਂ ਨੂੰ ਇੱਕ ਉੱਚ ਸਨਮਾਨ ਦਿੱਤਾ, ਨਾਰੀ ਸ਼ਕਤੀ ਨੂੰ ਸਨਮਾਨ ਦਿੱਤਾ। ਉਹਨਾਂ ਨੇ ਮੇਰੀ ਮਦਰ ਨੂੰ ਆਬਜੈਕਸ਼ਨ ਨਹੀਂ ਕੀਤਾ, ਤੂੰ ਸੰਧੂ ਕਿਉਂ ਲਗਾਇਆ, ਮੇਰੇ ਬੱਚਿਆਂ ਨੇ ਕਿਉਂ ਲਗਾਇਆ। ਉਹ ਖੁਦ ਬੋਲਦੇ ਨੇ ਮੈਂਡੀ ਸੰਧੂ, ਸੈਂਡੀ ਸੰਧੂ ਮਾਈ ਡਾਟਰਸ। ਉਹਨਾਂ ਨੇ ਨਾਰੀ ਨੂੰ ਸਨਮਾਨ ਦਿੱਤਾ, ਉਹਨਾਂ ਦੀ ਜ਼ਾਤ ਅੱਜ ਤੱਕ ਨਹੀਂ ਹਟਾਈ। ਤੇ ਇਹ ਆਬਜੈਕਸ਼ਨ ਮੇਰੇ ਪਾਪਾ ਹੀ ਕਰ ਸਕਦੇ ਸੀ, ਉਹਨਾਂ ਨੇ ਕਦੇ ਕੀਤਾ ਨਹੀਂ। ਆਪਾਂ ਗੱਲ ਕਰ ਰਹੇ ਸੀ, ਮੇਰੇ ਫਾਦਰ ਨੂੰ ਆਬਜੈਕਸ਼ਨ ਹੋਈ ਕਿ ਤੁਸੀਂ 뮤직 ਫੀਲਡ 'ਚ ਜਾਂਦੇ ਹੋ। ਕਈ ਵਾਰ ਤਾਂ ਰਿਹਰਸਲਸ ਮੇਰੇ ਫਾਦਰਸ ਨੇ ਕਰਵਾਈਆਂ। ਮੈਂ ਅੱਜ ਤੁਹਾਨੂੰ ਪਤਾ ਕਿ ਲੁਧਿਆਣਾ 'ਚ ਤੱਕਾ ਕਲੋਨੀ ਦੇ ਮਿਊਜ਼ੀਸ਼ੀਅਨਸ ਬੰਨੇ ਨੇ, ਉੱਥੋਂ ਮਿਊਜ਼ੀਸ਼ੀਅਨ ਆ ਕੇ ਸਾਨੂੰ ਰਿਹਰਸਲਸ ਕਰਾ ਕੇ ਜਾ ਰਹੇ ਸੀ ਆਵਾਜ਼ ਪੰਜਾਬ ਦੀ ਦੇ ਦੌਰਾਨ ਸੈਂਡੀ ਨੂੰ। ਉਹ ਕਹਿੰਦੇ ਬੇਟਾ ਕੁਝ ਵੀ ਬਣੀ, ਮੇਰਾ ਨਾਮ ਲੈ ਕੇ ਅੱਗੇ ਨਹੀਂ ਆਉਣਾ, ਕਰਤਾਰ ਅਮਲਾ ਨਹੀਂ ਤੁਸੀਂ ਲਗਾਉਣਾ। ਇਹ ਨਹੀਂ ਕਹਿਣਾ ਮੈਂ ਉਹਨਾਂ ਦੀ ਬੇਟੀ ਆ। ਆਪਣੇ ਦਮ ਤੇ ਜਾਈ, ਕੰਡੀਸ਼ਨਸ ਤੇ ਜਾਈ। ਜੇ ਸੁਰ ਪੱਲੇ ਆ ਤਾਂ ਜਿੱਤੇਂਗੀ, ਜੇ ਪੱਲੇ ਨਹੀਂ ਤਾਂ ਕਹਿੰਦੇ ਮੇਰੀ ਅਪਰੋਚ ਵੀ ਉਹਨਾਂ ਨੇ ਕਹਿਣਾ ਰਮਲਾ ਸਾਹਿਬ ਤੁਹਾਡੀ ਕੁੜੀ ਨੂੰ ਆਉਂਦਾ ਤਾਂ ਹੈ ਨਹੀਂ, ਮੈਂ ਕਿੱਦਾਂ ਅੱਗੇ ਲੈ ਜਾ, ਮੇਰੇ ਨਾਮ ਨੂੰ ਠੇਸ ਨਾ ਪਹੁੰਚਾਇਓ। ਮੇਰੇ ਪਾਪਾ ਫਾਰਮਰ ਦੇ ਬੇਟੇ ਨੇ, ਉਹਨਾਂ ਨੇ ਆਪਣੇ ਪਾਪਾ ਦੀ ਖਿਲਾਫੀਅਤ ਕੀਤੀ ਗਾਇਕੀ 'ਚ ਆ ਕੇ। ਸਾਡੇ ਤੋਂ ਵੀ ਹੋ ਗਈ, ਅਸੀਂ ਵੀ ਗਾਇਕੀ 'ਚ ਆ ਗਏ। ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਨਫ਼ਰਤ ਹੈ ਕਿ ਉਹ ਇਸ ਫੀਲਡ 'ਚ ਨੇ, ਮੈਂ ਚਾਹੁੰਦਾ ਸੀ ਉਹਨਾਂ ਦੇ ਵਿਆਹ ਕਰਾ ਕੇ ਸੈੱਟ ਕਰਾਵਾਂ। ਤੇ ਇਹ ਇੱਕ ਪਿਆਰ ਹੀ ਹੈ। ਇੱਕ ਬਹੁਤ ਜੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਕਿੱਤੇ ਤੋਂ ਬਹੁਤ ਪ੍ਰੋਬਲਮ ਹੈ ਜੀ, ਬਟ ਵਕੀਲ ਚਾਹੁੰਦਾ ਮੇਰਾ ਬੱਚਾ ਜੱਜ ਲੱਗ ਜਾਵੇ, ਤੇ ਉਹ ਕਹਿੰਦਾ ਨਹੀਂ ਪਾਪਾ ਮੈਨੂੰ ਪੁਲਿਸ ਲਾਈਨ 'ਚ ਜਾ ਲੈਣ ਦਿਓ। ਡਾਕਟਰ ਕਹਿੰਦਾ ਮੇਰਾ ਬੱਚਾ MBBS ਬਣ ਜਾਏ, ਨਹੀਂ ਪਾਪਾ ਮੈਂ 뮤직 'ਚ ਆਉਣਾ। ਮੈਂ ਇੱਕ ਐਸੇ ਡੈਂਟਿਸਟ ਨੇ ਜਿਹੜੇ ਪਟਿਆਲਾ ਤੋਂ ਨੇ, ਉਹ ਸਿੰਗਰ ਵੀ ਨੇ। ਉਹਨਾਂ ਨੇ ਆਪਣੇ ਪੇਰੈਂਟਸ ਦੀ ਵੀ ਗੱਲ ਰੱਖ ਲਈ, ਉਹਨਾਂ ਨੇ ਆਪਣਾ ਟੈਲੈਂਟ ਵੀ ਕਰ ਲਿਆ। ਮੈਂ ਸਾਈਡ ਬਾਈ ਸਾਈਡ ਮੀਡੀਆ ਪਰਸਨ ਵੀ ਹਾਂ। ਮੈਂ ਐਜ਼ ਅ ਪ੍ਰੋਡਿਊਸਰ ਡਾਇਰੈਕਟਰ ਚੈਨਲਸ ਤੇ ਕੰਮ ਕੀਤਾ। ਮੇਰੇ ਫਾਦਰ ਨੂੰ ਇਹੀ ਸੀ ਵਿਰੋਧ ਵੀ ਤੁਸੀਂ 뮤직 'ਚ ਨਾ ਆਓ, ਵੀ ਇਹ ਪ੍ਰੋਫੈਸ਼ਨ ਕੁੜੀਆਂ ਲਈ ਸਹੀ ਨਹੀਂ। ਇਹ ਤੁਹਾਨੂੰ ਵੀ ਪਤਾ ਹੈ ਕਿ ਕੁੜੀਆਂ ਲਈ ਕਿੰਨਾ ਕੁ ਮਹਿਫੂਜ਼ ਹੈ, ਪਰ ਅਸੀਂ ਆਏ, ਉਹਨਾਂ ਨੂੰ ਇਸ ਗੱਲ ਦੀ ਪ੍ਰੋਬਲਮ ਸੀ। ਪਰ ਇਹ ਕਿਤੇ ਸ਼ੋਅ ਨਹੀਂ ਨਾ ਕਰਦਾ। ਇਹ ਨਫ਼ਰਤ ਦਾ 3 ਰੀਜ਼ਨ ਨੇ ਜੀ। ਪਹਿਲੀ ਰੀਜ਼ਨ, ਮੈਂ ਸਾਰੀ ਜਗ੍ਹਾ ਕਿਹਾ ਕਿ ਨਵਜੋਤ ਰਾਣੀ ਮੇਰੇ ਪਾਪਾ ਦਾ ਫੋਨ ਟੈਪ ਕਰਦੇ ਸੀ। ਇਹ ਰਿਕਾਰਡਿੰਗ ਕਿੱਥੋਂ ਆਈ? ਫੋਨ 'ਚੋਂ ਆਈ ਜੀ। ਐਵਰੀਵੇਅਰ ਇਟ ਇਜ਼ ਇਲੀਗਲ। ਕੀ ਇਹ ਮੇਰੇ ਪਾਪਾ ਦੀ ਕੰਸਰਨ ਨਾਲ ਰਿਕਾਰਡਿੰਗ ਕੀਤੀ ਇਹਨਾਂ ਨੇ? ਇਹਨਾਂ ਨੇ ਪੁੱਛਿਆ ਸੀ ਵੀ ਰਮਲਾ ਸਾਹਿਬ ਤੁਸੀਂ ਕੁੜੀ ਨੂੰ ਗਲਤ ਬੋਲਣ ਲੱਗੇ ਹੋ, ਵੀ ਮੈਂ ਇਹ ਰਿਕਾਰਡਿੰਗ ਕਰ ਲਾਂ? ਇਹ ਇਲੀਗਲ ਹੈ ਮੈਮ ਜੀ। ਨਾਲੇ ਰਿਕਾਰਡਿੰਗ ਕੋਰਟ ਮੰਨਦੀ ਨਹੀਂ ਇਸ ਚੀਜ਼ ਨੂੰ। ਇਟ ਇਜ਼ ਨਾਟ ਵੈਲਿਊਬਲ ਦੇਅਰ। ਇਹ 100 ਕਰਨ 100 ਪਾਉਣ,
ਜੇ ਮੇਰੇ ਪਾਪਾ ਜਿਉਂਦੇ ਹੁੰਦੇ ਆ ਜਿੱਥੇ ਆ ਕੇ ਚਪੇੜ ਮਾਰਦੇ, ਮੈਂ ਤਾਂ ਉਹ ਵੀ ਧੰਨ ਭਾਗ ਮੰਨੇ ਸੀ। ਫਾਦਰ ਹੈ, ਮਾਰ ਸਕਦੇ, ਗਾਲ ਵੀ ਕੱਢ ਸਕਦੇ ਆ, ਇਹ ਤੋਂ ਬੱਤਰ ਵੀ ਕੋਈ ਆਡੀਓ ਪਾ ਦੇਣ। ਸੈਕੰਡ ਥਿੰਗ, ਇਹਨਾਂ ਨੇ ਮੈਜੋਰਟੀ ਦਾ ਫਾਇਦਾ ਚੱਕ ਲਿਆ ਵੀ ਘਰੇ ਨਫ਼ਰਤ ਹੈ, ਜੇ ਮੈਂ ਕੱਲ ਨੂੰ ਮਾਰ ਦੂੰਗੀ, ਧੀਆਂ ਨੂੰ ਐ ਬੋਲ ਰਿਹਾ, ਮੁੰਡਿਆਂ ਨੂੰ ਐ ਬੋਲ ਰਿਹਾ, ਜੇ ਮੈਂ ਮਾਰ ਦੂੰਗੀ ਤਾਂ ਕੱਲ ਨੂੰ ਕੋਈ ਵੀ ਮੇਰੇ ਤੇ ਆਬਜੈਕਸ਼ਨ ਕਰਨ ਵਾਲਾ ਹੀ ਨਹੀਂ। ਤੇ ਥਰਡ ਰੀਜ਼ਨ ਕੀ ਹੈ ਇਸ ਆਡੀਓ ਪਾਉਣ ਦਾ, ਕਿ ਮੈਂਡੀ ਨਫ਼ਰਤ ਕਰਕੇ ਬੈਕ ਸਟੈਪ ਹੋ ਜੂਗੀ। ਮੇਰੇ ਪਿਓ ਨਫ਼ਰਤ ਕਰ ਜਾਂਦਾ, ਮੈਂ ਨਹੀਂ, ਮੈਂ ਧੀ ਆ, ਮੇਰਾ ਖੂਨ ਆ, ਮੈਂ ਪ੍ਰਾਪਰਟੀ ਲੈਣ ਲਈ ਤਾਂ ਹੀ ਨਹੀਂ, ਮੈਂ ਤਾਂ ਇਨਸਾਫ ਲੈਣ ਲਈ ਆਈ ਹਾਂ। ਚੌਥਾ ਰੀਜ਼ਨ ਇਹ ਵੀ ਮੈਂ ਆਡੀਅנס ਦਾ ਮਾਈਂਡ ਸ਼ਫਲ ਕਰੂੰਗੀ ਵੀ ਦੇਖੋ ਕਰਤਾਰ ਰਮਲਾ ਜੀ ਦੇ ਧੀ ਲਈ ਕੀ ਇਰਾਦੇ ਨੇ, ਕੀ ਵਿਚਾਰ ਨੇ, ਤੇ ਇਹ ਮਿੱਟੀ ਪਲੀਤ ਕੌਣ ਕਰ ਰਿਹਾ ਫਿਰ ਪਾਪਾ ਦੀ। ਜੇ ਕਦੇ ਕਿਸੇ ਮੋੜ ਦੇ ਉੱਤੇ ਮੌਕਾ ਬਣੇ ਵੀ ਤੁਸੀਂ ਦੋਵੇਂ ਧਿਰਾਂ ਆਮੋ ਸਾਹਮਣੇ ਬਹਿ ਜਾਓ, ਭਾਵੇਂ ਇੱਥੇ ਇਸੇ ਪ੍ਰੋਗਰਾਮ ਦੇ ਵਿੱਚ ਬਹਿ ਜਾਓ, ਇੱਕ ਪਾਸੇ ਨਵਜੋਤ ਰਾਣੀ, ਦੂਜੇ ਪਾਸੇ ਤੁਸੀਂ ਤੇ ਤੁਹਾਡਾ ਪਰਿਵਾਰ, ਤੁਸੀਂ ਇਸ ਮਸਲੇ ਨੂੰ ਸਮੇਟਣਾ ਚਾਹੋਗੇ, ਮਸਲੇ ਨੂੰ ਹੱਲ ਕਰਨਾ ਚਾਹੋਗੇ ਕਿ ਨਹੀਂ? ਸਰ ਜੇ ਥਾਣੇ ਜਾ ਕੇ ਨਹੀਂ ਸਿਮਟਿਆ, ਇਹ ਕਿਤੇ ਨਹੀਂ ਸਿਮਟਿਆ। ਯਾਨੀ ਤੁਹਾਡੇ ਮਨ ਦੀ ਹਸਰਤ ਹੈ ਵੀ ਭਾਈ ਜੇ ਨਿਬੜ ਜੇ ਤਾਂ ਨਿਬੜ ਵੀ ਲਵਾਂਗੇ। ਸਰ ਨਿਬੜਦਾ ਕਿੱਥੇ ਹੁੰਦਾ, ਜੇ ਵੱਟ ਦੇ ਰੌਲਾ ਹੋਵੇ, ਬੰਦਾ ਕਹਿੰਦਾ ਚਲ ਆਪਾਂ ਥੋੜੀ ਥੋੜੀ ਵੰਡ ਲੈਣੇ ਆ, ਗਵਾਂਡੀਆਂ ਦਾ ਰੌਲਾ ਹੁੰਦਾ, ਅਗਲੇ ਕਹਿੰਦੇ ਚਲੋ ਬਿਠਾ ਕੇ ਰਾਜ਼ੀਨਾਮਾ ਕਰੋ। ਇੱਕ ਮਸਲਾ ਹੈ ਮੌਤ ਦਾ, ਕਤਲ ਦਾ, ਇਹ ਕਿਸੇ ਤੇ ਇਲਜ਼ਾਮ ਹੁਣ ਕਤਲ ਦਾ ਲੱਗਿਆ, ਇਹਨੂੰ ਮੈਂ ਬਹਿ ਕੇ ਨੈਗੋਸ਼ੀਏਟ ਨਹੀਂ ਕਰ ਸਕਦੀ। ਮੈਂ ਡਟੀ ਹਾਂ, ਇਨਸਾਫ ਚਾਹੀਦਾ, ਕਿਤੇ ਨਾ ਕਿਤੇ ਮਿਲੂਗਾ। ਸਰ ਆਮ ਇਨਸਾਨ ਦਾ ਵੀ ਕਤਲ ਸਾਹਮਣੇ ਆ ਜਾਂਦਾ, ਇਹ ਬਹੁਤ ਵੱਡੀ ਸੈਲੀਬ੍ਰਿਟੀ ਦਾ ਕਤਲ ਹੋਇਆ, ਹਾਈ ਪ੍ਰੋਫਾਈਲ ਬੰਦੇ ਨੂੰ ਮਾਰਿਆ ਗਿਆ, ਤੇ ਇਹ ਕਤਲ ਨੂੰ ਮੈਂ ਕਿਵੇਂ ਬੈਠ ਕੇ ਕਵਾਂ ਚਲੋ ਆਂਟੀ ਤੁਸੀਂ ਗਲਤੀ ਕਰਦੀ, ਪਾਪਾ ਨੂੰ ਮਾਰਤਾ, ਹੁਣ ਤਾਂ ਤੁਹਾਡੀ ਆਪਸ ਦੇ ਵਿੱਚ ਤਾਲਮੇਲ ਦੀ ਗੱਲ ਹੀ ਨਹੀਂ ਨਾ। ਤੁਸੀਂ ਸ਼ਾਇਦ ਫੋਨ ਦੇ ਉੱਤੇ ਵੀ ਕਦੇ ਨਹੀਂ ਗੱਲ ਕਰਦੇ ਹੋਵੋਗੇ, ਨਾ ਹੀ ਕਦੇ ਸੋਚੋ ਕਰਨ ਬਾਰੇ, ਕਿਉਂਕਿ ਦੂਰੀਆਂ ਇੰਨੀਆਂ ਵਧੀਆਂ ਹੋਈਆਂ, ਮਨ ਦੇ ਵਿੱਚ ਨਫ਼ਰਤਾਂ ਇੰਨੀਆਂ। ਪਰ ਜੇਕਰ ਗੱਲਬਾਤ ਦਾ ਸਬੱਬ ਆਮੋ ਸਾਹਮਣੇ ਬੈਠ ਕੇ ਤੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਹੋ ਜਾਏ ਵੀ ਭਾਈ ਉਹ ਕਹਿਣ ਵੀ ਹਾਂ ਸਾਨੂੰ ਆਹ ਠੀਕ ਲੱਗਦਾ, ਸਾਨੂੰ ਆਹ ਨਹੀਂ। ਸਰ ਇਹਨਾਂ ਨਾਲ ਹੁਣ ਮੇਰਾ ਬੈਠਣ ਦਾ ਦੂਰ ਦੂਰ ਤੱਕ, ਅਦਰਵਾਈਜ਼ ਮੈਂ ਤੁਹਾਨੂੰ ਦੱਸਦੀ ਹਾਂ ਜੇ ਕੋਈ ਇਦਾਂ ਦਾ ਇੰਟਰਵਿਊ ਹੋ ਜਾਂਦੀ ਹੈ, ਮੈਨੇ ਗਟਸ ਰੱਖਦੀ ਹਾਂ, ਜਿਹੜੇ ਸਵਾਲ ਤੁਸੀਂ ਮੇਰੇ ਵੱਲੋਂ ਪੁੱਛੇ ਆ ਜਾਂ ਜਿਹੜੇ ਮੇਰੇ ਅੰਦਰ ਚੱਲਦੇ, ਮੈਂ ਇਹਨਾਂ ਨੂੰ ਪੁੱਛੂੰਗੀ। ਤੁਹਾਡੀ ਵਾਰੀ ਵੀ ਆਨਸਰ ਨਹੀਂ ਦਿੱਤਾ ਤੇ ਮੇਰੀ ਵਾਰੀ ਵੀ ਇਹਨਾਂ ਕੋਲੇ ਆਨਸਰਸ ਨਹੀਂ ਹੋਣੇ। ਮੈਨੂੰ ਬਹਿਣ ਤੋਂ ਕੋਈ ਝਿਜਕ ਜਾਂ ਡਰ ਨਹੀਂ ਜੀ, ਮੇਰੇ ਨਾਲ ਕਿਤੇ ਵੀ ਬਹਿ ਜਾਣ। ਇਹ ਉਦੋਂ ਥਾਣੇ 'ਚ ਵੀ ਬੈਠੇ ਸੀ, ਤੇ ਜਦੋਂ ਮੈਂ ਇਹਨਾਂ ਨੂੰ ਇਹਨਾਂ ਦੇ ਮੂੰਹ 'ਚ ਕਿਹਾ ਤੁਸੀਂ ਮਰਡਰ ਕੀਤਾ ਤੇ ਮੂਵ ਔਨ ਕਰ ਗਏ, ਉੱਥੋਂ ਗਏ ਕਿਉਂ? ਲੜਾਈ ਸੀ, ਸਿਮਟ ਗਈ ਸੀ, ਸਭ ਨੇ ਸ਼ਾਂਤ ਕਰਾ ਕੇ ਬੋਲਤਾ ਸੀ ਵੀ ਬੈਠੋ, ਆਪਣੇ ਆਪਣੇ ਸਟੇਟਮੈਂਟ ਦਿਓ, ਇਹ ਭੱਜੇ ਕਿਉਂ? ਇਹ ਅਗਰ ਬਹਿਣਾ ਹੁੰਦਾ ਤਾਂ ਇਹ ਇੰਨੀਆਂ ਗੱਲਾਂ ਕਰਦੇ ਕਿਉਂ? ਇਹ ਤਾਂ ਕਹਿੰਦੇ ਮੈਂ ਮੈਂਡੀ ਨੂੰ ਹਾਈ ਕੋਰਟ ਲਿਜਾਣਾ। ਹੁਣ ਦੱਸੋ, ਰਮਲਾ ਸਾਹਿਬ ਦੀ ਮਿੱਟੀ ਹੁਣ ਹਾਈ ਕੋਰਟ 'ਚ, ਉਹਨਾਂ ਦੀ ਧੀ ਆ ਮੈਂ, ਉਹਨਾਂ ਦਾ ਖੂਨ ਆ, ਲੈ ਕੇ ਜਾਣ ਨਾ। ਹੁਣ ਜੇ ਫੈਸਲਾ ਕਰਨਾ ਹੀ ਚਾਹੁੰਦੇ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਇਹਨਾਂ ਨੂੰ ਕੋਰਟ ਤੱਕ ਲੈ ਗਏ, ਇਹ ਰਾਜ਼ੀ ਹੋ ਗਏ ਕੋਰਟ ਤੱਕ ਜਾਣ 'ਚ, ਇਹ ਤਾਂ ਕਿਤੇ ਖੜਦੇ ਹੀ ਨਹੀਂ ਜੀ। ਨਹੀਂ, ਪਰ ਇਹਨਾਂ ਦਾ ਸਵਾਲ ਇਹ ਸੀ ਕਿ ਜੇ ਆਮੋ ਸਾਹਮਣੇ ਬੈਠ ਕੇ ਗੱਲਬਾਤ ਕਰਨੀ ਹੋਏ ਤਾਂ ਕੀ ਤੁਸੀਂ ਉਹਦੇ ਲਈ ਰਾਜ਼ੀ ਹੋ? ਕਿਉਂਕਿ ਤੁਸੀਂ ਦੋਸ਼ ਲਾ ਰਹੇ ਹੋ, ਹਾਲੇ ਇਹ ਦੋਸ਼ ਜਿਹੜੇ ਉਹ ਸਾਬਤ ਨਹੀਂ ਹੋਏ। ਜੇ ਆਪਾਂ ਮੌਤ ਦੀ ਜਾਂ ਕਤਲ ਦੀ ਗੱਲ ਕਰੀਏ, ਦੋਸ਼ ਹਾਲੇ ਸਾਬਤ ਨਹੀਂ ਹੋਏ, ਸੋ ਸਾਬਤ ਹੋਣ ਤੋਂ ਪਹਿਲਾਂ ਜੇ ਆਮੋ ਸਾਹਮਣੇ ਬਿਠਾ ਕੇ ਗੱਲਬਾਤ ਕਰਵਾਈ ਜਾਂਦੀ ਹੈ ਤਾਂ ਕੀ ਤੁਸੀਂ ਇਹਦੇ ਲਈ ਰਾਜ਼ੀ ਹੋ? ਮੈਮ ਕਾਫੀ ਹੱਦ ਤੱਕ ਸਾਬਿਤ ਹੋ ਗਈ, ਕਿਉਂਕਿ ਮੇਰੇ ਕੋਲ ਹੈਗੇ ਐਵੀਡੈਂਸਸ ਜੀ। ਹੁਣ ਮੈਨੂੰ ਐ ਲੱਗਦਾ ਮੈਂ ਆਪਣੇ ਪਿਓ ਦੇ ਕਾਤਲ ਨਾਲ ਬਹਿ ਨਹੀਂ ਸਕਦੀ, ਮੈਂ ਨਹੀਂ ਬੈਠੂਗੀ। ਤੁਸੀਂ ਅਦਾਲਤ ਦਾ ਦਰਵਾਜ਼ਾ ਖੜਕਾਤਾ? ਖਟ ਗਿਆ ਹੀ ਲੋ, ਆਲਮੋਸਟ ਆਈ ਐਮ ਡਨ ਵਿਦ ਮਾਈ ਫਾਰਮੈਲਿਟੀ। ਤੁਹਾਨੂੰ ਉਧਰ ਨਵਜੋਤ ਰਾਣੀ ਨੇ ਜਿਹੜਾ ਵੀ ਕੇਸ ਕੀਤਾ, ਸਾਨੂੰ ਤਾਂ ਪਤਾ ਨਹੀਂ ਵੀ ਕੀਤਾ ਕਿ ਨਹੀਂ, ਉਹਨਾਂ ਨੇ ਕਿਹਾ ਜੀ ਕਿ ਅਸੀਂ ਦਰਵਾਜ਼ਾ ਖੜਕਾਤਾ, ਤੁਹਾਨੂੰ ਕੋਈ ਸਮਨ ਵਗੈਰਾ ਮਿਲੇ ਆ? ਨਹੀਂ ਸਰ, ਯet not received any summons। ਤੇ ਮੈਂ ਇਹ ਵੀ, ਮੈਨੂੰ ਅੱਛੇ ਲੱਗਿਆ ਕਿ ਉਹਨਾਂ ਨੇ ਐਲੀਗੇਸ਼ਨ ਕੀ ਲਾਇਆ ਹੋਊਗਾ, ਮੈਂ ਤਾਂ ਚਲੋ ਮੌਤ ਦਾ ਲਾਤਾ, ਤੁਸੀਂ ਕਿਸ ਐਲੀਗੇਸ਼ਨ ਨਾਲ ਮੈਨੂੰ ਲੈ ਕੇ ਜਾ ਰਹੇ ਹੋ, ਵਧੀਆ ਗੱਲ ਹੈ। ਉਹ ਤਾਂ ਉੱਥੇ ਜੱਜ ਹੋ ਸਕਦਾ ਉਹ ਕਹਿਣ ਜੀ ਮੇਰੇ ਮਾਣ ਦੀ ਹਾਨੀ ਕੀਤੀ ਜਾਂ ਮਾਣਹਾਨੀ ਦਾ ਕੇਸ ਕੀਤਾ ਹੋਵੇ। ਸਰ ਤੇ ਮਾਣ ਦੀ ਹਾਨੀ ਫਿਰ ਸਾਡੀ ਨਹੀਂ ਹੋਈ, ਥਾਣੇ 'ਚ ਤਾਂ ਅਸੀਂ ਵੀ ਗਏ ਆ, ਜਦ ਕਿ ਅਸੀਂ ਇੱਕ ਕਮੈਂਟ ਕੀਤਾ, ਕਮੈਂਟ ਦਾ YouTube ਹੁਣ ਖੋਲ ਲੋ, ਭਰਿਆ ਪਿਆ ਕਮੈਂਟ ਪਿੱਛੇ ਮਾਣਹਾਨੀ ਫਿਰ ਮੇਰੀ ਬਹੁਤ ਹੋ ਗਈ, ਮੈਂ ਵੀ ਥਾਣੇ ਗਈ ਆ। ਹੁਣ ਤੁਹਾਡੀ ਮੰਗ ਕੀ ਹੈ? ਜੇ ਛੋਟੇ ਲਫ਼ਜ਼ਾਂ ਦੇ ਵਿੱਚ ਸਾਫ਼ ਸਪਸ਼ਟ ਗੱਲ ਕਰਨੀ ਹੋਏ ਤਾਂ ਮੈਂਡੀ ਸੰਧੂ ਕੀ ਮੰਗ ਰੱਖਦੀ ਹੈ? ਸਭ ਤੋਂ ਪਹਿਲੀ ਮੰਗ, ਬਾਪ ਮੈਨੂੰ ਵਾਪਸ ਮਿਲ ਜੇ, ਜੋ ਕਿ ਇੰਪੋਸੀਬਲ, ਉਹ ਨਹੀਂ ਮਿਲਣਾ ਜੀ। ਮੈਨੂੰ ਇਨਸਾਫ ਮਿਲ ਜੇ ਤੇ ਸ਼ਾਇਦ ਮੇਰੇ ਪਾਪਾ ਦੀ ਆਤਮਾ ਨੂੰ ਸ਼ਾਂਤੀ ਮਿਲ ਜੂ ਜੀ। ਮੇਰੀ ਮੰਗ, ਪਾਪਾ ਨੂੰ ਇਨਸਾਫ ਦਿਵਾਉਣਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪੇ ਆਡੀਅנס ਸਾਹਮਣੇ ਆਊਗਾ। ਜਿਹੜੇ ਇਹਨਾਂ ਦੇ ਪੇਡ ਕਮੈਂਟੇਟਰਸ ਨੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਵੀ ਅਸੀਂ ਪੇ ਲੈ ਕੇ ਵੀ ਗਲਤ ਕਮੈਂਟਸ ਹੀ ਕਰੀ ਗਏ ਆ, ਉਹਨਾਂ ਨੂੰ ਵੀ ਪਤਾ ਲੱਗ ਜੂਗਾ। ਮੈਂ ਆਈ ਐਪਰੀਸ਼ੀਏਟ them if they're commenting me wrong or good, I have no problem, I'm still sitting here। ਮੈਂ ਤਾਂ ਸਟਿਲ ਵਰਬਲੀ ਦੱਸ ਰਹੀ ਵੀ ਮੇਰੇ ਫਾਦਰ, ਇਹ ਗੱਲਾਂ ਹੋਈਆਂ ਨੇ, ਮੇਰੇ ਕੋਲ ਕੁਝ ਐਵੀਡੈਂਸਿਸ ਨੇ, ਉਹਨਾਂ ਦੇ ਆਧਾਰ ਤੇ ਮੈਂ ਇੰਨਾ ਵੱਡਾ ਇਲਜ਼ਾਮ ਲਾਈਵ ਆ ਕੇ ਲਾਇਆ। ਜੇ ਮੇਰੇ ਕੋਲ ਨਾ ਹੁੰਦੇ ਤਾਂ ਸ਼ਾਇਦ ਇਹ ਗੱਲ ਅੱਜ ਦਬੀ ਰਹਿੰਦੀ, ਕਰਤਾਰ ਰਮਲਾ ਜੀ ਦੀ ਮਿੱਟੀ ਦਬ ਕੇ ਰਹਿ ਜਾਂਦੀ ਜੀ। ਤੁਹਾਡੇ ਨਾਲ ਕਲਾਕਾਰਾਂ ਨੇ ਜਿਹੜੇ ਕਿ ਉਹਨਾਂ ਦੇ ਸਮਕਾਲੀ ਕਲਾਕਾਰ ਆ, ਜਿਹੜੇ ਬਹੁਤ ਵੱਡੇ ਕੱਦ ਵਾਲੇ ਕਲਾਕਾਰ ਆ, ਰਮਲਾ ਸਾਹਿਬ ਦੇ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਲਈਏ ਬੈਚਮੇਟ ਆ ਜੀ, ਉਹਨਾਂ ਨੇ ਸੰਪਰਕ ਕੀਤਾ ਵੀ ਮੈਂਡੀ ਤੇਰੇ ਨਾਲ ਆ, ਤੂੰ ਮੁੱਦਾ ਚੁੱਕ। ਸਰ ਮੈਨੂੰ, ਮੈਂ ਤੁਹਾਨੂੰ ਦੱਸਾਂ, ਇਟਸ ਅ ਵਨ ਮੈਨ ਆਰਮੀ, ਆਈ ਐਮ ਨੋਟ ਡਿਪੈਂਡਡ ਅਪਨ ਐਨੀਬਡੀ। ਮੈਂ ਸਿੰਗਰਸ ਦੀ ਬਹੁਤ ਰਿਸਪੈਕਟ ਕਰਦੀ ਹਾਂ, ਇਹ ਮਸਲਾ ਮੇਰੇ ਘਰ ਦਾ,
ਮੇਰੇ ਫਾਦਰ ਦਾ। ਸ਼ਾਇਦ ਲੋਕੀ ਇਹ ਦੇਖਣਾ ਚਾਹੁੰਦੇ ਕਿ ਚਲੋ ਮੈਂਡੀ ਅਪ ਟੂ ਜੋ ਵੀ ਕਰਦੀ ਉਹ ਕਰੇ, ਜੇ ਲੋੜ ਪਈ ਤਾਂ ਅਸੀਂ ਹੈਲਪ ਕਰਾਂਗੇ। ਮੈਨੂੰ ਪੋਲੀਟੀਕਲ ਸਪੋਰਟ ਬਹੁਤ ਆਈ, ਮੈਨੂੰ ਇੰਟਰਨਲੀ ਸਪੋਰਟ ਬਹੁਤ ਆ ਰਹੀ ਹੈ ਜੀ। ਪਰ ਕੀ ਜਿਹੜੇ ਲੋਕ ਤੁਸੀਂ ਇਹ ਜਿੰਨੇ ਵੀ ਐਵੀਡੈਂਸ ਇਕੱਠੇ ਕੀਤੇ ਨੇ, ਇਹਦੇ ਲਈ ਕੋਈ ਹੋਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਵੀ ਹਾਂ ਮੈਂਡੀ ਤੂੰ ਸਹੀ ਹੈ, ਨਵਜੋਤ ਰਾਣੀ ਗਲਤ ਹੈ? ਕੋਈ ਉਹਨਾਂ ਦੇ ਮਿਊਜ਼ੀਸ਼ੀਅਨਸ ਹੋਣ, ਕੋਈ ਤੁਹਾਡੇ ਪਿਤਾ ਜੀ ਦੇ ਨਾਲ ਰਹਿਣ ਵਾਲਾ, ਕੋਈ ਡਰਾਈਵਰ ਹੋਏ, ਕੋਈ ਹੋਰ ਹੋਏ, ਕਿਸੇ ਨੇ ਕਿਹਾ ਤੁਹਾਨੂੰ? ਪਹਿਲੀ ਗੱਲ ਤਾਂ ਮੇਰੇ ਪਾਪਾ ਨੂੰ ਕਿਸੇ ਸਟੂਡੀਓ ਤੋਂ ਰਿਕਾਰਡ ਕਰਨਾ ਸੀ, ਮੈਂ ਉਹ ਬੰਦੇ ਦਾ ਨਾਮ ਤਾਂ ਨਹੀਂ ਲੈਣਾ। ਉਹ ਕਹਿੰਦਾ ਸੀ ਦੀਦੀ ਮੈਂ ਬਿਆਨ ਤਾਂ ਦੇ ਦੂੰਗਾ, ਸਾਹਮਣੇ ਨਾ ਲੈ ਕੇ ਆਇਓ। ਉਹ ਇੱਕ 뮤직 ਡਾਇਰੈਕਟਰ, ਆਪਣੀ ਇਮੇਜ ਕੌਨਸ਼ੀਅਸ ਨੇ ਉਹ, ਬਿਲਕੁਲ ਤੁਸੀਂ ਦੱਸ ਸਕਦੇ ਹੋ ਲੋਕਾਂ ਨੂੰ। ਉਹਨਾਂ ਦਾ ਮੈਨੂੰ ਫੋਨ ਆਉਂਦਾ, ਕਹਿੰਦਾ ਦੀਦੀ ਮੈਂ ਤੁਹਾਡਾ ਨੰਬਰ ਸਰਚ ਕਰ ਰਿਹਾ ਸੀ, ਮੇਰਾ ਨੰਬਰ ਹੈ ਨਹੀਂਗਾ ਫੇਸਬੁੱਕ ਤੇ, ਮੇਰੇ ਮਮ ਦੇ ਨੰਬਰ ਤੋਂ ਕਾਲ ਆਈ, ਮੈਂ ਆਪਣਾ ਪਰਸਨਲ ਨੰਬਰ ਦਿੱਤਾ। ਕਹਿੰਦਾ ਉਹਨੇ ਕੌਨਸ਼ੀਅਸਲੀ ਕਿਹਾ ਮੇਰੀ ਆਵਾਜ਼ ਰਿਕਾਰਡ ਕਰੋ। ਮੈਂ ਕਿਹਾ ਕੀ ਹੋਇਆ? ਕਹਿੰਦਾ ਤੁਹਾਨੂੰ ਇੱਕ ਗੱਲ ਦੱਸਦਾ, ਅਸੀਂ ਤੁਹਾਡੇ ਪਾਪਾ ਦਾ ਗਾਣਾ ਰਿਕਾਰਡ ਕਰਨਾ ਸੀ, ਇੱਕ ਚੰਕ 4 ਲਾਈਨਾਂ, ਵੀ ਵਰ ਰੈਡੀ ਟੂ ਪੇ 50,000 ਰੁਪਇਆ। ਕਹਿੰਦੇ ਅਸੀਂ ਕਿਹਾ ਸੀ ਜੇ 50,000 ਚ ਵੀ ਰਮਲਾ ਸਾਹਿਬ ਨੇ ਕਰਤਾ ਨਾ, ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ। ਕਹਿੰਦੇ ਨਵਜੋਤ ਰਾਣੀ ਜੀ ਨੇ ਸਾਨੂੰ 250 ਕਿਲੋਮੀਟਰ ਬੁਲਾ ਲਿਆ। ਕਹਿੰਦੇ ਅਸੀਂ ਫੋਨ ਕੀਤਾ, ਕਹਿੰਦੀ ਹੈ ਨੀਗਾ। ਕਹਿੰਦੇ ਦੂਜਾ ਫੋਨ ਕੀਤਾ, ਕਹਿੰਦੇ ਤੇ ਫੋਨ ਨਹੀਂ ਕਰਨਾ। ਕਹਿੰਦੇ ਤੀਜੇ ਫੋਨ ਤੇ ਕਿਹਾ ਵੀ ਸਾਨੂੰ ਇੱਕ ਸੈਲਫੀ ਕਰਾ ਲੈਣ ਦੋ। ਕਹਿੰਦੀ ਤੈਨੂੰ ਕਹਿਤਾ ਲੁਧਿਆਣੇ ਚਲਾ ਗਿਆ। ਤੇ ਕਹਿੰਦੇ ਅਸੀਂ ਕਹਿੰਦੇ ਬਾਹਰ ਹੀ ਸੀ, ਪੜੋਸੀ ਕਹਿੰਦੇ ਅੰਦਰ ਹੈ, ਲੜੀ ਹੋਈ ਹੈ ਨੇ, ਮਿਲਣ ਨਹੀਂ ਦੇਣਾ ਤੁਹਾਨੂੰ। ਕਹਿੰਦੇ ਅਸੀਂ 250 ਕਿਲੋਮੀਟਰ ਖਾਲੀ ਮੁੜ ਕੇ ਆਏ ਆ ਜੀ। ਫਿਰ ਉਹਨਾਂ ਦੇ ਇੱਕ ਮਿਊਜ਼ੀਸ਼ੀਅਨ ਦਾ ਫੋਨ ਮੈਨੂੰ ਆਉਂਦਾ, ਉਹ ਕਹਿੰਦੇ ਜੀ ਰਮਲਾ ਸਾਹਿਬ ਤੇ ਕਾਰ ਦੀ ਫੂਕ ਉਹਨਾਂ ਦਾ ਬੇਟਾ ਕੱਢ ਦਿੰਦਾ ਸੀ, ਜੇ ਕਿਤੇ ਲੜ ਕੇ ਜਾਂਦੇ ਸੀ ਤਾਂ ਕਹਿੰਦੇ ਘੰਟੇ 'ਚ 2 ਘੰਟੇ 'ਚ ਮਨਾ ਕੇ ਲਿਆਉਂਦੇ ਸੀ। ਕਹਿੰਦੇ ਦੁਰਵਿਵਹਾਰ ਪੂਰਾ ਕਰਦੇ ਸੀ। ਕਹਿੰਦੇ ਰਮਲਾ ਸਾਹਿਬ ਦੀ ਐਸੀ ਨੌਬਤ ਸੀ 2-3 ਮਹੀਨੇ ਦਾ ਢਾਬਿਆਂ ਤੋਂ ਰੋਟੀ ਖਾਧੀ ਵੀ ਮੈਨੂੰ ਰਾਣੀ ਕੁਝ ਪਾ ਕੇ ਦੇ ਦੂਗੀ। ਕਦੇ ਉਹਨਾਂ ਨੂੰ ਲੱਗਦਾ ਸੀ ਇਹ ਸਿਲੰਡਰ ਖੋਲ ਦੂਗੀ। ਸੈਂਸਿਸ ਪ੍ਰੋਬਲਮ ਸੀਗੀ ਮੇਰੇ ਫਾਦਰ ਨੂੰ, ਬਰੀਥਿੰਗ ਕੁਛ ਉਹਨਾਂ ਨੂੰ ਸਮਝ ਨਹੀਂ ਸੀ, ਸਮੈਲ ਪ੍ਰੋਬਲਮ ਸੀ। ਫਿਰ ਮੇਰੇ ਫਾਦਰ ਨੇ ਉਹਨਾਂ ਨੂੰ ਆਪਣੇ ਮੂੰਹੋਂ ਇਹ ਬਿਆਨ ਦਿੱਤਾ ਕਿ ਮੈਨੂੰ ਕਦੇ ਵੀ ਰਾਣੀ ਕੁਝ ਖਾਣੇ 'ਚ ਪਾ ਕੇ ਦਊਗੀ। ਸਮਝ ਰਹੇ ਹੋ ਇਸ ਗੱਲ ਨੂੰ? ਉਹਨਾਂ ਦੇ ਮਿਊਜ਼ੀਸ਼ੀਅਨ ਖੁਦ ਮੈਨੂੰ ਦੱਸ ਰਹੇ ਨੇ, ਕਹਿੰਦੇ ਪਹਿਲੀ ਗੱਲ ਤਾਂ ਦੂਜੇ ਦਿਨ ਲੜ ਕੇ ਟਰਾਲੀ 'ਚ ਸਮਾਨ ਚਕਾ ਦਿੰਦੇ ਸੀ। ਕਰਤਾਰ ਰਮਲਾ ਜੀ ਮੋਗੇ ਬਹੁਤ ਵਾਰ ਰਹਿ ਕੇ ਆਏ ਨੇ। ਤੇ ਤੁਹਾਨੂੰ ਕੁਝ ਨਹੀਂ ਪਤਾ? ਸਾਨੂੰ ਪਤਾ ਹੁੰਦਾ, ਜਦੋਂ ਅਸੀਂ ਪਾਪਾ ਕੋਲੇ ਪਹੁੰਚਦੇ ਨਾ ਅਪਰੋਚ ਕਰਨ ਨੂੰ, ਉਦੋਂ ਨੂੰ ਰਾਣੀ ਜੀ ਕੰਪਰੋਮਾਈਜ਼ ਕਰਕੇ ਆਪਣੇ ਕੋਲ ਲੈ ਜਾਂਦੇ ਆ। ਓਏ ਇਹਨਾਂ ਨੂੰ ਇੱਕੋ ਹੀ ਤਾਂ ਪ੍ਰੋਬਲਮ ਸੀ ਕਿ ਪਰਮ ਕੋਲੇ ਜਾਊਗਾ, ਉਹ ਉੱਥੇ ਤੱਕ ਨੌਬਤ ਆਉਣ ਨਹੀਂ ਸੀ ਦਿੰਦੇ। ਵਿਦਿਨ 2 ਡੇਜ਼ 24 ਆਵਰ ਚ ਪੈਚ ਅਪ ਹੋ ਜਾਂਦਾ ਸੀ। ਉਹਨਾਂ ਦੇ ਖੁਦ ਲੋਕ ਗਵਾਹ ਨੇ ਜਿਨ੍ਹਾਂ ਨੇ ਇਹਨਾਂ ਦੀਆਂ ਲੜਾਈਆਂ ਨੂੰ ਦੇਖਿਆ। ਜਿਹੜੇ ਉਹਨਾਂ ਦੇ ਜਿੱਥੇ ਰਮਲਾ ਸਾਹਿਬ ਰਹਿੰਦੇ ਰਹੇ ਨੇ ਹੁਣ, ਉੱਥੇ ਜਿਹੜੇ ਆਂਢੀ ਗਵਾਂਢੀ ਨੇ, ਕੀ ਉਹਨਾਂ ਨੇ ਤੁਹਾਨੂੰ ਕੋਈ ਦੱਸੀ ਗੱਲ, ਜਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਬਿਆਨ ਦੇਣ ਦੇ ਲਈ ਤਿਆਰ ਹਾਂ, ਅਸੀਂ ਅੱਖੀਂ ਵੇਖਿਆ ਕਿ ਉਹਨਾਂ ਦੇ ਨਾਲ ਮਾਰ ਕੁਟਾਈ ਹੁੰਦੀ ਰਹੀ ਹੈ ਜਾਂ ਉਹਨਾਂ ਨਾਲ ਦੁਰਵਿਵਹਾਰ ਹੁੰਦਾ ਰਿਹਾ? ਉਹਨਾਂ ਦੇ ਜਿਹੜੇ ਗਵਾਂਢੀ ਨੇ ਆਲਮੋਸਟ ਮੇਰੇ ਪਾਪਾ ਦੇ ਜਿਹੜੇ ਇਹ ਕਹਿੰਦੇ ਨੇ ਫੇਕ ਰਿਸ਼ਤੇਦਾਰ, ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ, ਮੈਂ ਉਹਨਾਂ ਚਿਰ ਨਹੀਂ ਜਾਣਦੀ। ਜੇ ਉਹਨਾਂ ਨੂੰ ਖੂਨ ਦੇ ਰਿਸ਼ਤੇ ਦੀ ਕਦਰ ਨਹੀਂ, ਥਰਡ ਪਾਰਟੀ ਦੀ ਕਦਰ, ਉਹ ਮੇਰੇ ਰਿਸ਼ਤੇਦਾਰ ਨਹੀਂ, ਮੈਂ ਉਹਨਾਂ ਨੂੰ ਐਕਸੈਪਟ ਹੀ ਨਹੀਂ ਕਰਦੀ। ਜੇ ਉਹਨਾਂ ਨੂੰ ਇਹੀ ਕਦਰ ਨਹੀਂ ਕਿ ਕਰਤਾਰ ਰਮਲਾ ਜਿਹਦੀਆਂ ਬੱਚੀਆਂ ਨੇ ਜੇ ਕੋਈ ਸਟੈਂਡ ਚੱਕਿਆ, ਝੂਠ ਨਹੀਂ ਚੱਕਿਆ, ਜੇ ਉਹਨਾਂ ਨੂੰ ਇੰਨੀ ਕਦਰ ਨਹੀਂ, ਸਾਡੀ ਉੱਥੇ ਕਿਸੇ ਨਾਲ ਗੱਲ ਨਹੀਂ ਹੋਈ। ਲੇਕਿਨ ਲੋਕੀ ਦੱਸਦੇ ਨੇ ਗਵਾਂਢੀਆਂ ਦੇ ਵਿਊਜ਼ ਨੇ, ਹੋ ਸਕਦਾ ਕੋਈ ਇੱਕ ਅੱਧਾ ਗਵਾਂਢੀ ਮੈਨੂੰ ਅਪਰੋਚ ਕਰੂਗਾ, ਸੱਚਾਈ ਸਾਹਮਣੇ ਆਈ ਜਾਣੀ ਜੀ, ਕਰੂਗਾ ਜ਼ਰੂਰ। ਉਹਨਾਂ ਨੂੰ ਪਤਾ ਨੇਚਰ ਕੀ ਹੈ ਨਵਜੋਤ ਰਾਣੀ ਜੀ ਦਾ, ਕਿੰਨਾ ਮਿਸਬੀਹੇਵੀਅਰ ਕਰਦੇ ਨੇ। ਜਿਹੜੇ ਆਪਣੇ ਹਸਬੈਂਡ ਦੇ ਹੁੰਦੇ ਹੋਏ ਹਸਬੈਂਡ ਨੂੰ ਨਾਲ ਨਹੀਂ ਰੱਖਦੇ, ਪਤਾ ਨਹੀਂ ਉਹ ਕੀ ਕਰਦੇ ਹੋਣਗੇ। ਮੈਂਡੀ ਜੀ, ਅਸੀਂ ਤੁਹਾਡੀ ਇਹ ਸਾਰੀ ਗੱਲਬਾਤ ਸੁਣ ਕੇ ਇਸ ਸਿੱਟੇ ਦੇ ਉੱਤੇ ਪਹੁੰਚੇ ਆ ਵੀ ਭਾਈ ਇਹ ਹਾਲੇ ਦੋਸ਼ਾਂ ਦਾ ਸਿਲਸਿਲਾ ਜਾਰੀ ਆ ਤੇ ਪਤਾ ਨਹੀਂ ਇਹਦੇ ਵਿੱਚੋਂ ਕੀ ਸੱਚ ਨਿਕਲ ਕੇ ਸਾਹਮਣੇ ਆਉਣਾ, ਪਰ ਸੱਚ ਜ਼ਰੂਰ ਨਿਕਲ ਕੇ ਸਾਹਮਣੇ ਆਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕਿਉਂਕਿ ਦੇਖੋ ਤੁਹਾਡੇ ਨਾਲ ਭਾਵੇਂ ਸਾਡਾ ਕੋਈ ਰਾਬਤਾ ਨਹੀਂ, ਅਸੀਂ ਨਵਜੋਤ ਰਾਣੀ ਹੋਰਾਂ ਦੇ ਬਹੁਤਾ ਨੇੜੇ ਨਹੀਂ, ਪਰ ਅਸੀਂ ਕਰਤਾਰ ਰਮਲਾ ਹੋਰਾਂ ਦੀ ਕਦਰ ਕਰਨ ਵਾਲਿਆਂ ਦੇ ਵਿੱਚੋਂ ਇੱਕ ਆ। ਸੋ ਉਹ ਬੰਦਾ ਇਸ ਦੁਨੀਆ ਤੋਂ ਤੁਰ ਗਿਆ, ਸਾਨੂੰ ਵੀ ਇਸ ਗੱਲ ਦਾ ਦੁੱਖ ਹੈ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਵੇਂ ਗਾਇਆ, ਕਿੱਥੇ ਰਹੇ, ਕਿਵੇਂ ਨਹੀਂ ਰਹੇ, ਆਪਾਂ ਇਸ ਗੱਲ ਦੇ ਵਿੱਚ ਹੁਣ ਨਹੀਂ ਪੈਂਦੇ, ਪਰ ਇਨਸਾਫ ਮਿਲੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਆਪਣਾ ਪੱਖ ਰੱਖਿਆ, ਤੁਸੀਂ ਦਿਲ ਦੀਆਂ ਗੱਲਾਂ ਕੀਤੀਆਂ ਸਾਡੇ ਦਰਸ਼ਕਾਂ ਦੇ ਨਾਲ, ਤੁਹਾਡਾ ਅਸੀਂ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ ਤੇ ਨਾਮ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।